ਅਕਾਲ। ਪੰਜਾਬ ਕਲਾ ਪ੍ਰੀਸ਼ਦ ਦੇ ਇਸ ਚੈਨਲ ਦੇ ਉੱਤੇ ਤੁਸੀਂ ਜੁੜੇ ਹੋਏ ਹੋ ਔਰ ਦੇਸ਼ ਵਿਦੇਸ਼ਾਂ 'ਚ ਵੀ ਬੈਠੇ ਸਾਡੇ ਨਾਲ। ਔਰ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਡਾਕਟਰ MS ਰੰਧਾਵਾ ਕਲਾ ਉਤਸਵ ਜਿਹੜਾ ਹੈ 2 ਫਰਵਰੀ ਨੂੰ ਸ਼ੁਰੂ ਕੀਤਾ ਗਿਆ ਸੀਗਾ ਤੇ ਉਹਦਾ ਵਿਧੀਵਤ ਢੰਗ ਨਾਲ ਬੜੇ ਸ਼ਾਨਦਾਰ ਢੰਗ ਨਾਲ ਉਦਘਾਟਨ ਉੱਘੇ ਕਵੀ ਸਾਡੇ ਡਾਕਟਰ ਸੁਰਜੀਤ ਪਾਤਰ ਸਾਹਿਬ ਹੋਰਾਂ ਨੇ ਕੀਤਾ ਸੀ ਔਰ ਉਸ ਸਮਾਗਮ ਦੀ ਸ਼ੋਭਾ ਵਧਾਈ ਸੀ। ਤਾਂ ਉਸ ਤੋਂ ਬਾਅਦ ਸਾਡੇ ਆਨਲਾਈਨ ਪ੍ਰੋਗਰਾਮ ਜਾਰੀ ਹਨ ਜਿਹਦੇ ਵਿੱਚ ਨਾਰੀ ਕਵੀ ਦਰਬਾਰ ਹੋਇਆ, ਫਿਰ 2 ਸੰਗੀਤਕ ਸ਼ਾਮਾਂ ਹੋਈਆਂ। ਉਸਤਾਦ ਨੀਲੇ ਖਾਂ ਨੇ ਗਾਇਆ, ਦੇਵ ਦਿਲਦਾਰ ਨੇ ਗਾਇਆ ਤੇ ਅੱਜ ਅਖੀਰਲੇ ਦਿਨ ਅਸੀਂ ਜਿਹੜੀ ਹੈ ਇੱਕ ਵਿਚਾਰ ਚਰਚਾ ਕਰ ਰਹੇ ਹਾਂ। ਵਿਦਵਾਨ ਸਾਡੇ ਨਾਲ ਨੇ ਔਰ ਵਿਚਾਰ ਚਰਚਾ ਦਾ ਮਜ਼ਮੂਨ ਜਿਹੜਾ ਹੈ ਬੜਾ ਇੰਪੋਰਟੈਂਟ ਹੈ, ਅਜੋਕਾ ਕਿਸਾਨ ਅੰਦੋਲਨ ਤੇ ਪੰਜਾਬੀ ਸਾਹਿਤ। ਇਹਦੇ ਨਾਲ ਇੱਕ ਸ਼ਬਦ ਹੋਰ ਵੀ ਅਸੀਂ ਸ਼ਾਮਲ ਕਰਦੇ ਹਾਂ, ਸਾਹਿਤ ਤੇ ਸੱਭਿਆਚਾਰ। ਕਿਸਾਨੀ ਅੰਦੋਲਨ ਨਾਲ ਜਿਹੜਾ ਸਾਹਿਤ ਤੇ ਸੱਭਿਆਚਾਰ ਜੁੜਿਆ ਹੋਇਆ, ਹੁਣ ਜਿਹੜੀ ਆਊਟਪੁੱਟ ਹੋਈ ਹੈ ਗਾਇਕੀ 'ਚ, ਗੀਤਕਾਰੀ 'ਚ, ਲਿਖਤਾਂ 'ਚ, ਆਰਟੀਕਲਾਂ 'ਚ, ਐਡੀਟੋਰੀਅਲ ਛਪਦੇ ਰਹੇ ਜਾਂ ਛਪ ਰਹੇ ਨੇ। ਇਸ ਤੋਂ ਇਲਾਵਾ ਕਿਤਾਬਾਂ ਵੀ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਛਪ ਕੇ ਸਾਡੇ ਸਾਹਮਣੇ ਆ ਰਹੀਆਂ। ਤੋ ਇਸ ਸਾਰੇ ਕਾਸੇ ਤੇ ਚਰਚਾ ਕਰਨ ਵਾਸਤੇ ਪੰਜਾਬ ਕਲਾ ਪ੍ਰੀਸ਼ਦ ਨੇ ਅੱਜ 2 ਵਿਦਵਾਨ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧ ਰੱਖਦੇ ਨੇ, ਦੋਵੇਂ ਹੀ ਨਾਮੀ ਹਸਤੀਆਂ ਹਨ। ਡਾਕਟਰ ਬਲਦੇਵ ਸਿੰਘ ਧਾਲੀਵਾਲ, ਪੰਜਾਬੀ ਕਹਾਣੀ ਦੇ ਉੱਤੇ ਕਿੰਨਾ ਕੰਮ ਹੈ, ਆਲੋਚਨਾ, ਸਮਾਲੋਚਨਾ, ਸਮੀਖਿਅਕ ਨੇ, ਵਾਰਤਕਕਾਰ ਨੇ ਤੇ ਬੜੇ ਪਿਆਰੇ ਮਨੁੱਖ ਨੇ, ਕੀ ਗਿਣੀਏ। ਦੂਜੇ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਜਿਹੜੇ ਕਿ ਮੁਖੀ ਵੀ ਰਹੇ ਨੇ ਪੰਜਾਬੀ ਵਿਭਾਗ ਦੇ ਔਰ ਵਾਰਤਕਕਾਰ ਵੀ ਬਹੁਤ ਵਧੀਆ ਨੇ ਔਰ ਚਲੰਤ ਮਾਮਲਿਆਂ ਦੇ ਉੱਤੇ ਉਹਨਾਂ ਦੇ ਲੇਖ, ਉਹਨਾਂ ਦੀਆਂ ਰਚਨਾਵਾਂ ਤੇ ਔਰ ਵੱਖ-ਵੱਖ ਪ੍ਰੋਗਰਾਮਾਂ 'ਚ ਵਿਚਾਰ ਵਟਾਂਦਰੇ ਦੂਰਦਰਸ਼ਨ ਤੇ ਭਾਗ ਲੈਂਦੇ ਰਹਿੰਦੇ ਨੇ ਤੇ ਆਲੋਚਨਾ ਦੀਆਂ ਬਹੁਤ ਸਾਰੀਆਂ ਪੁਸਤਕਾਂ ਪੰਜਾਬੀ ਸਾਹਿਤ ਨੂੰ ਭੇਟ ਕੀਤੀਆਂ। ਇਹਨਾਂ ਨੇ ਵਿਚਾਰ ਚਰਚਾ ਕਰਨੀ ਹੈ ਕਿਉਂਕਿ ਦੋਹੇ ਮਾਹਰ ਇਸ ਖੇਤਰ ਦੇ ਉੱਤੇ, ਇਸ ਖਿੱਤੇ ਤੇ ਖੇਤਰ ਤੇ ਚੰਗੀ ਨਬਜ਼, ਪਛਾਣ ਤੇ ਅੱਖ ਰੱਖਦੇ ਹਨ। ਤੇ ਸਾਡੇ ਮਾਣਯੋਗ ਡਾਕਟਰ ਸੁਰਜੀਤ ਪਾਤਰ ਜੀ ਜਿਹੜੇ ਹਮੇਸ਼ਾ ਸਾਨੂੰ ਹੱਲਾਸ਼ੇਰੀ ਦਿੰਦੇ ਆ, ਉਤਸ਼ਾਹ ਦਿੰਦੇ ਆ, ਪਿਆਰ ਦਿੰਦੇ ਆ, ਆਸ਼ੀਰਵਾਦ ਦਿੰਦੇ, ਉਹ ਵੀ ਸਾਡੇ ਨਾਲ ਹਨ। ਤੇ ਇਹਨਾਂ ਦੋਨਾਂ ਵਿਦਵਾਨਾਂ ਦਾ ਸਵਾਗਤ ਕਰਨ ਵਾਸਤੇ ਮੈਂ ਡਾਕਟਰ ਪਾਤਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਆਸ਼ੀਰਵਾਦੀ ਸ਼ਬਦ ਸਾਨੂੰ ਕਹਿਣ। ਡਾਕਟਰ ਪਾਤਰ ਜੀ। ਹਾਂਜੀ, ਬਹੁਤ ਪਿਆਰੇ ਦੋਸਤੋ, ਡਾਕਟਰ ਰਜਿੰਦਰਪਾਲ ਬਰਾੜ ਤੇ ਡਾਕਟਰ ਬਲਦੇਵ ਧਾਲੀਵਾਲ ਤੇ ਨਿੰਦਰ ਕੁਗਿਆਨਵੀ ਔਰ ਜਿਹੜੇ ਦੋਸਤ ਸਾਨੂੰ ਦਰਸ਼ਕ ਤੇ ਸਰੋਤੇ ਜਿਹੜੇ ਸਾਨੂੰ ਸੁਣ ਰਹੇ ਆ ਦੂਰ ਨੇੜੇ, ਦੇਸ਼ ਵਿਦੇਸ਼, ਉਹਨਾਂ ਸਾਰਿਆਂ ਨੂੰ ਵੀ ਬਹੁਤ-ਬਹੁਤ ਪਿਆਰ ਤੇ ਸਤਿਕਾਰ ਅਰਪਿਤ ਕਰਦੇ ਹਾਂ। ਤੋ ਰੰਧਾਵਾ ਸਾਹਿਬ ਜਿਵੇਂ ਅਸੀਂ ਜਾਣਦੇ ਹਾਂ ਕਿ ਉਹਨਾਂ ਨੂੰ ਨਵੇਂ ਪੰਜਾਬ ਦੇ ਉਸਰਈਆਂ ਚੋਂ, ਪ੍ਰਮੁੱਖ ਉਸਰਈਆਂ ਚੋਂ ਉਹ ਹਸਤੀ ਹਨ ਜਿਨ੍ਹਾਂ ਨੇ ਪੰਜਾਬ ਦੀ ਖੇਤੀਬਾੜੀ, ਪੰਜਾਬ ਦੀ ਸਮੁੱਚੀ ਚੇਤਨਾ, ਸੰਵੇਦਨਾ, ਪੰਜਾਬ ਦੀ ਕਲਾ ਔਰ ਕਲਾਕਾਰਾਂ, ਸਾਹਿਤਕਾਰਾਂ ਸਭ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਆਪਣੀ ਜ਼ਿੰਦਗੀ 'ਚ ਕੰਮ ਕੀਤਾ। ਪੰਜਾਬ ਨੂੰ ਮੁੜ ਵਸਾਉਣ ਤੋਂ ਲੈ ਕੇ 47 ਤੋਂ ਬਾਅਦ ਤੋਂ ਆਪਣੀ ਆਰਜਾ ਦੇ ਆਖਰੀ ਦਿਨਾਂ ਤੱਕ ਉਹ ਇਸੇ ਉਹ 'ਚ ਹੁੰਦੇ ਸੀਗੇ ਕਿ ਧਰਤੀ ਦੇ ਇਸ ਟੁਕੜੇ 'ਤੇ ਕਿਹੜਾ ਰੁੱਖ ਬੀਜਿਆ ਜਾਵੇ, ਇਸ ਥਾਂ ਕਿਸ ਬੰਦੇ ਨੂੰ ਲਾਇਆ ਜਾਵੇ ਜਾਂ ਕੀ ਕੀਤਾ ਜਾਵੇ ਕਿ ਅਸੀਂ ਲੋਕਾਂ ਨੂੰ ਵਧੇਰੇ ਸੁਚੇਤ ਤੇ ਸੋਝਵੰਤ ਬਣਾ ਸਕੀਏ। ਤੋ ਕਿਸਾਨੀ ਵੀ ਉਹਨਾਂ ਦਾ ਬਹੁਤ ਵੱਡਾ, ਉਹਨਾਂ ਨੇ ਹਿਸਟਰੀ ਆਫ ਇੰਡੀਅਨ ਐਗਰੀਕਲਚਰ ਵੀ ਲਿਖੀ ਔਰ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੈ। ਸੋ ਅਸੀਂ ਸੋਚਿਆ ਕਿ ਉਹਨਾਂ ਦੇ ਇਸ ਜਨਮ ਦਿਨ ਨਾਲ ਜੁੜੇ ਉਤਸਵ ਵਿੱਚ ਅਸੀਂ ਕਿਸਾਨੀ ਦਾ ਔਰ ਖਾਸ ਕਰਕੇ ਅਜੋਕੇ ਕਿਸਾਨੀ ਅੰਦੋਲਨ ਦਾ ਜ਼ਿਕਰ ਜ਼ਰੂਰ ਕਰੀਏ। ਔਰ ਸਾਡੇ ਕੋਲ 2 ਬਹੁਤ ਉਹ ਵਿਦਵਾਨ ਜਿਹੜੇ ਪਿੰਡਾਂ ਨਾਲ ਵੀ, ਖੇਤੀ ਨਾਲ ਵੀ, ਸਾਹਿਤ ਨਾਲ ਵੀ ਔਰ ਜੋ ਵੀ ਪੰਜਾਬ ਵਿੱਚ ਕੁਝ ਵਾਪਰਦਾ ਸੱਭਿਆਚਾਰ ਨਾਲ, ਇਹਦੀ ਰਹਿਤਨ ਨਾਲ, ਇਹਦੇ ਜੀਵਨ ਨਾਲ, ਇਹਦੀ ਸਿਆਸਤ ਨਾਲ, ਸਭ ਕੁਝ ਤੋਂ ਬਹੁਤ ਸੁਚੇਤ ਨੇ ਦੋਨੋਂ ਜਾਣੇ। ਤੋ ਰਜਿੰਦਰਪਾਲ ਤਾਂ ਬਹੁਤ ਯਾਨੀ ਪਹਿਲੇ ਦਿਨਾਂ ਤੋਂ ਹੀ ਇਸ ਅੰਦੋਲਨ ਨਾਲ, ਜੋ ਤੋਂ ਪਹਿਲਾਂ ਵੀ ਜਿਹੜੀ ਪੁਰਾਣਾ ਵੀ ਸਾਹਿਤ ਸੀ ਖੇਤੀ ਬਾਰੇ, ਉਹਦੇ ਬਾਰੇ ਵੀ ਇਹਨਾਂ ਦਾ
ਵਿਸ਼ੇਸ਼ ਅਧਿਐਨ ਹੈ। ਇਸ ਤਰ੍ਹਾਂ ਬਲਦੇਵ ਧਾਲੀਵਾਲ ਖਾਸ ਕਰਕੇ ਕਹਾਣੀ, ਜੋ ਵੀ ਕਹਾਣੀ ਯਾਨੀ ਬਹੁਤ ਸਾਲਾਂ ਤੋਂ ਹਰ ਕਹਾਣੀ ਦਾ ਇਹਨਾਂ ਨੂੰ ਪਤਾ ਹੁੰਦਾ ਕਿ ਕਹਾਣੀ ਛਪੀ ਆ, ਔਰ ਉਹਨੇ ਪੜ੍ਹੀ ਹੁੰਦੀ, ਔਰ ਮੁਲਾਂਕਣ ਉਹਦਾ ਸਾਰਾ, ਔਰ ਸਾਰੇ ਉਹਦਾ ਸੋਹਜ, ਉਹਦੇ ਥੀਮ ਦੀ ਮਹੱਤਤਾ, ਉਹਦੀ ਰੈਲੇਵੈਂਸ, ਇਹ ਸਾਰੇ ਕੁਛ ਨਾਲ ਜੁੜੇ ਹੋਏ ਨੇ। ਤੋ ਮੈਂ ਇਹਨਾਂ ਦੋਨਾਂ ਵਿਦਵਾਨਾਂ ਦਾ ਬਹੁਤ ਪਿਆਰ ਸਹਿਤ ਸਵਾਗਤ ਕਰਦਾ, ਤੇ ਅਸੀਂ ਇਸ ਬਹੁਤ ਅਹਿਮ ਵਿਸ਼ੇ ਤੇ ਅੱਜ ਗੱਲਬਾਤ ਲਈ ਇਕੱਤਰ ਹੋਏ ਹਾਂ ਤਾਂ ਕਿ ਇਹਨੂੰ ਸਮਝ ਸਕੀਏ, ਇਹਦੀ ਸਾਰਥਕਤਾ ਵੀ, ਇਹਦੀ ਸਫਲਤਾ ਵੀ, ਔਰ ਜਿਹੜਾ ਅੰਦੋਲਨ ਕੇ ਇਸ ਵੇਲੇ ਸਮਝੋ ਕਿ ਸਿਰਫ ਕਿਸਾਨਾਂ ਦਾ ਨਹੀਂ ਰਿਹਾ, ਇੱਕ ਪੂਰੀ ਲੇਖਕਾਂ ਦਾ, ਇੱਕ ਪੂਰੇ ਇਨਸਾਨਾਂ ਦਾ ਬਣ ਚੁੱਕਾ, ਕਿਉਂਕਿ ਉਹ ਕਦਰਾਂ ਕੀਮਤਾਂ ਇਹ ਨੇ ਕਿ ਕੋਈ ਇਸ ਤਰ੍ਹਾਂ ਦੇ ਤਾਨਾਸ਼ਾਹੀ ਰਵੱਈਏ ਨਾਲ ਇਸ ਤਰ੍ਹਾਂ ਕਾਨੂੰਨ ਲਾਗੂ ਕਰ ਸਕਦਾ ਉਹਨਾਂ ਲੋਕਾਂ ਦੀ ਸਲਾਹ ਤੋਂ ਬਿਨਾਂ, ਉਹਨਾਂ ਲੋਕਾਂ ਨੂੰ ਵਿਸ਼ਵਾਸ 'ਚ ਲੈਣ ਤੋਂ ਬਿਨਾਂ। ਸੋ ਇਸ ਪੱਖੋਂ ਇਹ ਮਸਲਾ ਵੀ ਹੈ ਕਿ ਇਸ ਤਰ੍ਹਾਂ ਦਾ ਰਾਜ ਹੋਵੇ, ਔਰ ਰਾਜ ਔਰ ਰਿਆਇਆ ਦਾ ਰਿਸ਼ਤਾ ਕੀ ਹੋਵੇ। ਸੋ ਬਸ ਇਹਨਾਂ ਸ਼ਬਦਾਂ ਨਾਲ ਮੈਂ ਜੀ ਆਇਆਂ ਨੂੰ ਕਹਿੰਦਾ ਬਰਾੜ ਹੋਰਾਂ ਨੂੰ ਔਰ ਧਾਲੀਵਾਲ ਹੋਰਾਂ ਨੂੰ, ਔਰ ਜੋ ਦਰਸ਼ਕ ਤੇ ਸਰੋਤੇ ਸਾਡੇ ਨਾਲ ਜੁੜੇ ਹੋਏ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ ਪਾਤਰ ਸਾਹਿਬ, ਤੁਸੀਂ ਆਪਣੇ ਮੁਖਾਰ ਬਿੰਦ ਚੋਂ ਬੜੇ ਪਿਆਰੇ ਸ਼ਬਦ, ਹਮੇਸ਼ਾ ਹੀ ਸਾਡੇ ਵਾਸਤੇ ਆਸ਼ੀਰਵਾਦੀ ਰੂਪ ਦੇ ਵਿੱਚ ਜਿੰਨੇ ਵੀ ਪਿਆਰੇ ਸ਼ਬਦ ਹੁੰਦੇ ਨੇ, ਇਹਨਾਂ ਦਾ ਕੋਈ ਮੁੱਲ ਨਹੀਂ ਹੈ। ਤੁਸੀਂ ਇਹਨਾਂ ਦੋਵਾਂ ਵਿਦਵਾਨਾਂ ਨੂੰ ਸਵਾਗਤ ਵਜੋਂ, ਪਿਆਰ ਵਜੋਂ ਅੱਜ ਦੇ ਸੈਮੀਨਾਰ 'ਚ ਸ਼ਾਮਲ ਕੀਤਾ ਹੈ, ਵੈਬੀਨਾਰ 'ਚ। ਔਰ ਜਿਵੇਂ ਕਿ ਮੈਂ ਬੇਨਤੀ ਕਰਦੇ ਹਾਂ ਕਿ ਧੰਨਵਾਦ ਵੀ ਪਾਤਰ ਸਾਹਿਬ ਨੇ ਕਰਨਾ ਅਖੀਰ ਦੇ ਉੱਤੇ, ਤੇ ਵਿਦਵਾਨ ਸਾਡੇ ਘੱਟੋ ਘੱਟ 10 ਮਿੰਟ ਤੇ ਵੱਧ ਜਿੰਨਾ ਮਰਜ਼ੀ ਲਾ ਸਕਦੇ ਆ, ਤੇ 10 ਮਿੰਟ ਦੇ ਵਿੱਚ ਗੱਲ ਜਿਹੜੀ ਹੈ ਮੇਰਾ ਖਿਆਲ ਹੈ ਨਹੀਂ ਮੁੱਕਣੀ। ਤੇ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਸਾਹਿਬ, ਸਭ ਤੋਂ ਪਹਿਲਾਂ ਕਿੰਨੀਆਂ ਕਿਤਾਬਾਂ ਛਪ ਰਹੀਆਂ, ਕਿੰਨੇ ਕਾਲਮ ਛਪ ਰਹੇ ਆ ਇਸ ਵੇਲੇ, ਗੀਤ ਆ ਰਿਹਾ, ਗਾਇਕੀ ਦਾ ਮੁਹਾਂਦਰਾ ਬਦਲਿਆ, ਗੀਤਾਂ ਤੋਂ ਧੁੰਦ ਲੱਥੀ ਹੈ, ਇਹ ਸਾਰੀਆਂ ਗੱਲਾਂ ਕਰਨਗੇ। ਸੋ ਸਭ ਤੋਂ ਪਹਿਲਾਂ ਮੈਂ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਰੱਖਣ। ਸਭ ਤੋਂ ਪਹਿਲਾਂ ਤਾਂ ਮਿਹਰਬਾਨੀ ਕਿ ਤੁਸੀਂ ਇਸ ਪਲੇਟਫਾਰਮ ਤੇ ਮੈਨੂੰ ਮੌਕਾ ਦਿੱਤਾ। ਖਾਸ ਕਰਕੇ ਪਾਤਰ ਸਾਹਿਬ ਨੇ ਬੜੇ ਚੰਗੇ ਸ਼ਬਦ ਸਾਡੇ ਲਈ ਕਹੇ, ਉਹਨਾਂ ਲਈ ਬਹੁਤ ਬਹੁਤ ਸ਼ੁਕਰੀਆ। ਅਸਲ ਵਿੱਚ ਜਦੋਂ ਵੀ ਅਸੀਂ ਕਿਸਾਨੀ ਅੰਦੋਲਨ ਦੇ ਬਾਰੇ ਗੱਲ ਕਰਨੀ ਆ ਤੇ ਮੌਜੂਦਾ ਦੌਰ ਬਾਰੇ ਗੱਲ ਕਰਨੀ ਆ, ਮੈਨੂੰ ਲੱਗਦਾ ਕਿ ਇਹ ਬਹੁਤ ਹੀ ਇੱਕ ਰੈਲੇਵੈਂਟ ਸਮਾਂ ਹੈਗਾ ਕਿ ਜਦੋਂ ਅਸੀਂ ਗੱਲ ਕਰ ਰਹੇ ਹਾਂ। ਉਹਦਾ ਕਾਰਨ ਆ ਇੱਕ, ਤੇ ਕਾਰਨ ਵੱਡੀ ਪੱਧਰ ਤੇ ਇਹ ਕਿ ਮਹਿੰਦਰ ਸਿੰਘ ਰੰਧਾਵਾ ਜੀ, ਜਿਹੜੇ ਕਿ ਬੋਟਨਿਸਟ ਵੀ ਸੀਗੇ, ਜਿਹੜੇ ਕਿ ਕਲਾ ਦੇ ਪ੍ਰੇਮੀ ਵੀ ਸੀ, ਤੇ ਜਿਹੜੇ ਇੱਕ ਕੁਸ਼ਲ ਪ੍ਰਸ਼ਾਸਕ ਵੀ ਸੀ, ਉਹਨਾਂ ਦੇ ਥੱਲੇ ਹੀ ਇਹ ਸਾਰਾ ਕੁਝ ਉਸਰਿਆ ਸੀ ਕਿ ਜਿਹਨੂੰ ਅਸੀਂ ਆਧੁਨਿਕ ਪੰਜਾਬੀ ਜਾਂ ਪੰਜਾਬ ਦਾ ਮਹਾਂਦਰਾ ਕਹਿ ਸਕਦੇ ਹਾਂ। ਅੱਜ ਜੇ ਉਹ ਖਤਰੇ ਵਿੱਚ ਆ, ਖਦਸ਼ੇ ਚ ਆ, ਉਹ ਮੁਸੀਬਤ ਚ ਘਿਰਿਆ ਹੋਇਆ, ਤਾਂ ਅੱਜ ਫਿਰ ਸਾਨੂੰ ਉਸ ਸ਼ਖਸੀਅਤ ਦੇ ਹਵਾਲੇ ਦਿਖਾਈ ਦੇ ਰਿਹਾ ਹੈਗਾ। ਹੁਣ ਜਿਹੜੀ ਗੱਲ ਹੈਗੀ ਆ ਕਿ ਇਹ ਜਿਹੜਾ ਅੰਦੋਲਨ ਆ, ਭਾਵਾਂ ਇਹ ਮੁੱਢਲੇ ਤੌਰ ਤੇ ਤਾਂ ਕਿਹਾ ਜਾ ਸਕਦਾ ਹੈ ਕਿ 3 ਖੇਤੀ ਬਿੱਲਾਂ ਨੂੰ ਵਾਪਸ ਕਰਾਉਣ ਦੇ ਸਬੰਧ ਦੇ ਵਿੱਚ ਸ਼ੁਰੂ ਹੋਇਆ ਸੀ, ਪਰ ਹੁਣ ਇਹ ਜਨ ਅੰਦੋਲਨ ਬਣ ਚੁੱਕਿਆ ਹੈਗਾ। ਤੇ ਇਸ ਦੇ ਜਨ ਅੰਦੋਲਨ ਬਣਨ ਦੇ ਜਿਹੜੇ ਕਾਰਨ ਨੇ ਉਹ ਬੁਨਿਆਦੀ ਤੌਰ ਤੇ ਬਿਲਕੁਲ ਹੀ ਵੱਖਰੇ ਨੇ। ਉਹਦਾ ਕਾਰਨ ਇਹ ਕਿ ਪਿਛਲੇ ਕਈ ਸਾਲਾਂ ਤੋਂ, ਖਾਸ ਕਰਕੇ ਜਿਹਨੂੰ ਕਹਿ ਸਕਦੇ ਹੈਗੇ ਆ ਕਿ ਜਦੋਂ ਤੋਂ ਨਵਾਂ ਵਿਸ਼ਵੀਕਰਨ ਦਾ ਦੌਰ ਸ਼ੁਰੂ ਹੋਇਆ, ਗਲੋਬਲਾਈਜੇਸ਼ਨ ਦਾ ਦੌਰ ਸ਼ੁਰੂ ਹੋਇਆ, ਤਾਂ ਉਸ ਸਮੇਂ ਦੇ ਵਿੱਚ ਜੋ ਵਾਪਰ ਰਿਹਾ ਹੈਗਾ ਕਿ ਇੱਕ ਗਲੋਬਲੀ ਕਾਰਪੋਰੇਟੀ ਮਾਡਲ ਆ ਰਿਹਾ, ਜਿਸ ਦੇ ਵਿੱਚ ਪ੍ਰਮੁੱਖਤਾ ਜਿਹੜੀ ਉਹ ਨਿੱਜੀਕਰਨ ਨੂੰ ਦਿੱਤੀ ਜਾ ਰਹੀ ਹੈ। ਸਰਕਾਰਾਂ ਦਾ ਦਖਲ ਜਿਹੜੀ ਸਰਮਾਏ ਨੂੰ ਕੰਟਰੋਲ ਕਰਨ ਦੇ ਵਿੱਚ ਘਟਦਾ ਜਾ ਰਿਹਾ। ਉਹਦੇ ਸਿੱਟੇ ਵਜੋਂ ਜਿਹੜੀਆਂ ਸਰਕਾਰੀ ਨੌਕਰੀਆਂ ਘਟ ਰਹੀਆਂ ਨੇ, ਤਾਂ ਉਸ ਜਿਹੜਾ ਗਲੋਬਲ ਕਾਰਪੋਰੇਟੀ ਮਾਡਲ ਆ, ਉਹਨੇ ਸਾਰੇ ਵਰਗਾਂ ਨੂੰ ਪ੍ਰਭਾਵਿਤ ਕੀਤਾ। ਉਹ ਚਾਹੇ ਮਜ਼ਦੂਰ ਆ, ਚਾਹੇ ਉਹ ਕਿਸਾਨ ਆ, ਚਾਹੇ ਉਹ ਮੁਲਾਜ਼ਮ ਆ, ਤੇ ਚਾਹੇ ਉਹ ਛੋਟਾ ਦੁਕਾਨਦਾਰ ਆ, ਛੋਟਾ ਦਸਤਕਾਰ ਆ, ਸਭ ਨੂੰ ਪ੍ਰਭਾਵਿਤ ਕੀਤਾ। ਪਰ ਪੰਜਾਬ ਕਿਉਂਕਿ ਖੇਤੀ ਪ੍ਰਧਾਨ ਸੂਬਾ ਸੀਗਾ, ਇਸ ਕਾਰਨ ਕਰਕੇ
ਇੱਥੇ ਜਦੋਂ ਕਿਸਾਨਾਂ ਤੇ ਮਾਰ ਪਈ ਤਾਂ ਕਿਸਾਨਾਂ ਨੂੰ ਸਭ ਤੋਂ ਪਹਿਲਾਂ ਇਹਦਾ ਸੇਕ ਤਾਂ ਭਾਵਾਂ ਮੁਲਾਜ਼ਮਾਂ ਨੂੰ ਲੱਗ ਚੁੱਕਿਆ ਸੀ, ਜਦੋਂ ਠੇਕੇਦਾਰਤ ਮੁਲਾਜ਼ਮ ਸ਼ੁਰੂ ਹੋ ਗਏ ਸੀਗੇ। ਇਹ ਮਜ਼ਦੂਰਾਂ ਨੂੰ ਵੀ ਬਾਕੀ ਜਿਹੜੇ ਨਵੇਂ 3 ਖੇਤੀ ਕਾਨੂੰਨਾਂ ਤੋਂ ਵੀ ਨਾਲੋਂ ਨਾਲ ਜਿਹੜੇ 3 ਮਜ਼ਦੂਰ ਮਾਰੂ ਕਾਨੂੰਨ ਆਏ ਆ, ਉਹ ਵੀ ਇਹਦੇ ਸਮੇਂ ਹੀ ਆਏ ਆ। ਪਰ ਕਿਉਂਕਿ ਵੱਡੀ ਗਿਣਤੀ ਕਿਸਾਨੀ ਦੀ ਸੀ ਤੇ ਕਿਸਾਨੀ ਦੇ ਉੱਤੇ ਜਦੋਂ ਮਾਰ ਪਈ, ਕਿਸਾਨਾਂ ਨੇ ਇਸ ਦਾ ਰਿਐਕਸ਼ਨ ਦਿੱਤਾ। ਹੁਣ ਇਹ ਸਾਥ, ਪਰ ਸਾਡਾ ਮੰਤਵ ਜਿਹੜਾ ਉਸ ਅੰਦੋਲਨ ਦੇ ਆਰਥਿਕ ਪੱਖ ਜਾਂ ਰਾਜਨੀਤਿਕ ਪੱਖ ਬਾਰੇ ਗੱਲ ਕਰਨ ਦਾ ਨਹੀਂ। ਸਾਡਾ ਜਿਹੜਾ ਜ਼ਿਆਦਾ ਸੰਬੰਧ ਆ ਉਹ ਸਮਾਜਿਕ, ਸਾਹਿਤਕ ਤੇ ਸੱਭਿਆਚਾਰਕ ਪੱਖ ਬਾਰੇ ਹੈ। ਤਾਂ ਸਾਹਿਤਕ ਤੇ ਸਮਾਜਿਕ ਪੱਖੋਂ ਬਾਰੇ ਮੈਂ ਸਿਰਫ ਕੁਝ ਆਪਣੀਆਂ ਆਬਜ਼ਰਵੇਸ਼ਨ ਸਾਂਝੀਆਂ ਕਰਨੀਆਂ ਚਾਹੁੰਦਾ। ਉਹਦੇ ਵਿੱਚੋਂ ਜਿਹੜੀ ਸਭ ਤੋਂ ਪਹਿਲੀ ਆਬਜ਼ਰਵੇਸ਼ਨ ਬਣਦੀ ਆ ਕਿ ਇਹ ਤਾਂ ਸਾਡਾ ਬੜਾ ਪੁਰਾਣਾ ਆਮ ਜਿਹਾ ਇੱਕ ਵਾਕ ਆ ਜਿਹੜਾ ਅਸੀਂ ਵਰਤ ਦਿੰਦੇ ਹੈਗੇ ਆ ਕਿ ਸਾਹਿਤ ਸਮਾਜ ਦਾ ਸ਼ੀਸ਼ਾ, ਜੋ ਕੁਝ ਸਮਾਜ 'ਚ ਵਾਪਰਦਾ ਉਹ ਕੁਝ ਹੀ ਸਾਹਿਤ ਦੇ ਵਿੱਚ ਵਾਪਰਦਾ ਜਾਂ ਕਲਾ ਖੇਤਰ ਵਿੱਚ ਵਾਪਰਦਾ। ਪਰ ਹੁਣ ਦੇ ਸਮੇਂ ਦੇ ਵਿੱਚ ਜਿਹੜੀ ਇਹ ਗੱਲ ਮਹੱਤਵਪੂਰਨ ਹੋਈ ਕਿ ਸੱਚਮੁੱਚ ਹੀ ਇਹ ਕਿ ਪੰਜਾਬੀ ਕਵਿਤਾ, ਨਾਵਲ, ਨਾਟਕ, ਕਹਾਣੀ ਸਭ ਤੇ ਇਹ ਦੋਸ਼ ਲੱਗਦਾ ਸੀ ਕਿ ਇਹ ਵਿਅਕਤੀਗਤ ਹੁੰਦੀ ਜਾਂਦੀ ਆ, ਇਹ ਨਿੱਜੀ ਹੁੰਦੀ ਜਾਂਦੀ ਆ, ਇਹ ਸਮਾਜਿਕ ਸਰੋਕਾਰਾਂ ਤੋਂ ਪਾਸੇ ਹਟਦੀ ਜਾਂਦੀ ਆ। ਤੇ ਇਹ ਅੱਗੋਂ ਇਹਦੇ ਉੱਤੇ ਇਹ ਵੀ ਕਿਹਾ ਜਾਂਦਾ ਸੀਗਾ ਕਿ ਇਹ ਬਿਲਕੁਲ ਹੀ ਕਿਹਾ ਜਾ ਸਕਦਾ ਕਿ ਨਿੱਜੀ ਰੋਣਿਆਂ ਧੋਣਿਆਂ ਤੱਕ ਸੀਮਤ ਹੋ ਗਿਆ ਜਾ ਰਿਹਾ ਸੀਗਾ ਕਿ ਇਹ ਕਾਮਕ ਭਾਵਨਾਵਾਂ ਨੂੰ ਪ੍ਰਗਟਾਉਣ ਵਾਲੀ ਜਾਂ ਨਿੱਜੀ ਜਿਹੜਾ ਹੈਗਾ ਸਵਾਰਥੀ ਬਿਰਤੀਆਂ ਨੂੰ ਜਸਟੀਫਾਈ ਕਰਨ ਵਾਲੀ ਹੋ ਰਹੀ ਆ। ਇਹ ਦੋਸ਼ ਵੱਡੀ ਪੱਧਰ ਤੇ ਗੀਤਾਂ ਤੇ ਲੱਗਦਾ ਸੀ ਕਿ ਉਹ ਅਸ਼ਲੀਲਤਾ ਨੂੰ, ਹਿੰਸਾ ਨੂੰ, ਨਸ਼ਿਆਂ ਨੂੰ ਬੜਾਵਾ ਦਿੰਦੇ ਆ। ਪਰ ਦੂਸਰੇ ਰੂਪ ਵੀ ਆ ਜਿਹੜੇ ਉਹ ਬਹੁਤੇ ਪਾਸੇ ਨਹੀਂ ਸੀ। ਇਹ ਵੀ ਕਿਹਾ ਜਾਂਦਾ ਸੀਗਾ ਤੇ ਸਾਡੇ ਸਾਹਿਤਕਾਰਾਂ ਕੋਲੇ ਵਿਸ਼ੇ ਹੀ ਮੁੱਕ ਗਏ ਆ, ਉਹ ਜਾਂ ਤਾਂ ਅਤੀਤ ਵੱਲ ਚਲੇ ਜਾਂਦੇ ਆ ਕਿ ਅਤੀਤ ਵੱਲ ਜਾਂਦੇ ਆ ਉਹ ਇਤਿਹਾਸ ਦੀਆਂ ਪੁਰਾਣੀਆਂ ਕਹਾਣੀਆਂ ਦੁਹਰਾਈ ਜਾਂਦੇ ਆ, ਤੇ ਜਾਂ ਫਿਰ ਉਹ ਸਿੱਧੇ ਸਾਦੀ ਜਿਹੜਾ ਯਥਾਰਥ ਵਾਪਰ ਰਿਹਾ ਉਹਦਾ ਸਿੱਧਾ ਜਿਹਾ ਵਰਤਾਂਤ ਉਸਾਰੀ ਜਾਂਦੇ ਆ, ਕੋਈ ਗੰਭੀਰ ਗੱਲ ਨਹੀਂ ਕਰ ਰਹੇ। ਪਰ ਜਦੋਂ ਹੀ ਕਿਸਾਨ ਅੰਦੋਲਨ ਚੱਲਿਆ ਤਾਂ ਉਹਦੇ ਨਾਲ ਹੀ ਨਾ ਸਾਡੇ ਕਿਹਾ ਜਾ ਸਕਦਾ ਕਿ ਕਵਿਤਾ ਦੇ ਵਿਸ਼ੇ ਬਦਲ ਗਏ, ਸਗੋਂ ਸਾਡੇ ਗੀਤਾਂ ਦੇ ਵਿਸ਼ੇ ਬਦਲ ਗਏ, ਸਾਡੇ ਨਾਟਕਾਂ ਦੇ ਵਿਸ਼ੇ ਬਦਲ ਗਏ। ਕਿਹਾ ਜਾ ਸਕਦਾ ਕਿ ਨਾਵਲ ਥੋੜਾ ਜਿਹਾ ਵੱਡਕਾਰੀ ਰਚਨਾ ਹੁੰਦੀ ਆ, ਜ਼ਰੂਰ ਨਾਵਲ ਦੇ ਵਿੱਚ ਵੀ ਇਹ ਪ੍ਰਗਟਾਵੇ ਆਉਣਗੇ। ਭਾਵਾਂ ਨਾਵਲ ਦੇ ਵਿੱਚ ਪਹਿਲਾਂ ਵੀ ਇਹਦੀਆਂ ਕਣਸੋਆਂ ਜਾਂ ਇਹਦੀਆਂ ਇਸ਼ਾਰੇ ਤਾਂ ਮਿਲ ਰਹੇ ਸੀ, ਕਹਾਣੀ ਦੇ ਵਿੱਚ ਇਹਦੇ ਇਸ਼ਾਰੇ ਤਾਂ ਮਿਲ ਰਹੇ ਸੀ, ਪਰ ਜਿੰਨੀ ਤੇਜ਼ੀ ਨਾਲ ਮੈਨੂੰ ਨਹੀਂ ਲੱਗਦਾ ਕਿ ਇਸ ਸਮੇਂ ਕੋਈ ਇੱਕ ਵੀ ਕਵੀ ਹੋਵੇਗਾ ਜਾਂ ਇੱਕ ਵੀ ਕੋਈ ਗੀਤਕਾਰ ਹੋਊਗਾ ਕਿ ਜਿਸ ਨੇ ਇਸ ਵਿਸ਼ੇ ਉੱਤੇ ਕੁਝ ਨਾ ਕੁਝ ਜ਼ਰੂਰ ਲਿਖਿਆ ਹੈ। ਵੱਡੀ ਪੱਧਰ ਤੇ ਕਵਿਤਾ ਲਿਖੀ ਗਈ ਆ, ਗੀਤ ਲਿਖੇ ਗਏ ਆ। ਕਹਾਣੀ ਬਾਰੇ ਤਾਂ ਬਲਦੇਵ ਸਿੰਘ ਜ਼ਿਆਦਾ ਗੱਲਬਾਤ ਕਰਨਗੇ। ਮੈਂ ਜਿਸ ਗੱਲ ਕਰਨੀ ਚਾਹੁੰਦਾ ਹੈ ਕਿ ਵਾਰਤਕ, ਬਹੁਤ ਹੀ ਖੂਬਸੂਰਤ ਵਾਰਤਕ ਲਿਖੀ ਗਈ ਹੈ। ਉਹ ਜਿਹੜੀ ਵਾਰਤਕ ਲਿਖੀ ਗਈ ਆ ਉਹ ਵਾਰਤਕ ਇੱਕ ਤਰ੍ਹਾਂ ਨਾਲ ਇੱਕ ਉਹ ਵਾਰਤਕ ਆ ਕਿ ਜਿਹੜੀ ਬੌਧਿਕ ਪੱਧਰ ਤੇ, ਆਰਥਿਕ ਪੱਧਰ ਤੇ, ਰਾਜਨੀਤਿਕ ਪੱਧਰ ਤੇ ਵਿਸ਼ਲੇਸ਼ਣ ਕਰਦੀ ਆ, ਜਿਹੜੇ ਅਖਬਾਰਾਂ ਦੇ ਲੇਖਾਂ ਦੇ ਰੂਪ ਵਿੱਚ ਆਈ ਆ। ਪਰ ਇਸ ਦੇ ਨਾਲ ਹੀ ਸੂਖਮ ਕਲਾਤਮਕ ਵਾਰਤਕ ਵੀ ਆਈ ਆ, ਜਿਸ ਤਰ੍ਹਾਂ ਕਿ ਲਗਭਗ ਮੇਰਾ ਖਿਆਲ ਆ 3 ਦੇ ਕਰੀਬ, ਸ਼ਾਇਦ 4 ਦੇ ਕਰੀਬ ਆ ਜਿਹੜੇ ਪਾਤਰ ਸਾਹਿਬ ਦੇ ਕਾਲਮ ਪੜ੍ਹੇ ਆ ਕਿ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੀ ਵਾਪਰ ਰਿਹਾ ਹੈਗਾ ਅੱਜ ਦੇ ਸਮਾਜ 'ਚ ਉਸ ਨੂੰ ਕਵਿਤਾ ਦੇ ਹਵਾਲੇ ਦੇ ਨਾਲ ਇਹ ਸਮਝਿਆ ਹੈਗਾ। ਸਵਰਾਜ ਵੀਰ ਦੇ ਜਿਹੜੀਆਂ ਸੰਪਾਦਕੀਆਂ ਉਹ ਜਿਹਨੂੰ ਕਹਿ ਸਕਦੇ ਆ ਕਿ ਵਿਸ਼ਲੇਸ਼ਣ ਤਾਂ ਕਰਦੀਆਂ ਹੀ ਕਰਦੀਆਂ, ਨਾਲ ਦੀ ਨਾਲ ਉਹਨਾਂ ਵਿੱਚ ਸਾਹਿਤਕ ਪੁੱਠ ਵੀ ਹੁੰਦੀ ਹੈ। ਇਸ ਦੇ ਨਾਲ ਹੀ ਇਸ ਸਮੇਂ ਹੀ ਕਿ ਐਡਿਟ ਕੀਤੀਆਂ ਕਵਿਤਾ ਦੀਆਂ ਕਿਤਾਬਾਂ ਸਾਹਮਣੇ ਆਈਆਂ। ਲਖਵਿੰਦਰ ਜੌਹਲ ਹੋਰਾਂ ਦੀ, ਮੋਹਨ ਤਿਆਗੀ ਦੀ, ਸਿਕੰਦਰ ਹੋਰਾਂ ਦੀ ਇੱਕ ਕਿਤਾਬ ਵੀ ਇਹਨਾਂ ਦਿਨਾਂ ਦੇ ਵਿੱਚ ਆਈ ਹੈਗੀ ਆ। ਤੇ ਜਿੱਥੋਂ ਤੱਕ ਗਾਇਕੀ ਦਾ ਮਕਸਦ ਹੈਗਾ, ਮੇਰਾ ਖਿਆਲ ਆ ਕਿ ਸਿਰਫ 2 ਗਾਇਕਾਂ ਨੂੰ ਛੱਡ ਕੇ ਤੇ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਕਿ ਇੱਕ ਤਾਂ ਭਾਜਪਾ ਦੀ ਕਿ ਜਿਹਨੂੰ ਕਹਿੰਦੇ ਟਿਕਟ ਤੇ MP ਬਣੇ ਹੋਏ ਆ, ਤੇ ਦੂਜੇ ਉਹਨਾਂ ਦੇ ਜਿਹਨੂੰ ਕਹਿ ਸਕਦੇ ਆ ਕੁੜਮ ਆ। ਬਾਕੀ ਕੋਈ ਮੇਰਾ ਖਿਆਲ ਗਾਇਕ ਨਹੀਂ ਗਾ ਕਿ ਜਿਹਨੇ ਇਸ ਵਿਸ਼ੇ ਤੇ ਨਹੀਂ ਲਿਖਿਆ। ਪਰ ਇਸ ਵਿਸ਼ੇ ਤੇ ਜਿਹੜੀ ਗੱਲ ਮੈਨੂੰ ਕਿਹਾ ਜਾ ਸਕਦਾ ਹੈ ਕਿ ਕੰਵਰ ਗਰੇਵਾਲ ਨੇ ਜਿਹੜੇ ਗੀਤ ਹਰਫ ਚੀਮੇ ਦੇ ਨਾਲ ਰਲ ਕੇ ਗਾਏ ਆ, ਉਹ ਇੱਕ ਤਰ੍ਹਾਂ ਦੇ ਕਿਸਾਨੀ ਦੇ ਐਂਥਮ ਬਣ ਚੁੱਕੇ ਹੈਗੇ ਆ। ਮੈਨੂੰ ਇਹ ਲੱਗਦਾ ਹੈਗਾ ਕਿ ਸ਼ਾਇਦ ਜਿਹੜੀ ਸਾਡੀ ਕਵਿਤਾ ਉਹ ਬਹੁਤ ਥੋੜੇ ਲੋਕਾਂ ਤੱਕ ਸੀਮਤ ਰਹਿ ਜਾਂਦੀ ਹੈ, ਉਹਦੇ ਤੇ ਰਿਐਕਸ਼ਨ ਵੀ ਬਹੁਤ ਘੱਟ ਆਉਂਦੇ ਆ। ਪਰ ਜਦੋਂ ਪਾਤਰ ਸਾਹਿਬ ਨੇ ਮੇਲਾ ਕਵਿਤਾ ਲਿਖੀ
ਤਾਂ ਉਸ ਕਵਿਤਾ ਦੇ ਉੱਤੇ ਰਿਐਕਸ਼ਨ ਵੀ ਬੜੀ ਵੱਡੀ ਪੱਧਰ ਤੇ ਆਏ ਤੇ ਉੱਥੋਂ ਇਹ ਜਾਪ ਰਿਹਾ ਹੈਗਾ ਕਿ ਇੱਕ ਜਿਹੜੀ ਸਾਡੀ ਆਲੋਚਨਾ ਜਾਂ ਜਿਹਨੂੰ ਅਸੀਂ ਕਹਿੰਦੇ ਆ ਕਿ ਉੱਤਰ ਪ੍ਰਤੀ ਉੱਤਰ, ਜਿਹੜਾ ਸੰਵਾਦੀ ਕਵਿਤਾ ਦੀ ਗੱਲ ਹੈਗੀ ਆ, ਉਹ ਸੰਵਾਦੀ ਕਵਿਤਾ ਲਿਖੀ ਜਾਣੀ ਸ਼ੁਰੂ ਹੋਈ। ਉੱਥੋਂ ਇਹ ਲੱਗ ਰਿਹਾ ਹੈਗਾ ਕਿ ਪੰਜਾਬ ਦਾ ਸਾਹਿਤਕਾਰ ਇਸ ਵੇਲੇ ਕਿਸਾਨੀ ਅੰਦੋਲਨ ਨਾਲ ਤੇ ਕਿਸਾਨੀ ਅੰਦੋਲਨ ਤੋਂ ਉਪਜਣ ਵਾਲੇ ਸਾਹਿਤ ਨਾਲ ਬੜਾ ਨੇੜਿਓਂ ਜੁੜਿਆ ਹੋਇਆ। ਇਸ ਸੰਬੰਧ ਦੇ ਵਿੱਚ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੇ ਸਾਡੇ ਸਾਹਿਤਕਾਰ ਆ, ਜਿਹੜੇ ਕਲਾਕਾਰ ਆ, ਉਹ ਕੇਵਲ ਲੇਖ ਹੀ ਨਹੀਂ ਰਹਿ ਗਏ, ਸਗੋਂ ਖੁਦ ਉਹ ਉੱਥੇ ਕਿਸਾਨ ਅੰਦੋਲਨ ਦੇ ਬਾਰਡਰਾਂ ਤੇ ਜਾ ਰਹੇ ਆ ਜਿੱਥੇ ਅੰਦੋਲਨ ਮੁੱਖ ਤੌਰ ਤੇ ਮਗਿਆ ਹੋਇਆ। ਮੈਨੂੰ ਇਹ ਬੜੀ ਖੂਬਸੂਰਤ ਗੱਲ ਲੱਗੀ ਕਿ ਸੁਖਵਿੰਦਰ ਅੰਮ੍ਰਿਤ ਆ ਜਿਹੜੀ, ਉਹ ਸਿਰਫ ਇਹ ਕਿ ਨਹੀਂ ਲਿਖ ਰਹੀ ਗੀ ਕਿ ਮੈਂ ਕਿ ਜ਼ਮਾਨਾ ਜਿਹੜਾ ਤੇਰੀ ਚਾਲ ਵੇਖਣ ਨੂੰ ਬੈਠਾ ਹੈਗਾ, ਉੱਥੇ ਉਹ ਖੁਦ ਜਾ ਕੇ ਰੋਟੀਆਂ ਪਕਾਉਂਦੀ ਦੀ ਮੈਂ ਕਿ ਵੀਡੀਓ ਸਾਹਮਣੇ ਆਈ। ਮੈਂ ਕਿ ਉਹ ਨਰੇਸ਼ ਟਕੈਤ ਨੂੰ ਮੈਂ ਕਿ ਜਿਹਨੂੰ ਕਹਿ ਸਕਦੇ ਆ ਕਿ ਪਾਣੀ ਪਿਆ ਰਹੀ ਹੈਗੀ ਆ, ਪੰਜਾਬ ਦਾ ਪਾਣੀ ਪਿਆ ਰਹੀ। ਇਹ ਆਪਣੇ ਆਪ ਦੇ ਵਿੱਚ ਕਿ ਜਿਹੜਾ ਇਹ ਮਿਹਣਾ ਸੀਗਾ ਕਿ ਜਿਹੜੇ ਪੰਜਾਬ ਦੇ ਸਾਹਿਤਕਾਰ ਆ ਉਹ ਘਰਾਂ ਚੋਂ ਨਹੀਂ ਨਿਕਲਦੇ, ਰਜਾਈਆਂ 'ਚ ਬੈਠੇ ਰਹਿੰਦੇ ਆ, ਘੋਲਦੇ ਅਗਵਾਨੂ ਨਹੀਂ ਹੁੰਦੇ। ਮੇਰਾ ਖਿਆਲ ਆ ਕਿ ਇਹ ਗੱਲ ਵੀ ਇਹਦੇ ਨਾਲ ਵੱਖਰੀ ਕਿਸਮ ਦੀ ਆ ਕਿ ਪੰਜਾਬ ਦੇ ਸਾਹਿਤਕਾਰ ਆਪੋ ਆਪਣੀਆਂ ਜਥੇਬੰਦੀਆਂ ਦੇ ਰਾਹੀਂ ਵੀ, ਵਿਅਕਤੀਗਤ ਪੱਧਰ ਤੇ ਵੀ, ਤੇ ਆਪਣੀਆਂ ਸਾਹਿਤਕ ਰਚਨਾਵਾਂ ਦੇ ਰਾਹੀਂ ਵੀ, ਤੇ ਸਰੀਰਕ ਤੌਰ ਤੇ ਹਾਜ਼ਰ ਹੋ ਕੇ ਵੀ ਇਹ ਸਾਰੇ ਕਾਸੇ ਦੇ ਵਿੱਚ ਭਾਗ ਲੈ ਰਹੇ ਆ। ਅਗਲੀ ਜਿਹੜੀ ਗੱਲ ਹੈਗੀ ਆ ਕਿ ਜਿਹੜੀ ਗਾਇਕੀ ਦੇ ਉੱਤੇ ਜ਼ਿਆਦਾ ਜਿਹੜਾ ਦੋਸ਼ ਸੀਗਾ ਉਹ ਦੂਰ ਹੋਇਆ ਕਿ ਉਹ ਸਿਰਫ ਅਸ਼ਲੀਲਤਾ ਨੂੰ, ਨਸ਼ਿਆਂ ਨੂੰ, ਅਸੀਂ ਬਹੁਤ ਆਪਣੀ ਸੰਸਥਾ ਵੱਲੋਂ ਵੀ ਇਸ ਪੰਜਾਬ ਆਰਟਸ ਕੌਂਸਲ ਵੱਲੋਂ ਵੀ ਬੜੇ ਸੈਮੀਨਾਰ ਕੀਤੇ, ਪਰ ਇਹ ਕਿ ਜਦੋਂ ਸਮਾਜ ਦੀ ਤੋਰ ਬਦਲ ਜਾਂਦੀ ਹੈ ਤੇ ਉਹ ਗੈਂਗਸਟਰਾਂ ਵਾਲੇ ਜਿਹੜੇ ਗਾਣੇ ਆ ਉਹ ਸਾਰੇ ਗਾਇਬ ਹੋ ਗਏ, ਜਿਹੜੇ ਨਸ਼ਿਆਂ ਵਾਲੇ ਗਾਣੇ ਆ ਉਹ ਗਾਇਬ ਹੋ ਗਏ। ਉਹਦੀ ਥਾਂ ਤੇ ਮੈਂ ਕਿ ਨਵੇਂ ਕਿਸਮ ਦਾ ਗਾਣਾ ਆ ਗਿਆ। ਮੈਨੂੰ ਲੱਗਦਾ ਕਿ ਪੰਜਾਬੀ ਚੇਤਨਾ ਬਦਲ ਰਹੀ ਹੈ। ਸੱਭਿਆਚਾਰ ਦਾ ਵਿਦਿਆਰਥੀ ਹੋਣ ਕਰਕੇ ਮੈਨੂੰ ਨਹੀਂ ਪਤਾ ਕਿ ਮੈਂ ਕਿੰਨਾ ਕੁ ਸਮਾਂ ਬੋਲਣਾ, ਪਰ ਸੱਭਿਆਚਾਰ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਕੁਝ ਗੱਲਾਂ ਜ਼ਰੂਰ ਕਰਨੀਆਂ ਚਾਹੁੰਦਾ ਹੈ ਕਿ ਸੱਭਿਆਚਾਰ ਦੇ ਵਿੱਚ ਸਾਡੇ ਵੱਡੀ ਤਬਦੀਲੀ ਆਈ ਆ ਤੇ ਮੈਂ ਇਸ ਤਬਦੀਲੀ ਨੂੰ ਕੁਝ ਇਸ ਤਰ੍ਹਾਂ ਦੇਖਦਾ ਹਾਂ ਕਿ ਸਾਡੇ ਸੱਭਿਆਚਾਰ ਦੀਆਂ ਕੁਝ ਚੰਗੀਆਂ ਕਦਰਾਂ ਕੀਮਤਾਂ ਸੀਗੀਆਂ। ਚੰਗੀਆਂ ਕਦਰਾਂ ਕੀਮਤਾਂ ਸਾਡੀਆਂ ਜਿਹੜੀਆਂ ਉਹ ਇੱਕ ਤਰ੍ਹਾਂ ਨਾਲ ਦੱਬੀਆਂ ਗਈਆਂ ਸੀ ਜਾਂ ਅਸੀਂ ਉਹਦੇ ਤੋਂ ਭਟਕ ਗਏ ਸੀ। ਇਸ ਅੰਦੋਲਨ ਦੇ ਨਾਲ ਉਹ ਜਿਹੜੀਆਂ ਦੱਬੀਆਂ ਕਦਰਾਂ ਕੀਮਤਾਂ ਉਹ ਮੁੜ ਜਾਗਰਤ ਹੋ ਗਈਆਂ। ਉਸ ਸੰਬੰਧੀ ਮੈਂ ਇੱਕ ਲੇਖ ਵੀ ਅੱਖਰ ਦੇ ਵਿੱਚ ਲਿਖਿਆ ਹੈਗਾ, ਜਿਸ ਤਰ੍ਹਾਂ ਮੈਨੂੰ ਲੱਗਦਾ ਹੈਗਾ ਕਿ ਇਹ ਤਾਂ ਅਸੀਂ ਕਹਿੰਦੇ ਆ ਕਿ ਅਸੀਂ ਸਬਰ ਜਾਂ ਸ਼ਾਂਤੀ ਪਸੰਦ ਲੋਕ ਹੈਗੇ ਆ, ਤੇ ਬਿਨਾਂ ਸ਼ੱਕ ਅਸੀਂ ਸਬਰ ਜਾਂ ਸ਼ਾਂਤੀ ਪਸੰਦ ਹੈਗੇ ਆ। ਚਾਹੇ ਅਹਿੰਸਾ ਨੂੰ ਮਹਾਤਮਾ ਗਾਂਧੀ ਨਾਲ ਜੋੜਿਆ ਜਾਂਦਾ, ਪਰ ਇਹ ਆਪਾਂ ਜਾਣਦੇ ਹੈਗੇ ਆ ਕਿ ਉਸ ਤੋਂ ਵੀ ਪਹਿਲਾਂ ਜਿਹੜੀ ਅਕਾਲੀ ਲਹਿਰ ਨੇ ਗੁਰਦੁਆਰੇ ਆਜ਼ਾਦ ਕਰਾਉਣ ਦੀ ਲਹਿਰ ਚਲਾਈ ਸੀ, ਉਸ ਵਿੱਚ ਜਿਸ ਕਿਸਮ ਦੀ ਸ਼ਾਂਤੀ ਦਿਖਾਈ ਦਿੰਦੀ ਸੀਗੀ, ਜਿਸ ਕਿਸਮ ਨਾਲ ਬੰਦੇ ਡਾਂਗਾਂ ਖਾਂਦੇ ਸੀਗੇ, ਜਿਸ ਤਰ੍ਹਾਂ ਬੰਦੇ ਗ੍ਰਿਫਤਾਰੀਆਂ ਦਿੰਦੇ ਸੀਗੇ, ਉਹ ਆਪਣੇ ਆਪ ਦੇ ਵਿੱਚ ਮਿਸਾਲ ਸੀਗੀ। ਲਗਭਗ ਉਸ ਕਿਸਮ ਦੀ ਸਬਰ ਸ਼ਾਂਤੀ ਹੀ ਦਿਖਾਈ ਦੇ ਰਹੀ ਆ ਹੁਣ ਵੀ। ਇਹ ਸਬਰ ਸ਼ਾਂਤੀ ਦਾ ਜਿਹੜਾ ਪਿਛੋਕੜ ਆ ਸਾਡਾ, ਉਹ ਪੰਜਵੇਂ ਪਾਤਸ਼ਾਹ ਨਾਲ ਵੀ ਜੁੜਦਾ ਹੈ ਤੇ ਨੌਵੇਂ ਪਾਤਸ਼ਾਹ ਨਾਲ ਵੀ ਜੁੜਦਾ ਹੈ। ਦੂਸਰੇ ਪਾਸੇ ਇਹ ਕਿ ਜਦੋਂ ਜ਼ੁਲਮ ਦੀ ਅੱਤ ਹੋ ਜਾਏ, ਜਦੋਂ ਬੋਲਣ ਦਾ ਵੇਲਾ ਹੋਵੇ, ਤਾਂ ਉਹ ਗੁਰੂ ਨਾਨਕ ਪਾਤਸ਼ਾਹ ਨੇ ਚਾਹੇ ਬਾਬਰ ਨੂੰ ਵੰਗਾਰਿਆ ਹੋਵੇ, ਤੇ ਚਾਹੇ ਉਹ ਸੱਚ ਕੀ ਬੇਲਾ ਸੱਚ ਸੁਨਾਈਸੀ ਹੋਵੇ, ਤੇ ਚਾਹੇ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਮਨਪਸੰਦ ਸ਼ੇਅਰ ਹੋਵੇ ਕਿ ਚੂੰ ਕਰੇ ਹਮ ਹੀਲ ਤੇ ਜ਼ਰ ਗੁਜ਼ਸ਼ਤ ਵਾਰਾ, ਫੇਰ ਮਤਲਬ ਕਿ ਜਦੋਂ ਮੁਸੀਬਤ ਆ ਜਾਵੇ, ਜਦੋਂ ਗਲ ਹੀ ਪੈ ਜਾਵੇ, ਤਾਂ ਫਿਰ ਲਾਜ਼ਮੀ ਤੌਰ ਤੇ ਜਿਹੜਾ ਪੰਜਾਬੀ ਉਹ ਉੱਠਦਾ ਹੈ। ਤੇ ਇਹ ਗੁਣ ਜਿਹੜਾ ਵੱਡੀ ਪੱਧਰ ਤੇ ਆਇਆ ਕਿ ਜਦੋਂ ਇਹ ਕਿਹਾ ਜਾ ਲੱਗਦਾ ਕਿ ਬਾਣ ਲੱਗੇ ਆ ਤभी ਰੋਸ ਜਾਗੇ ਆ ਕਿ ਜਦੋਂ ਇਹ ਫਾਰਮ ਕਾਨੂੰਨ ਆਏ ਤਾਂ ਜਿਹੜੀ ਕਿਸਾਨ ਕਮਿਊਨਿਟੀ ਆ ਉੱਠ ਖੜੀ ਹੋਈ, ਤੇ ਪਹਿਲਾਂ ਉਹਨੇ ਹਾਲ ਦੀ ਘੜੀ ਉਹ ਸਬਰ ਦਿਖਾ ਰਹੀ ਆ, ਜ਼ਬਰ ਦੇ ਵਿਰੁੱਧ ਸਬਰ ਦਿਖਾ ਰਹੀ ਆ, ਪਰ ਇਹਦਾ ਪੱਖ ਇਹ ਆ ਕਿ ਇਹਦਾ ਲੜਾਕੂ ਜਾਂ ਜਿਹੜਾ ਸੰਘਰਸ਼ੀ ਵਿਰਸਾ ਉਹ ਪਿੱਛੇ ਖੜਾ ਹੈ। ਦੂਸਰਾ ਕਿ ਜਦੋਂ ਵੱਡੇ ਅੰਦੋਲਨ ਚੱਲਦੇ ਆ ਤਾਂ ਉਹਦੇ ਵਿੱਚ ਇੱਕ ਵੱਡੀ ਸਮੱਸਿਆ ਆ ਜਾਂਦੀ ਆ ਕਿ ਜਿਹੜੇ ਵਿਅਕਤੀ ਆ ਉਹ ਆਪਣੇ ਤੇ ਦੂਜੇ ਦੇ ਵਿੱਚ ਵੱਡਾ ਫਰਕ ਕਰ ਲੈਂਦੇ ਆ। ਪਰ ਇਸ ਅੰਦੋਲਨ ਦੀ ਇਹ ਖੂਬਸੂਰਤੀ ਆ ਕਿ ਸਰਕਾਰ ਭਾਵੇਂ ਕੁਝ ਮਰਜ਼ੀ ਆਖੀ ਜਾਵੇ, ਕਿਸਾਨ ਆਪ ਸਰਕਾਰ ਨੂੰ ਆਪਣੀ ਸਰਕਾਰ ਕਹਿੰਦੇ ਆ, ਤੇ ਜਿਹੜੇ ਬਾਕੀ ਉਹਨਾਂ ਦਾ ਰਾਹ ਰੋਕਣ ਲਈ ਖੜੇ ਹੁੰਦੇ ਆ ਉਹਨਾਂ ਲਈ ਵੀ ਭਾਈ ਕਨ੍ਹਈਆ ਬਣ ਕੇ ਬੋੜਦੇ ਆ, ਤੇ ਉਹਨਾਂ ਨੂੰ ਵੀ ਉਹ ਉਸੇ ਤਰ੍ਹਾਂ ਲੰਗਰ ਛਕਾਉਂਦੇ ਆ।
ਇੱਥੋਂ ਇਹ ਲੱਗਦਾ ਹੈ ਕਿ ਜਿਹੜੀਆਂ ਸਾਡੀਆਂ ਵੱਡੀਆਂ ਕਦਰਾਂ ਕੀਮਤਾਂ ਸੀ ਉਹਨਾਂ ਦਾ ਪੁਨਰ ਅਥਾਨ ਹੋ ਰਿਹਾ। ਜਿਸ ਤਰ੍ਹਾਂ ਇਹ ਸੀਗਾ ਕਿ ਆਮ ਕਰਕੇ ਕਿਹਾ ਜਾਂਦਾ ਹੈ ਕਿ ਵੀ ਨਵੇਂ ਜਿਹੜਾ ਯੁੱਗ ਆ ਜਾਂ ਆਧੁਨਿਕ ਯੁੱਗ ਹੈਗਾ, ਕਿਉਂਕਿ ਪੁਰਾਣੇ ਬੰਦੇ ਘੱਟ ਪੜ੍ਹੇ ਸੀ, ਨਵੇਂ ਪੜ੍ਹੇ ਲਿਖੇ ਸੀਗੇ, ਤੇ ਨਵੇਂ ਬੰਦੇ ਕਹਿੰਦੇ ਤੁਹਾਨੂੰ ਮੋਬਾਈਲ ਨਹੀਂ ਚਲਾਉਣਾ ਆਉਂਦਾ, ਤੁਹਾਨੂੰ ਇਹ ਨਹੀਂ ਸੀ, ਕਿ ਬੁੜਿਆਂ ਦੀ ਜਾਂ ਬਜ਼ੁਰਗਾਂ ਦੀ ਜਾਂ ਪੁਰਾਣੀ ਪੀੜ੍ਹੀ ਦੀ ਇੱਜ਼ਤ ਘਟ ਗਈ। ਇਸ ਅੰਦੋਲਨ ਨੇ ਇਸ ਮੁੱਲ ਨੂੰ ਮੁੜ ਸਥਾਪਿਤ ਕੀਤਾ, ਜਿਹਨੂੰ ਕਿਹਾ ਜਾਂਦਾ ਕਿ ਪੂਰਬੀ ਮੁੱਲ ਹੈਗਾ, ਕਿ ਜਿੱਥੇ ਬਜ਼ੁਰਗਾਂ ਦੀ ਜਿਹੜੀ ਵਿਜ਼ਡਮ ਹੈਗੀ ਆ ਉਹਦਾ ਸਤਿਕਾਰ ਕੀਤਾ ਜਾਂਦਾ ਸੀ, ਤੇ ਇਹਦੇ ਵਿੱਚ ਵੀ ਉਹ ਸਤਿਕਾਰ ਕੀਤਾ ਜਾ ਰਿਹਾ। ਭਾਵੇਂ ਕਿਤੇ ਕਿਤੇ ਸਾਨੂੰ ਇਹ ਵੀ ਲੱਗਦਾ ਹੈਗਾ ਕਿ ਦੋਹਾਂ ਦਰਮਿਆਨ ਇੱਕ ਤਣਾਅ ਜਿਹਾ ਬਣ ਰਿਹਾ ਹੈਗਾ, ਪਰ ਇਹ ਤਣਾਅ ਸਰਕਾਰ ਦਾ ਬਣਾਇਆ ਹੋਇਆ ਹੈਗਾ ਜਾਂ ਰਾਜਸੀ ਲੋਕਾਂ ਨੇ ਇਸ ਤਣਾਅ ਨੂੰ ਹਵਾ ਦਿੰਦੇ ਆ। ਬੁਨਿਆਦੀ ਤੌਰ ਤੇ ਜਿਹੜੇ ਨੌਜਵਾਨ ਹੈਗੇ ਉਹਨਾਂ ਦਾ ਜੋਸ਼ ਤੇ ਜਿਹੜੇ ਬਜ਼ੁਰਗ ਪੀੜ੍ਹੀ ਆ ਉਹਨਾਂ ਦਾ ਹੋਸ਼ ਇੱਕ ਦੂਜੇ ਨਾਲ ਕਰਿੰਗੜੀ ਪਾ ਕੇ ਅੱਗੇ ਚੱਲ ਰਹੇ ਆ। ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਪੰਜਾਬੀ ਸੱਭਿਆਚਾਰ ਦੀਆਂ ਜਿਹੜੀਆਂ ਬੁਨਿਆਦੀ ਕਦਰਾਂ ਕੀਮਤਾਂ ਉਹਨਾਂ ਦਾ ਪੁਨਰਉਥਾਨ ਹੋ ਰਿਹਾ। ਉਹਦੇ ਜਿਹੜਾ ਲੰਗਰ ਨੂੰ ਹਾਲ ਦੀ ਘੜੀ ਅਸੀਂ ਸਿਰਫ ਗੁਰਦੁਆਰਾ ਸਾਹਿਬ ਦੇ ਵਿੱਚ ਬਾਕੀ ਕਿਸੇ ਧਾਰਮਿਕ ਸਮਾਗਮ ਤੋਂ ਬਾਅਦ ਵਰਤਿਆ ਜਾਣ ਵਾਲਾ ਭੋਜਨ ਹੀ ਮੰਨਿਆ ਹੋਇਆ ਸੀਗਾ। ਉੱਥੇ ਜਿਹੜਾ ਲੰਗਰ ਆ ਹੁਣ ਉਹ ਆਪਣੇ ਵਿਸ਼ਾਲ ਅਰਥਾਂ ਦੇ ਵਿੱਚ ਆ ਜਿਹੜਾ ਉਹ ਆ ਰਿਹਾ ਹੈਗਾ, ਕਿ ਲੰਗਰ ਕੇਵਲ ਭੋਜਨ ਦਾ ਹੀ ਨਹੀਂ, ਉਹ ਕਿਤਾਬਾਂ ਦਾ ਲੰਗਰ ਵੀ ਲੱਗ ਰਿਹਾ, ਕੇਵਲ ਕਿਤਾਬਾਂ ਦਾ ਲੰਗਰ ਹੀ ਨਹੀਂ ਲੱਗ ਰਿਹਾ, ਸਗੋਂ ਇਹ ਲੰਗਰ ਸ਼ਬਦ ਹੀ ਜਿਹੜਾ ਬਹੁਤ ਵਿਸਥਾਰ ਗ੍ਰਹਿਣ ਕਰ ਗਿਆ ਹੈਗਾ। ਮੈਨੂੰ ਇਹ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਕਿ ਇਸ ਅੰਦੋਲਨ ਨਾਲ ਜਿਹੜੇ ਪੰਜਾਬੀ ਸੱਭਿਆਚਾਰ ਦੀਆਂ ਮੌਲਿਕ ਕਦਰਾਂ ਕੀਮਤਾਂ ਹੈਗੀਆਂ, ਕਿ ਦੂਸਰੇ ਦੇ ਹਿੱਤਾਂ ਲਈ ਖੜਨਾ, ਆਪਣੇ ਹੱਕਾਂ ਦੇ ਲਈ ਖੜਨਾ, ਜ਼ਬਰ ਦਾ ਸਬਰ ਨਾਲ ਟਾਕਰਾ ਕਰਨਾ ਤੇ ਨਿਰੰਤਰਤਾ ਬਣਾਈ ਰੱਖਣੀ, ਇਹ ਪੁਨਰ ਜਾਗਰਤ ਹੋਈਆਂ। ਤੇ ਉਸੇ ਤਰਜ਼ ਤੇ ਹੀ ਸਾਡੇ ਨਾਟਕ ਇੰਨੇ ਕੀਤੇ ਜਾ ਰਹੇ ਹੈਗੇ ਆ। ਸ਼ਾਇਦ ਹੀ ਕਦੇ ਇੰਨੇ ਨਾਟਕ ਇੱਕ ਸਮੇਂ ਹੀ ਹੋ ਰਹੇ ਹੋਣ। ਤੇ ਸਾਰੇ ਨਾਟਕਾਂ ਦਾ ਜਿਹੜਾ ਵਿਸ਼ਾ ਹੈ ਉਹ ਕਿਸਾਨੀ ਹੈ। ਜਿਹੜੇ ਕਿਸਾਨੀ ਸੰਬੰਧਿਤ ਨਾਟਕ ਸੀਗੇ, ਚਾਹੇ ਉਹ ਚਰਨਦਾਸ ਸਿੱਧੂ ਦੇ ਹੋਣ, ਚਾਹੇ ਜਮੇਰ ਔਲਖ ਦੇ ਹੋਣ, ਚਾਹੇ ਗੁਰਸ਼ਰਨ ਸਿੰਘ ਦੇ ਹੋਣ, ਉਹ ਵੀ ਹੀ ਨਹੀਂ ਦੁਬਾਰਾ ਖੇਡੇ ਜਾ ਰਹੇ, ਸਗੋਂ ਨਵੇਂ ਨਾਟਕ ਵੀ ਲਿਖੇ ਜਾ ਰਹੇ ਆ। ਤੇ ਮੈਨੂੰ ਲੱਗਦਾ ਹੈ ਕਿ ਕਵਿਤਾ ਦੇ ਵਿੱਚ, ਗੀਤਾਂ ਦੇ ਵਿੱਚ, ਗਜ਼ਲ ਦੇ ਵਿੱਚ ਤੇ ਵਾਰਤਕ ਦੇ ਵਿੱਚ ਤੇ ਨਾਟਕਾਂ ਦੇ ਵਿੱਚ ਤਾਂ ਬਹੁਤ ਵੱਡੀ ਪੱਧਰ ਤੇ ਨਵੇਂ ਵਿਸ਼ੇ ਆਏ ਨੇ। ਹਾਂ, ਨਾਵਲ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਕਿਉਂਕਿ ਨਾਵਲ ਸਮਾਂ ਮੰਗਦਾ, ਛਪਣ ਦੇ ਵਿੱਚ ਵੀ ਉਹ ਜ਼ਰੂਰ ਹਜੇ ਕਿਹਾ ਜਾ ਸਕਦਾ ਕਿ ਉਹਦਾ ਸਾਡੇ ਕੋਲ ਪ੍ਰਮਾਣ ਨਹੀਂ ਮਿਲਿਆਗਾ, ਪਰ ਲੱਗਦਾ ਹੈ ਕਿ ਜਲਦੀ ਹੀ ਉਹ ਰੂਪ ਵੀ ਸਾਹਮਣੇ ਆਉਣਗੇ। ਮੈਨੂੰ ਇਹ ਲੱਗਦਾ ਹੈ ਕਿ ਕਿਸਾਨ ਅੰਦੋਲਨ ਆਰਥਿਕ ਤੌਰ ਤੇ ਮਾੜਾ ਹੋਊਗਾ, ਉਹਦੀ ਵੱਖਰੀਆਂ ਗੱਲਾਂ ਹੋਣਗੀਆਂ, ਪਰ ਆਪਣੇ ਆਪ ਦੇ ਵਿੱਚ ਇਹ ਇੱਕ ਸ਼ੁਭ ਸ਼ਗਨ ਆ ਕਿ ਇਸ ਅੰਦੋਲਨ ਦੇ ਨਾਲ ਜਿਹੜੇ ਪੰਜਾਬੀ ਚੇਤਨਾ ਹੈ ਉਹ ਮੁੜ ਜਾਗਰਤ ਹੋਈ ਆ। ਤੇ ਪੰਜਾਬ ਨੂੰ ਇਹ ਮਾਣ ਮਿਲਿਆ ਕਿ ਇਸ ਸਮੇਂ ਜਿਹੜਾ ਸਾਰਾ ਭਾਰਤ ਆ ਉਹ ਅਗਵਾਈ ਦੇ ਲਈ ਪੰਜਾਬ ਵੱਲ ਝਾਕ ਰਿਹਾ ਹੈ, ਜਾਂ ਪੰਜਾਬ ਨੇ ਉਹ ਜਾਗ ਲਾਈ ਆ, ਕਿ ਜਿਹੜੀ ਜਾਗ ਇਹ ਵੀ ਕਿਹਾ ਜਾਂਦਾ ਹੈ ਕਿ ਦੇਸ਼ ਦੀ ਆਜ਼ਾਦੀ ਸਮੇਂ ਵੀ ਪੰਜਾਬੀ ਮੋਹਰੀ ਹੋ ਕੇ ਲੜੇ ਸੀ ਜਾਂ ਮੋਹਰੀ ਹੋ ਕੇ ਉਹਨਾਂ ਨੇ ਅਗਵਾਈ ਦਿੱਤੀ ਸੀ। ਉਹੀ ਰੋਲ ਆ ਜਿਹੜਾ ਉਹ ਹੁਣ ਜੇ ਫਾਸ਼ੀਵਾਦੀ ਤਾਕਤਾਂ ਦੇ ਖਿਲਾਫ, ਉਹ ਆਰਥਿਕ ਤੌਰ ਤੇ ਜਿਹੜਾ ਨਵ ਆਧਾਰਵਾਦ ਜਾਂ ਝੰਡੇ ਬਰਦਾਰਾਂ ਦੇ ਖਿਲਾਫ ਕਿ ਪੰਜਾਬ ਉਹ ਅਗਵਾਈ ਕਰ ਰਿਹਾ ਹੈਗਾ। ਮੈਨੂੰ ਇਸ ਵਿੱਚ ਬਿੱਲ ਵਾਪਸ ਹੋਣ ਨਾ ਵਾਪਸ ਹੋਣ, ਇਹਦੇ ਵਿੱਚ ਮੈਨੂੰ ਇਹ ਵੀ ਦਿਖਾਈ ਦੇ ਰਿਹਾ ਕਿ ਕਿਤੇ ਨਾ ਕਿਤੇ ਜਿੰਨੀ ਵੱਡੀ ਪੱਧਰ ਤੇ ਚਿੰਤਨ ਹੋਇਆ, ਜਿੰਨੀ ਵੱਡੀ ਪੱਧਰ ਤੇ ਸੋਚਿਆ ਗਿਆ, ਪੰਜਾਬੀਆਂ ਦਾ ਜੀਵਨ ਜਾਚ ਵੀ ਬਦਲੂਗੀ। ਜਿਸ ਤਰ੍ਹਾਂ ਔਰਤਾਂ ਨੂੰ ਅੱਗੇ ਲਾਇਆ ਗਿਆ ਹੈਗਾ, ਔਰਤਾਂ ਘਰਾਂ ਚੋਂ ਬਾਹਰ ਆਈਆਂ, ਜਿਹੜੀਆਂ ਕਿ ਪਹਿਲਾਂ ਇਹ ਸਮਝਿਆ ਜਾਂਦਾ ਸੀਗਾ ਕਿ ਸਿਰਫ ਸੇਵਾ ਸੈਕਟਰ ਦੇ ਵਿੱਚ ਤਾਂ ਔਰਤਾਂ ਆ ਜਾਂਦੀਆਂ ਸੀਗੀਆਂ, ਕੋਈ ਨਰਸਾਂ ਜਾਂ ਅਧਿਆਪਕ ਜਾਂ ਕਰਮਚਾਰੀ ਕਲਰਕ ਵਗੈਰਾ ਸਟ੍ਰਾਈਕ ਕਰ ਦਿੰਦੀਆਂ ਸੀਗੀਆਂ, ਜਾਂ ਉਹ ਆਗੂ ਰੋਲਾਂ 'ਚ ਆ ਜਾਂਦੀਆਂ ਸੀ। ਪਰ ਕਿਸਾਨੀ ਸੰਘਰਸ਼ ਦੇ ਵਿੱਚ ਵੱਡੀ ਪੱਧਰ ਤੇ ਜਿਵੇਂ ਟਰੈਕਟਰ ਚਲਾਏ, ਜਿਵੇਂ ਖੇਤੀ ਦਾ ਕੰਮ ਸਾਂਭਿਆ, ਆਪਣੇ ਆਪ ਦੇ ਵਿੱਚ ਇਹ ਵੀ ਇੱਕ ਵੱਡਾ ਕੰਮ ਹੈਗਾ ਕਿ ਸਾਡੀ ਚੇਤਨਾ ਬਦਲ ਰਹੀ, ਸਾਡੀ ਸੋਚ ਬਦਲ ਰਹੀ ਹੈ, ਸਾਡਾ ਸਮਾਜ ਬਦਲ ਰਿਹਾ ਹੈ। ਮੈਂ ਘੱਟੋ ਘੱਟ ਇਸ ਦ੍ਰਿਸ਼ ਨੂੰ ਇਸ ਰੂਪ ਦੇ ਵਿੱਚ ਦੇਖਦਾ। ਮੈਨੂੰ ਨਹੀਂ ਪਤਾ ਕਿ ਸਮਾਂ ਕਿੰਨਾ ਹੋ ਗਿਆ, ਮੇਰੇ ਕੋਲ ਗੱਲਾਂ ਬਹੁਤ ਨੇ, ਪਰ ਇੱਕ ਵਾਰ ਮੈਂ ਸਮਝਦਾ ਕਿ ਜੇ ਕੋਈ ਵੱਖਰਾ ਵਿਸ਼ਾ ਜਾਂ ਵੱਖਰਾ ਮਨ ਹੋਵੇ ਤਾਂ ਆਪਾਂ ਉਹਦੇ ਉੱਤੇ ਫਿਰ ਅੱਗੇ ਗੱਲ ਕਰਾਂਗੇ। ਇੱਕ ਵਾਰ ਤੁਸੀਂ ਮੈਨੂੰ ਮੌਕਾ ਦਿੱਤਾ, ਤੁਹਾਡਾ ਸਾਰਿਆਂ ਦਾ ਧੰਨਵਾਦ। ਸ਼ੁਕਰੀਆ ਡਾਕਟਰ ਬਰਾੜ ਜੀ। ਡਾਕਟਰ ਬਰਾੜ ਨੇ ਬਹੁਪੱਖੀ ਵਿਸ਼ਲੇਸ਼ਣ ਕੀਤਾ ਹੈ, ਜਿਹਦੇ ਵਿੱਚ ਸਾਹਿਤ ਦੀ ਭੂਮਿਕਾ ਤੇ ਨਾਲ ਦੀ ਨਾਲ ਅੱਜ ਜਿਹੜਾ ਉੱਥੇ ਗਾਇਆ ਜਾ ਰਿਹਾ, ਖਾਸ ਕਰਕੇ ਲਿਖਿਆ ਜਾ ਰਿਹਾ ਜਾਂ ਫਿਲਮਾਇਆ ਜਾ ਰਿਹਾ, ਵੀਡੀਓ ਵੀ ਬਹੁਤ ਆਈਆਂ, ਸਕਿੱਟਾਂ ਵੀ ਬਹੁਤ ਆਈਆਂ, ਸਕਿੱਟਾਂ ਦੇ ਵਿੱਚ ਵੀ ਟ੍ਰੈਜਡੀ ਹੈ, ਹਾਸਾ ਨਹੀਂ ਹੈ, ਔਰ ਨਾਲ ਦੀ ਨਾਲ ਲੋਕਾਂ ਨੇ ਨੁੱਕੜ ਨਾਟਕ, ਵੱਡੇ ਨਾਟਕ, ਬਹੁਤ ਕੁਝ ਉੱਥੇ ਡਾਕਟਰ ਬਰਾੜ ਨੇ
ਬੜੇ ਧਿਆਨ ਨਾਲ ਦੇਖਿਆ ਸਾਰਾ ਕੁਝ, ਫਿਰ ਪੜ੍ਹਿਆ ਸਾਰਾ ਕੁਝ, ਫਿਰ ਸਾਰਾ ਕੁਝ ਅੱਜ ਸਾਡੇ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਦਰਸ਼ਕ ਜੁੜੇ ਹੋਏ ਨੇ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਹੈ। ਸਾਨੂੰ ਮਾਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਵਿਦਵਾਨ ਔਰ ਸੂਝਵਾਨ ਵਿਦਵਾਨ, ਸਾਡੇ ਪਿਆਰੇ ਵਿਦਵਾਨ, ਸਾਡੇ ਸਤਿਕਾਰਤ ਵਿਦਵਾਨ ਪੰਜਾਬ ਕਲਾ ਪ੍ਰੀਸ਼ਦ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਤੋ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਹੈ। ਤੋ ਫਿਰ ਮਿਲਦੇ ਹਾਂ ਆਪਾਂ ਜਲਦੀ। ਤੇ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਬਲਦੇਵ ਸਿੰਘ ਧਾਲੀਵਾਲ ਹੋਰਾਂ ਨੂੰ। ਡਾਕਟਰ ਬਲਦੇਵ ਸਿੰਘ ਧਾਲੀਵਾਲ, ਜਿਵੇਂ ਕਿ ਪਾਤਰ ਸਾਹਿਬ ਨੇ ਵੀ ਦੱਸਿਆ, ਲੰਬੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਨਾਲ, ਸਾਹਿਤ ਨਾਲ ਵਾਬਸਤਗੀ ਰੱਖਦੇ ਨੇ। ਔਰ ਡਾਕਟਰ ਧਾਲੀਵਾਲ ਨੇ ਪੰਜਾਬੀ ਕਹਾਣੀ ਲਿਖੀ ਵੀ ਹੈ, ਪੰਜਾਬੀ ਕਹਾਣੀ ਦਾ ਇਤਿਹਾਸ ਵੀ ਲਿਖਿਆ ਹੈ। ਪੰਜਾਬੀ ਕਹਾਣੀ ਨੂੰ ਉਹਨਾਂ ਨੇ ਮਤਲਬ ਕਿਵੇਂ ਦੇਖਿਆ, ਨਿਰਖਿਆ, ਪਰਖਿਆ। ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ ਤੇ ਬਹੁਤ ਸੋਹਣੀ ਵਾਰਤਕ ਵੀ ਲਿਖੀ ਹੈ, ਸਫ਼ਰਨਾਮੇ ਵੀ ਲਿਖੇ ਹਨ। ਡਾਕਟਰ ਧਾਲੀਵਾਲ ਹੁਣ ਆਪਣੇ ਵਿਚਾਰ ਤੁਹਾਡੇ ਨਾਲ ਰੱਖਣਗੇ। ਇਸ ਅੰਦੋਲਨ ਦੇ ਸੰਬੰਧੀ ਉਹ ਕੀ ਸੋਚਦੇ ਨੇ, ਕਿਵੇਂ ਵਾਚਦੇ ਨੇ, ਜਿਵੇਂ ਡਾਕਟਰ ਬਰਾੜ ਹੋਰਾਂ ਨੇ ਐਨਾਲਿਸਿਸ ਕੀਤਾ ਹੈ, ਇਹਨਾਂ ਦਾ ਕੀ ਨਜ਼ਰੀਆ ਹੈ, ਇਹਨਾਂ ਦੀ ਜ਼ੁਬਾਨੀ ਸੁਣਦੇ ਹਾਂ। ਸਵਾਗਤ ਹੈ ਡਾਕਟਰ ਧਾਲੀਵਾਲ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਅਸੀਂ ਜਿਸ ਤਰ੍ਹਾਂ ਮੈਂ ਪਹਿਲੇ ਦਿਨ ਵੀ ਸ਼ਾਮਲ ਹੋਇਆ ਸੀ ਡਾਕਟਰ ਰੰਧਾਵਾ ਵਾਲੇ ਫੈਸਟੀਵਲ ਦੇ ਵਿੱਚ, ਤਾਂ ਅਸੀਂ ਉਸ ਵਿਅਕਤੀ ਨੂੰ, ਉਸ ਮਹਾਨ ਵਿਅਕਤੀ ਨੂੰ ਯਾਦ ਕਰ ਰਹੇ ਹਾਂ ਇਸ ਬਹਾਨੇ। ਤੇ ਇਹ ਸਬੱਬ ਦੀ ਗੱਲ ਹੈ ਜਾਂ ਕੁਦਰਤੀ ਹੈ ਕਿ ਇਸ ਵਾਰੀ ਜਦੋਂ ਉਹਨਾਂ ਦਾ ਇਹ ਦਿਹਾੜਾ ਆਇਆ ਤੇ ਨਾਲ ਕਿਸਾਨੀ ਸੰਘਰਸ਼ ਛਿੜਿਆ ਹੋਇਆ, ਤੇ ਇਸ ਕਰਕੇ ਹੁਣ ਜਿੰਨੀਆਂ ਵੀ ਸਰਗਰਮੀਆਂ ਹੋ ਰਹੀਆਂ ਪੰਜਾਬ ਦੇ ਵਿੱਚ, ਜਾਂ ਮੈਂ ਤਾਂ ਕਹੂੰਗਾ ਭਾਰਤ ਦੇ ਵਿੱਚ ਹੀ, ਉਹਨਾਂ ਸਾਰੀਆਂ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸਾਨੀ ਸੰਘਰਸ਼ ਦਾ ਜਿਹੜਾ ਅਸਰ ਉਹ ਹੈ। ਇਸ ਕਰਕੇ ਜਦੋਂ ਅਸੀਂ ਅੱਜ ਦੀ ਇਹ ਗੱਲਬਾਤ ਕਰ ਰਹੇ ਹੈਗੇ ਆ ਤਾਂ ਕੁਦਰਤੀ ਹੈ ਕਿ ਵੀ ਅਸੀਂ ਉਸ ਵਿਸ਼ੇ ਵੱਲ ਹੀ ਫੇਰ ਆਏ ਹਾਂ ਕਿ ਡਾਕਟਰ ਰੰਧਾਵਾ ਦੇ ਬਹਾਨੇ ਦੇ ਨਾਲ ਅਸੀਂ ਉਸ ਸੰਘਰਸ਼ ਦੇ ਵਿੱਚੋਂ ਜੋ ਪੰਜਾਬੀ ਦਾ ਸਾਹਿਤ ਨਿਕਲ ਰਿਹਾ ਉਹਦੀ ਗੱਲ ਕਰੀਏ। ਤਾਂ ਮੈਂ ਜਿਸ ਤਰ੍ਹਾਂ ਡਾਕਟਰ ਰਜਿੰਦਰਪਾਲ ਬਰਾੜ ਹੋਰਾਂ ਨੂੰ ਸੁਣ ਰਿਹਾ ਸੀ, ਕਿਉਂਕਿ ਉਹ ਬਹੁਤ ਹੀ ਸਾਡੇ ਸਿਆਣੇ ਸੂਝਵਾਨ ਵਕਤਾ ਹੈ, ਤੇ ਉਹਨਾਂ ਨੇ ਲਗਭਗ ਬਹੁਤ ਵਿਸਥਾਰ ਦੇ ਵਿੱਚ ਵੀ ਤੇ ਲਗਭਗ ਸਾਰੇ ਪੱਖਾਂ ਨੂੰ, ਜਿਸ ਕਿਸਮ ਦਾ ਵੀ ਸਾਹਿਤ ਲਿਖਿਆ ਜਾ ਰਿਹਾ ਹੈ ਉਹਦੇ ਸਾਰਿਆਂ ਪੱਖਾਂ ਨੂੰ ਛੂਹਣ ਦਾ ਯਤਨ ਕੀਤਾ, ਤੇ ਉਹਦੇ ਬਾਰੇ ਇੱਕ ਧਾਰਨਾ ਵੀ ਬੜੀ ਵਧੀਆ ਜਿਹੜੀ ਹੈ ਉਹ ਸਾਡੇ ਸਾਹਮਣੇ ਪੇਸ਼ ਕੀਤੀ ਹੈ। ਤਾਂ ਜੇ ਅਸੀਂ ਪੰਜਾਬੀ ਸਾਹਿਤ ਦੇ ਇਤਿਹਾਸ ਤੇ ਵੀ ਝਾਤੀ ਮਾਰੀਏ ਤਾਂ ਸਾਡੇ ਸਾਹਿਤ ਬਾਰੇ ਗੱਲ ਆਮ ਕਹੀ ਜਾਂਦੀ ਹੈਗੀ ਹੈ ਕਿ ਸਾਡੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਰਾਜਸੀ ਲਹਿਰ ਪੈਦਾ ਹੁੰਦੀ ਹੈ ਤੇ ਉਹਦੇ ਚੋਂ ਚੰਗਾ ਸਾਹਿਤ ਨਿਕਲਦਾ। ਤੇ ਪਿਛਲੇ ਸਮਿਆਂ ਦੇ ਵਿੱਚ ਹੋਇਆ ਇਹ ਕਿ ਜਦੋਂ ਨਕਸਲਬਾੜੀ ਲਹਿਰ ਤੋਂ ਬਾਅਦ ਤੇ ਉਸ ਤੋਂ ਬਾਅਦ ਪੰਜਾਬ ਸੰਕਟ ਦੀ ਲਹਿਰ ਤੋਂ ਬਾਅਦ ਇਹ ਸਮਝਿਆ ਜਾਂਦਾ ਸੀਗਾ ਕਿ ਵੀ ਸਾਡੇ ਲਹਿਰਾਂ ਦਾ ਜਿਹੜਾ ਲਹਿਰ ਕਿਉਂਕਿ ਕੋਈ ਹੈ ਨਹੀਂ ਗੀ, ਤੇ ਇਸ ਕਰਕੇ ਨਿੱਜੀ ਭਾਵਾਂ ਨੂੰ ਵਿਅਕਤ ਕਰਨ ਵਾਲਾ, ਨਿੱਜੀ ਭਾਵਾਂ ਨੂੰ ਪੇਸ਼ ਕਰਨ ਵਾਲਾ ਜਿਹੜਾ ਸਾਹਿਤ ਹੈ ਉਹ ਜਿਸ ਤਰ੍ਹਾਂ ਲਿਖਿਆ ਜਾ ਰਿਹਾ ਹੈਗਾ, ਤਾਂ ਉਹਦੇ ਚ ਜਿਸ ਤਰ੍ਹਾਂ ਪਹਿਲਾਂ ਡਾਕਟਰ ਰਜਿੰਦਰਪਾਲ ਹੋਰਾਂ ਨੇ ਵੀ ਗੱਲ ਕੀਤੀ ਹੈਗੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਲਹਿਰ ਸਾਡੇ ਸਾਹਮਣੇ ਆਉਂਦੀ ਹੈ ਤਾਂ ਸਭ ਤੋਂ ਵੱਧ ਜਿਹੜਾ ਸਾਹਿਤ ਲਿਖਿਆ ਜਾਂਦਾ ਉਹ ਆਮ ਤੌਰ ਤੇ ਰਾਜਸੀ ਚੇਤਨਾ ਦਾ ਸਾਹਿਤ ਲਿਖਿਆ ਜਾਂਦਾ। ਤੇ ਕੁਦਰਤੀ ਹੈਗਾ ਕਿ ਜਦੋਂ ਰਾਜਸੀ ਕੋਈ ਲਹਿਰ ਉੱਠਦੀ ਹੈ ਜਾਂ ਉਹਦਾ ਪ੍ਰਭਾਵ ਲੋਕਾਂ ਤੇ ਪੈਂਦਾ ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਹੈ ਕਿ ਉਹਨੂੰ ਜੇ ਕੋਈ ਵਿਧਾ ਜਾਂ ਰੂਪਾਕਾਰ ਉਹਨੂੰ ਫੜਦਾ ਹੈ ਤਾਂ ਉਹ ਗੀਤ ਹੈ। ਗੀਤ ਬਹੁਤ ਜ਼ਿਆਦਾ ਲਿਖੇ ਜਾ ਰਹੇ ਆ, ਔਰ ਪਹਿਲਾਂ ਜਦੋਂ ਇਹ ਲਹਿਰ ਸਾਡੀ ਇੱਥੋਂ ਪੰਜਾਬ ਤੋਂ ਲੰਘ ਕੇ ਉਸ ਤੋਂ ਬਾਅਦ ਜਦੋਂ ਦਿੱਲੀ ਦੇ ਵਿੱਚ ਵੀ ਪਹੁੰਚੀ ਤਾਂ ਜਿਵੇਂ ਡਾਕਟਰ ਰਜਿੰਦਰਪਾਲ ਹੋਰਾਂ ਨੇ ਜ਼ਿਕਰ ਕੀਤਾ ਤਾਂ ਗੀਤ ਖਾਸ ਤੌਰ ਤੇ ਕੰਵਰ ਗਰੇਵਾਲ ਜਿਹੜਾ ਹੈ ਉਹ ਕੇਂਦਰੀ ਰੂਪ ਦੇ ਵਿੱਚ ਉੱਭਰਿਆ ਕਿ ਉਹਦੇ ਗੀਤ ਇਸ ਤਰ੍ਹਾਂ ਮਸ਼ਹੂਰ ਹੋਏ ਕਿ ਸਾਰੇ ਲੋਕਾਂ ਨੇ ਪਸੰਦ ਵੀ ਕੀਤੇ ਔਰ ਉਹਨਾਂ ਨੂੰ ਜੋਸ਼ ਦੇਣ ਵਾਲੇ ਗੀਤ ਵੀ ਉਹ ਹੈ ਨੇ। ਤਾਂ ਉਹਨਾਂ ਗੀਤਾਂ, ਕਿਉਂਕਿ ਗੀਤ ਇੱਕ ਇਸ ਤਰ੍ਹਾਂ ਦੀ ਵਿਧਾ ਹੈ ਔਰ ਪੰਜਾਬੀਆਂ ਦੀ ਹਰਮਨ ਪਿਆਰੀ, ਮੈਂ ਤਾਂ ਇਹਨੂੰ ਕਹਿੰਦਾ ਹੁੰਦਾ ਕਿ ਪੰਜਾਬੀਆਂ ਦੀ ਸਭ ਤੋਂ ਵੱਧ ਜਿਹੜੀ ਹੈ ਹਰਮਨ ਪਿਆਰੀ ਵਿਧਾ ਹੈਗੀ ਆ ਗੀਤ। ਤੇ ਇਸ ਕਰਕੇ
ਗੀਤ ਦੇ ਵਿੱਚ ਸਭ ਤੋਂ ਪਹਿਲਾਂ ਲਹਿਰ ਗੀਤ ਦੇ ਰਾਹੀਂ ਸਾਡੇ ਸਾਹਮਣੇ ਵੀ ਆਉਂਦੀ ਹੈ, ਔਰ ਉਹਨੂੰ ਸਰੋਤੇ ਜਿਹੜੇ ਹੈਗੇ ਆ ਉਹ ਸਭ ਤੋਂ ਵੱਧ ਹੁੰਗਾਰਾ ਵੀ ਦਿੰਦੇ ਹੈਗੇ ਆ। ਤਾਂ ਜਿਵੇਂ ਡਾਕਟਰ ਰਜਿੰਦਰਪਾਲ ਹੋਰਾਂ ਨੇ ਜ਼ਿਕਰ ਕੀਤਾ ਕਿ ਉਸ ਤੋਂ ਇਲਾਵਾ ਸਾਡੇ ਡਾਇਰੀ ਲਿਖੀ ਜਾ ਰਹੀ ਹੈਗੀ ਆ, ਸਾਡੇ ਇੱਥੋਂ ਤੱਕ ਕਿ ਮੈਂ ਤਾਂ ਕਹੂੰਗਾ ਕਿ ਫੇਸਬੁੱਕ ਦੀਆਂ ਜਿਹੜੀਆਂ ਲੰਬੀਆਂ ਪੋਸਟਾਂ ਉਹ ਵੀ ਸਾਹਿਤਕ ਰੰਗਣ ਵਾਲੀਆਂ ਪੋਸਟਾਂ ਸਾਡੇ ਸਾਹਮਣੇ ਆ ਰਹੀਆਂ। ਤੁਸੀਂ ਵੀਡੀਓ ਦਾ ਜ਼ਿਕਰ ਵੀ ਕੀਤਾ ਹੈਗਾ, ਤਾਂ ਬਹੁਤ ਸਾਰੇ ਰੂਪ ਜਿਹੜੇ ਸਾਡੇ ਸਾਹਮਣੇ ਇਸ ਤਰ੍ਹਾਂ ਆ ਰਹੇ ਆ। ਪਰ ਜਿਵੇਂ ਪਹਿਲਾਂ ਵੀ ਇਹ ਗੱਲ ਹੋ ਚੁੱਕੀ ਹੈ ਕਿ ਜਿਹੜਾ ਨਾਵਲ ਜਾਂ ਕਹਾਣੀ ਹੈ ਇਹ ਤਟਫਟ ਸਾਡੇ ਸਾਹਮਣੇ ਨਹੀਂ ਆਉਂਦੀ, ਕਿਉਂਕਿ ਇਹਦੇ ਵਾਸਤੇ ਜਿਹੜੀ ਵੀ ਲਹਿਰ ਚੱਲ ਰਹੀ ਹੈਗੀ ਆ, ਜਿਵੇਂ ਹੁਣ ਸਾਡਾ ਕਿਸਾਨ ਸੰਘਰਸ਼, ਕਿਸਾਨ ਮੋਰਚਾ ਚੱਲ ਰਿਹਾ, ਉਹ ਪਹਿਲਾਂ ਉਹਨੂੰ ਆਤਮਸਾਤ ਲੇਖਕ ਕਰਨਗੇ, ਉਹਦੇ ਇੱਕ ਤੋਂ ਵੱਧ ਪਸਾਰ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਅੰਦਰ ਵਸਾਉਣਗੇ, ਉਹਨਾਂ ਬਾਰੇ ਫਿਰ ਗੱਲਬਾਤ ਸ਼ੁਰੂ ਹੋਊਗੀ। ਤਾਂ ਇਹ ਜਾਣੀ ਅਜੇ ਤੱਕ ਕੋਈ ਬਹੁਤ ਹੀ ਇਸ ਤਰ੍ਹਾਂ ਦਾ, ਜਿਵੇਂ ਨਾਵਲ ਉਹਨਾਂ ਨੇ ਜ਼ਿਕਰ ਕੀਤਾ ਕਿ ਨਾਵਲ ਕੋਈ ਵੇਖਣ ਨੂੰ ਅਜੇ ਨਹੀਂ ਮਿਲਿਆ। ਕਹਾਣੀਆਂ ਵੀ ਕੋਈ ਉਸ ਤਰ੍ਹਾਂ ਦੀਆਂ ਉਲੇਖਯੋਗ ਜਿਹਨੂੰ ਆਪਾਂ ਕਹੀਏ ਕਿ ਜਿਨ੍ਹਾਂ ਦੇ ਵਿੱਚ ਮਾੜੇ ਮੋਟੇ ਕੋਈ ਵੇਰਵਾ ਆ ਜੇ ਤਾਂ ਵੱਖਰੀ ਗੱਲ ਹੈ, ਪਰ ਕੋਈ ਇਸ ਤਰ੍ਹਾਂ ਦੀ ਉਲੇਖਯੋਗ ਕੋਈ ਵੱਡੇ ਕੈਨਵਸ ਵਾਲੀ ਕਹਾਣੀ, ਜਿਵੇਂ ਆਪਾਂ ਵੇਖਦੇ ਹਾਂ ਕਿ ਪੰਜਾਬ ਸੰਕਟ ਵੇਲੇ ਜਿਸ ਤਰ੍ਹਾਂ ਬਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਆਈਆਂ ਸੀਗੀਆਂ, ਉਸ ਤਰ੍ਹਾਂ ਦੀ ਅਜੇ ਕਹਾਣੀ ਜਿਹੜੀ ਹੈ ਉਹ ਸਾਡੇ ਸਾਹਮਣੇ ਨਹੀਂ ਬਹੁਤੀ ਜਿਹੜੀ ਹੈਗੀ ਹੈ। ਉਹ ਚਾਹੇ ਅਸੀਂ ਸੋਸ਼ਲ ਮੀਡੀਆ ਤੇ ਵੇਖਦੇ ਹਾਂ, ਚਾਹੇ ਉਹ ਬਹੁਤੀ ਕਵਿਤਾ ਜਾਂ ਗੀਤ ਹੀ ਲਿਖੇ ਜਾਂਦੇ ਆ ਤੇ ਜਾਂ ਵਾਰਤਕ ਲਿਖੀ ਜਾ ਰਹੀ ਹੈ। ਜਿਵੇਂ ਪਹਿਲਾਂ ਜ਼ਿਕਰ ਹੋਇਆ ਕਿ ਡਾਕਟਰ ਸੁਰਜੀਤ ਪਾਤਰ ਹੋਰਾਂ ਨੇ ਵੀ ਜਿਹੜੇ ਕਾਲਮ ਵੀ ਲਿਖੇ ਹੈਗੇ ਆ, ਉਹ ਬਹੁਤ ਟ੍ਰਿਬਿਊਨ ਦੇ ਵਿੱਚ ਛਪੇ, ਔਰ ਬਹੁਤ ਚੰਗੀ ਜਿਹੜੀ ਹੈਗੀ ਹੈ ਇੱਕ ਤਰ੍ਹਾਂ ਨਾਲ ਪ੍ਰਗੀਤਕ ਕਿਸਮ ਦੀ ਜਿਹੜੀ ਵਾਰਤਕ ਹੈਗੀ ਹੈ, ਜਿਹੜੀ ਤੁਹਾਨੂੰ ਬਹੁਤ ਖਿੱਚ ਪਾਉਂਦੀ ਹੈ ਤੇ ਬਹੁਤ ਤੁਹਾਨੂੰ ਨਾਲ ਜੋੜਦੀ ਹੈ। ਕਿਉਂਕਿ ਮੈਂ ਸੋਚਦਾ ਕਿ ਜਿਹੜਾ ਸਾਹਿਤ ਹੈ ਇਹਦਾ ਸਭ ਤੋਂ ਪ੍ਰਮੁੱਖ ਕਾਰਨ ਜਿਹੜਾ ਹੈ ਭਾਸ਼ਣਾਂ ਤੋਂ ਤੇ ਦੂਜਿਆਂ ਤੋਂ ਇਲਾਵਾ ਇਹੀ ਹੁੰਦਾ ਹੈ ਕਿ ਵੀ ਇਹ ਪਾਠਕ ਦੇ ਅਹਿਸਾਸ ਨੂੰ ਜਗਾਉਂਦਾ। ਜਿਹੜੀਆਂ ਗਿਆਨਾਤਮਕ ਗੱਲਾਂ ਉਹ ਤਾਂ ਅਸੀਂ ਆਰਟੀਕਲਾਂ ਦੇ ਰੂਪ ਦੇ ਵਿੱਚ ਵੀ ਪੜ੍ਹਦੇ ਹਾਂ, ਉਹ ਅਸੀਂ ਡਿਸਕਸ਼ਨਾਂ ਦੇ ਰੂਪ ਦੇ ਵਿੱਚ ਵੀ ਦੇਖ ਲੈਂਦੇ ਹਾਂ, ਉਹ ਤੁਸੀਂ ਅਖਬਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਆਰਟੀਕਲ ਜਾਂ ਇਸ ਤਰ੍ਹਾਂ ਦੀਆਂ ਡਿਸਕਸ਼ਨਾਂ ਬਹੁਤ ਛਪ ਰਹੀਆਂ, ਔਰ ਉਹ ਮੀਡੀਆ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਆ ਰਹੀਆਂ। ਤੇ ਤਟਫਟ ਦੇ ਰੂਪ ਦੇ ਵਿੱਚ ਜਿਹੜੀ ਹੈਗੀ ਆ ਉਹ ਕਵਿਤਾ ਜਾਂ ਗਜ਼ਲ ਜਾਂ ਸ਼ੇਰ, ਛੋਟੇ ਛੋਟੇ ਅੱਜ ਕੱਲ ਕਿਸੇ ਨੂੰ ਇੱਕ ਸ਼ੇਰ ਸੁਝਦਾ ਤੇ ਉਹਨੂੰ ਵੀ ਉਹ ਹਾਈਲਾਈਟ ਰੂਪ ਦੇ ਵਿੱਚ ਜਿਹੜਾ ਹੈ ਸਾਡੇ ਸਾਹਮਣੇ ਰੱਖ ਦਿੰਦਾ, ਔਰ ਉਹਨੂੰ ਵੀ ਓਡਾ ਹੀ ਭਰਮਾ ਹੁੰਗਾਰਾ ਜਿਹੜਾ ਹੈ ਉਹ ਮਿਲਦਾ। ਤਾਂ ਵਾਰਤਕ ਖਾਸ ਤੌਰ ਤੇ, ਕਿਉਂਕਿ ਕੋਈ ਵੀ ਜਿਹੜਾ ਵਿਅਕਤੀ ਹੈਗਾ ਉਹ ਬਿਨਾਂ ਬਹੁਤੀ ਟ੍ਰੇਨਿੰਗ ਤੋਂ ਉਹ ਆਪਣੇ ਜਿਹੜੀ ਹੈਗੀ ਆ ਆਪਣੇ ਭਾਵਾਂ ਨੂੰ ਪੇਸ਼ ਕਰ ਸਕਦਾ ਹੁੰਦਾ ਇਹਦੇ 'ਚ, ਤਾਂ ਇਸ ਕਰਕੇ ਕੁਦਰਤੀ ਹੈਗੀ ਹੈ ਕਿ ਵਾਰਤਕ ਜ਼ਿਆਦਾ ਸਾਹਮਣੇ ਆ ਰਹੀ ਹੈਗੀ ਆ। ਪਰ ਕੁਛ ਨਾਟਕ ਖਾਸ ਤੌਰ ਤੇ ਕੁਛ ਇੱਕ ਪਾਤਰੀ ਨਾਟਕ ਵੀ ਜਿਹੜੇ ਹੈਗੇ ਆ ਉਹ ਵੀ ਸਾਡੇ ਸਾਹਮਣੇ ਆਏ ਆ। ਇਹਨਾਂ ਦਿਨਾਂ ਦੇ ਵਿੱਚ ਹੀ ਮੈਂ ਆਪ ਇੱਕ, ਹਾਲਾਂਕਿ ਮੇਰਾ ਉਹ ਖੇਤਰ ਨਹੀਂ ਗਾ ਨਾਟਕ, ਪਰ ਕਿਉਂਕਿ ਮੈਂ ਪਿੱਛੇ ਜਦੋਂ ਮੇਰੀ ਕਹਾਣੀ ਕਾਰਗਿਲ ਤੇ ਨਾਟਕ ਬਣਿਆ ਸੀ ਸਾਡਾ ਜੱਗੋ ਸੀਰ ਮੁੱਕਿਆ, ਕਿਉਂਕਿ ਉਹ ਕਹਾਣੀ ਕਿਸਾਨੀ ਖੁਦਕਸ਼ੀਆਂ ਨਾਲ ਸੰਬੰਧਿਤ ਸੀਗੀ, ਇਸ ਕਰਕੇ ਜਿਹੜਾ ਉਹਦੇ ਤੇ ਨਾਟਕ ਡਾਕਟਰ ਨਵਨਿੰਦਰਾ ਬਹਿਲ ਨੇ ਬਣਾਇਆ ਸੀ ਉਹ ਵੀ ਜਿਹੜਾ ਹੈਗਾ ਉਹਨਾਂ ਨੇ ਉਹਦੇ 'ਚ ਹੋਰ ਇੰਪਰੋਵਾਈਜ਼ ਕਰਕੇ ਉਹਨੂੰ ਬਿਲਕੁਲ ਕੁਛ ਉਹਦੇ ਨਾਲ ਕਿਸਾਨੀ ਸੰਕਟ ਦੀਆਂ ਗੱਲਾਂ, ਕਿਸਾਨੀ ਔਰ ਦੀਆਂ ਵੀ ਜੋੜ ਲਿਆ। ਜਦੋਂ ਉਸ ਨਾਟਕ ਨੂੰ ਤੁਸੀਂ ਦੇਖੋਗੇ ਜਾਂ ਉਸ ਕਹਾਣੀ ਨੂੰ ਪੜ੍ਹੋਗੇ ਤਾਂ ਤੁਹਾਡੇ ਮਨ ਦੇ ਵਿੱਚ, ਹਰੇਕ ਪਾਠਕ ਜਾਂ ਦਰਸ਼ਕ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਕੀ ਇਹ ਲੋਕ ਖੁਦਕਸ਼ੀਆਂ ਵੱਲ ਦਾ ਰਾਹ ਹੀ ਅਪਣਾਈ ਰੱਖਣਗੇ ਜਾਂ ਇਹ ਸੰਘਰਸ਼ ਦੇ ਰਾਹ ਵੱਲ ਜਾਣਗੇ। ਤਾਂ ਉਸ ਨਾਟਕ ਦੇ ਵਿੱਚ ਡਾਕਟਰ ਨਵਨਿੰਦਰਾ ਬਹਿਲ ਨੇ ਅੰਤ ਤੇ ਇਹ ਉਹਦੇ ਵਿੱਚ ਵਾਧਾ ਕੀਤਾ ਜਿਹੜਾ ਕਿ ਮੇਰੀ ਕਹਾਣੀ ਦੇ ਵਿੱਚ ਨਹੀਂ ਸੀ, ਕਿ ਉਹਦੇ ਵਿੱਚ ਨਾਟਕ ਦੇ ਅੰਤ ਤੇ ਉਹ ਸਾਰੇ ਦੇ ਸਾਰੇ ਜਿਹੜੇ ਖੁਦਕਸ਼ੀਆਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਕਰ ਚੁੱਕੇ ਆ ਉਹ ਸਾਰੇ ਦੇ ਸਾਰੇ ਸਟੇਜ ਤੇ ਵਾਰੀ-ਵਾਰੀ ਆਉਂਦੇ ਆ ਔਰ ਉਹ ਲੜਨ ਦਾ
ਸੰਘਰਸ਼ ਕਰਨ ਦਾ ਜਿਹੜਾ ਹੈਗਾ ਉਹ ਨਿਸ਼ਚਾ ਕਰਕੇ ਸਾਹਮਣੇ ਆਉਂਦੇ ਆ। ਇਸੇ ਕਹਾਣੀ ਦੇ ਉੱਤੇ ਹੀ ਜਦੋਂ ਉਸ ਤੋਂ ਬਾਅਦ ਬਲਵਿੰਦਰ ਬੁਲਟ ਨੇ ਇਹਦਾ ਨਾਟਕੀ ਰੂਪਾਂਤਰਨ ਕੀਤਾ, ਨਾਟਕੀ ਰੂਪ ਬਣਾਇਆ, ਤਾਂ ਉਹਨੇ ਉਹਦਾ ਨਾਂ ਹੀ ਮਿਰਜ਼ਾ ਰੱਖਿਆ ਕਿ ਜਿਹਦਾ ਮੁੱਖ ਤੌਰ ਤੇ ਉਹਦਾ ਤਬਦੀਲੀ ਦਾ ਕਾਰਨ ਹੀ ਇਹ ਸੀਗਾ ਕਿ ਵੀ ਹੁਣ ਜਿਹੜੀ ਕਿਸਾਨੀ ਹੈਗੀ ਹੈ ਉਹ ਖੁਦਕਸ਼ੀਆਂ ਨੂੰ ਨਹੀਂ ਪਹਿਲ ਦੇਊਗੀ, ਬਲਕਿ ਉਹ ਹੁਣ ਸੰਘਰਸ਼ ਵਾਲੇ ਪਾਸੇ ਨੂੰ ਜਾਊਗੀ। ਜਾਣੀ ਮੈਂ ਇਹ ਰੈਫਰੈਂਸ ਇਸ ਕਰਕੇ ਦਿੱਤਾ ਹੈ ਕਿ ਇਹਦਾ ਮਤਲਬ ਹੈ ਕਿ ਜਿਹੜਾ ਲੇਖਕ ਹੈਗਾ ਉਹ ਕਿਤੇ ਨਾ ਕਿਤੇ ਆਮ ਬੰਦੇ ਤੋਂ, ਆਮ ਪਾਠਕ ਦਰਸ਼ਕ ਤੋਂ ਥੋੜਾ ਅੱਗੇ ਜਾ ਕੇ ਸੋਚ ਸਕਦਾ ਹੁੰਦਾ, ਉਹ ਸੰਭਾਵੀ ਯਥਾਰਥ ਨੂੰ ਵੀ ਥੋੜਾ ਵੇਖ ਸਕਦਾ ਹੁੰਦਾ। ਤੇ ਇਸ ਕਰਕੇ ਇਹਨਾਂ ਨਾਟਕਕਾਰਾਂ ਨੇ ਇਸ ਗੱਲ ਨੂੰ ਮਹਿਸੂਸ ਕਰ ਲਿਆ, ਵੇਖ ਲਿਆ ਕਿ ਕਿਸੇ ਨਾ ਕਿਸੇ ਦਿਨ ਅਜਿਹਾ ਜ਼ਰੂਰ ਆਊਗਾ ਕਿ ਜਿਹੜਾ ਕਾਰਪੋਰੇਟ ਮਾਡਲ ਜਿਹੜਾ ਸਾਡੇ ਤੇ ਲੱਦਿਆ ਜਾ ਰਿਹਾ, ਜਿਹਦੇ ਕਿਸਾਨੀ ਤੇ ਇੰਨਾ ਅਸਰ ਪੈ ਰਿਹਾ ਕਿ ਵੀ ਲੋਕ ਖੁਦਕਸ਼ੀਆਂ ਦੇ ਰਾਹ ਪਾਏ ਹੋਏ ਆ ਔਰ ਉਹਨਾਂ ਨੂੰ ਜਿਹੜਾ ਹੈ ਹੋਂਦ ਦੀ ਲੜਾਈ ਲੜਨੀ ਪੈ ਰਹੀ ਹੈ, ਉਹਨਾਂ ਦਾ ਜੀਵਨ ਜਿਹੜਾ ਹੈ ਇਸ ਕਦਰ ਦੁੱਭਰ ਹੋਇਆ ਪਿਆ। ਤਾਂ ਉਹਨਾਂ ਨੇ ਇਹ ਭਾਂਪ ਲਿਆ ਕਿ ਵੀ ਨਹੀਂ, ਖੁਦਕਸ਼ੀਆਂ ਹੀ ਨਹੀਂ, ਕਦੇ ਨਾ ਕਦੇ ਜਿਹੜਾ ਸਾਡਾ ਲੇਖਕ ਇਹ ਗੱਲ ਜਾਣ ਗਿਆ ਕਿ ਵੀ ਇਹ ਜਿਹੜਾ ਕਿਸਾਨ ਹੈ ਇਹ ਕਿਤੇ ਨਾ ਕਿਤੇ ਸੰਘਰਸ਼ ਦੇ ਰਾਹ ਵੀ ਪਊਗਾ। ਤਾਂ ਉਹ ਨਾਟਕ ਵੀ ਅਜੇ ਖੇਡੇ ਜਾ ਰਹੇ ਹੈਗੇ ਆ। ਤਾਂ ਉਹਦੇ ਚੋਂ ਹੀ ਮੈਂ ਜਿਹੜਾ ਮੇਰੇ ਕੋਲੇ ਕੁਝ ਸਕ੍ਰਿਪਟਾਂ ਉਹ ਪਈਆਂ ਸੀ, ਕੁਝ ਮੈਂ ਕਿਤੇ ਮੇਰੇ ਕੋਲੇ ਹੋਰ ਸਕ੍ਰਿਪਟਾਂ ਜਿਹੜੀਆਂ ਮੇਰੀ ਕਹਾਣੀ ਤੇ ਸੀਗੀਆਂ, ਤਾਂ ਮੈਂ ਸੋਚਿਆ ਕਿ ਵੀ ਮੈਂ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਇਹਨਾਂ ਚੀਜ਼ਾਂ ਦੀ ਲੋੜ ਵੀ ਹੈ ਔਰ ਉਹਨਾਂ ਨਾਟਕਾਂ ਨੂੰ ਖੇਡਣ ਦੀ ਲੋੜ ਵੀ ਹੈ, ਤਾਂ ਮੈਂ ਇੱਕ ਆਪ ਕਿਤਾਬ ਸੰਪਾਦਿਤ ਕੀਤੀ, ਕਾਗਾ ਚੁੱਗ ਗਏ ਖੇਤ, ਜਿਹਦੇ ਚ ਜਿਹੜੇ ਦੇ ਨਾਂ ਤੋਂ ਹੀ ਜਿਹੜਾ ਹੈ ਸਪਸ਼ਟ ਹੈ ਇਹ ਨਵਨਿੰਦਰਾ ਬਹਿਲ ਨੇ ਹੀ ਜਿਹੜਾ ਹੈ ਇਹ ਨਾਟਕ ਦਾ ਕਹਾਣੀ ਤੇ ਹੀ ਬਣਾਇਆ ਸੀ। ਤਾਂ ਕਾਗਾ ਜਿਹੜਾ ਹੈਗਾ ਉਹ ਉਸੇ ਦਾ ਰੂਪਾਂਤਰਨ ਹੈ ਉਹ ਸਾਡੀ ਕਹਾਣੀ ਦਾ। ਤਾਂ ਕਹਿਣ ਤੋਂ ਭਾਵ ਹੈ ਕਿ ਉਹ ਜਿਹੜੀ ਇੱਕ ਚੇਤਨਾ ਜਿਹਦੇ ਤੇ ਪਹਿਲਾਂ ਪੰਜਾਬੀ ਕਹਾਣੀ ਵੀ ਇਸ ਤਰ੍ਹਾਂ ਲਿਖੀ ਜਾ ਰਹੀ ਸੀ ਔਰ ਨਾਟਕ ਵੀ ਇਸ ਤਰ੍ਹਾਂ ਲਿਖਿਆ ਜਾ ਰਿਹਾ ਸੀ ਕਿ ਜਿਹਦੇ ਚ ਸੰਘਰਸ਼ ਦੀ ਗੱਲ ਪੈਰੀਫੇਰੀ ਤੇ ਸੀ ਜਾਂ ਬਹੁਤ ਮੱਧਮ ਸੀ, ਤੇ ਜਿਹੜੀ ਗੱਲ ਸੀਗੀ ਖੁਦਕਸ਼ੀਆਂ ਵਾਲੀ ਜਾਂ ਤਰਾਸਦੀ ਦੀ ਜਾਂ ਅੰਤ ਦੁਖਾਂਤ ਦੀ, ਤੇ ਉਹ ਜਿਹੜੀ ਹੈਗੀ ਸੀਗੀ ਉਹ ਮੂਹਰੇ ਵਿਚਰ ਰਹੀ ਸੀਗੀ। ਜਿਸ ਤਰ੍ਹਾਂ ਅਸੀਂ ਜੇ ਮੈਂ ਇੱਕ ਕਹਾਣੀ ਦਾ ਜ਼ਿਕਰ ਕਰਾਂ, ਬੜੀ ਲੰਬੀ ਕਹਾਣੀ ਆ ਔਰ ਬੜੀ ਵਧੀਆ ਕਹਾਣੀ ਵੀ ਹੈ ਬਲਜਿੰਦਰ ਨਸਰਾਲੀ ਦੀ, ਜੇ ਆਪਣੀ ਬਿਰਥਾ ਕਹੂੰ। ਉਹਦਾ ਜਿਹੜਾ ਕਿਸਾਨ ਹੈਗਾ ਉਹ ਜਿੰਨੇ ਕਿਸਾਨੀ ਨੂੰ ਸੁਝਾਏ ਜਾਂਦੇ ਹੈਗੇ ਆ ਕਿ ਵੀ ਕਿਸਾਨੀ ਜਿਹੜਾ ਆਹ ਧੰਦਾ ਅਪਣਾ ਕੇ ਬਚ ਸਕਦੀ ਹੈਗੀ ਹੈ, ਕਿਸਾਨੀ ਖੇਤੀ ਨੂੰ ਇਸ ਤਰ੍ਹਾਂ ਕਰੇ ਤਾਂ ਬਚ ਸਕਦੀ ਹੈਗੀ ਹੈ, ਕਿਸਾਨੀ ਆਪ ਦੀ ਫਸਲ ਆਪ ਵੇਚੇ, ਆਪਣੀ ਮੰਡੀ ਦੇ ਵਿੱਚ ਜਾ ਕੇ ਸਬਜ਼ੀਆਂ ਵੇਚੇ ਤਾਂ ਬਚ ਸਕਦੀ ਹੈ। ਜੇ ਇਹ ਕੋਈ ਹੋਰ ਇਸ ਤਰ੍ਹਾਂ ਦੇ ਕੋਈ ਮੁਰਗੀ ਪਾਲਣ, ਕੋਈ ਹੋਰ ਜਿਵੇਂ ਆਮ ਸੁਝਾਏ ਜਾਂਦੇ ਆ, ਇਸ ਤਰ੍ਹਾਂ ਦੇ ਰਸਤੇ ਤੇ ਪੈ ਜੇ, ਕੋਈ ਡਰਾਈਵਰੀ ਵਾਲਾ ਪੱਖ ਹੈ, ਕੋਈ ਹੋਰ ਜਿਹੜਾ ਫੌਜ ਦਾ ਪੱਖ ਹੈ, ਕੋਈ ਬਾਹਰ ਜਾਣ ਦਾ ਪੱਖ ਹੈਗਾ, ਜਿਹੜੇ ਕਿ ਸਾਰੇ ਪੰਜਾਬ ਦੀ ਕਿਸਾਨੀ ਉਹ ਸਾਰੇ ਦੇ ਸਾਰੇ ਧੰਦਿਆਂ ਵੱਲ ਜਾ ਵੇਖ ਵੀ ਰਹੀ ਹੈਗੀ ਆ ਔਰ ਆਪਣੇ ਆਪ ਨੂੰ ਬਚਾਉਣ ਲਈ ਇੱਕ ਜਦੋਜਹਿਦ ਕਰਦੀ ਵੀ ਨਜ਼ਰ ਆਉਂਦੀ ਹੈਗੀ ਆ। ਪਰ ਉਹ ਕਹਾਣੀ ਦਾ ਜਿਹੜਾ ਪਾਤਰ ਹੈਗਾ ਉਹ ਸਾਰੇ ਪਾਪੜ ਵੇਲਣ ਦਾ ਯਤਨ ਕਰਦਾ ਤਾਂ ਕਿ ਉਹਦੀ ਹੋਂਦ ਸਲਾਮਤ ਰਵੇ ਔਰ ਉਹ ਜਿਹੜਾ ਹੈਗਾ ਆਪਣੇ ਪਰਿਵਾਰ ਨੂੰ ਜਿਹੜਾ ਹੈ ਪਾਲ ਸਕੇ। ਪਰ ਉਹ ਕੋਈ ਵੀ ਖੇਤਰ ਜਿਹੜਾ ਹੈਗਾ ਉਹਦਾ ਸਹਾਈ ਨਹੀਂ ਹੁੰਦਾ, ਬਲਕਿ ਇੱਕ ਤੋਂ ਬਾਅਦ ਦੂਜੇ ਖੇਤਰ ਦੇ ਵਿੱਚ ਉਹ ਫੇਲ ਹੋਈ ਜਾਂਦਾ ਰਹਿੰਦਾ ਹੈ, ਤੇ ਜਿਹਦੇ ਕਰਕੇ ਉਹਦੀ ਆਪਦੀ ਵੀ ਜਿਹੜੀ ਹੋਂਦ ਖਤਰੇ ਦੇ ਵਿੱਚ ਪੈਂਦੀ ਹੈ ਤੇ ਉਹਦਾ ਪਰਿਵਾਰ ਵੀ ਜਿਹੜਾ ਹੈਗਾ ਸਾਨੂੰ ਉਹ ਮੰਦਹਾਲੀ ਵੱਲ ਜਾਂਦਾ ਨਜ਼ਰ ਆਉਂਦਾ ਹੈਗਾ। ਤਾਂ ਉਹਦੇ ਤੇ ਅੰਤ ਤੇ ਵੀ ਜਿਹੜਾ ਹੈਗਾ ਭਾਵੇਂ ਇੱਕ ਜਿਵੇਂ ਟੈਗ ਲਾਈਨ ਹੁੰਦੀ ਹੈਗੀ ਹੈ ਕਿਸੇ ਵੀ ਗੱਲ ਦੀ, ਅੰਤ ਤੇ ਇੰਨੀ ਕੁ ਗੱਲ ਤਾਂ ਜ਼ਰੂਰ ਸੀਗੀ ਕਿ ਵੀ ਮੈਂ ਹੁਣ ਆਪਣੇ ਜਿਹੜਾ ਹੈ ਬੰਦਾ ਬਣ ਕੇ ਪੈਰਾਂ ਤੇ ਖੜੂੰਗਾ, ਆਪਣੀ ਰੀੜ੍ਹ ਦੀ ਹੱਡੀ ਨੂੰ ਸੰਭਾਲੂੰਗਾ ਤੇ ਮੈਂ ਜਾਨੀ ਇਸ ਪਾਸੇ ਨੂੰ ਜਾਊਂਗਾ। ਪਰ ਉਹ ਬਹੁਤ ਮੱਧਮ ਜਿਹੜਾ ਭਾਵ ਸੀਗਾ। ਬਾਕੀ ਸਾਰੀ ਕਹਾਣੀ ਤਰਾਸਦਿਕ ਜਾਂ ਟ੍ਰੈਜਡੀ ਦੀ ਗੱਲ ਜਿਹੜੀ ਹੈਗੀ ਸੀ ਉਹ ਕਰਦੀ ਸੀਗੀ। ਇਸੇ ਤਰ੍ਹਾਂ ਕੁਝ ਕਹਾਣੀਆਂ ਇਹੋ ਜਿਹੀਆਂ ਵੀ ਆਈਆਂ ਉਸ ਦੌਰ ਦੇ ਵਿੱਚ ਜਿਹੜੀਆਂ ਬਹੁਤ ਜ਼ਿਆਦਾ ਪ੍ਰਸਿੱਧ ਵੀ ਹੋਈਆਂ, ਜਿਵੇਂ ਕੇਸਰਾ ਰਾਮ ਦੀ ਕਹਾਣੀ ਬੁਲਬੁਲਿਆਂ ਦੀ ਕਾਸ਼ਤ ਆਈ ਸੀ,
ਜਿਹਦਾ ਕਿਸਾਨ ਬਲਕਿ ਚੇਤੰਨ ਵੀ ਹੈ, ਪੜ੍ਹਿਆ ਲਿਖਿਆ ਵੀ ਹੈ। ਔਰ ਉਹ ਕਮਾਲ ਦੀ ਗੱਲ ਹੈ ਕਿ ਕਾਰਪੋਰੇਟ ਮਾਡਲ ਹੈ ਜਿਹੜਾ ਸਾਨੂੰ ਦਿੱਤਾ ਗਿਆ, ਜਿਹਦੇ ਤੇ ਹੁਣ 3 ਕਾਨੂੰਨ ਵੀ ਜਿਹਦੇ ਤੇ ਆਏ ਹੈ ਕਿ ਵੀ ਸ਼ਾਇਦ ਇਹਦੇ ਨਾਲ ਤੁਹਾਡੀ ਆਮਦਨ ਦੁੱਗਣੀ ਹੀ ਨਹੀਂ ਬਲਕਿ ਤੁਸੀਂ ਇੰਟਰਪ੍ਰੀਨਿਓਰ ਬਣ ਜਾਓਗੇ, ਬਹੁਤ ਤੁਹਾਡੀ ਇਹਦੇ 'ਚ ਤਰੱਕੀ ਹੋਊਗੀ। ਉਸੇ ਤਰ੍ਹਾਂ ਜਿਹੜਾ ਉਹ ਕਿਸਾਨ ਹੈਗਾ ਉਹ ਕੋਸ਼ਿਸ਼ ਕਰਦਾ ਹੈਗਾ ਕਿ ਵੀ ਮੈਂ ਖੇਤੀ 'ਚ ਤਾਂ ਕੁਝ ਬਚਦਾ ਨਹੀਂ ਤੇ ਮੈਂ ਸ਼ੇਅਰ ਮਾਰਕੀਟ ਰਾਹੀਂ ਜਿਹੜਾ ਹੈਗਾ ਉਹ ਮੰਡੀ ਦੇ ਵਿੱਚ ਆਪਣੇ ਪੈਰ ਲਾਵਾਂ, ਇਸ ਕਰਕੇ ਮੈਂ ਧਨੀ ਹੋਵਾਂ, ਮੈਂ ਉਹ ਸਾਰੀਆਂ ਸੁੱਖ ਸਹੂਲਤਾਂ ਮਾਣਾ ਜਿਹੜੀਆਂ ਇਹ ਦੂਜੇ ਲੋਕ ਮੰਨਦੇ ਹੈਗੇ ਆ। ਤਾਂ ਉਹ ਇਸ ਦੇ ਲਈ ਉਹ ਸ਼ੇਅਰ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਪੈਸਾ ਲਾਉਣਾ ਸ਼ੁਰੂ ਕਰ ਦਿੰਦਾ। ਮੁੱਢ ਦੇ ਵਿੱਚ ਕਿਤੇ ਕਿਤੇ ਉਹਨੂੰ ਐਂ ਵੀ ਲੱਗਦਾ ਹੈ ਕਿ ਵੀ ਸ਼ਾਇਦ ਮੈਂ ਉਸ ਪਾਸੇ ਨੂੰ ਤੁਰ ਪਿਆ, ਤੇ ਉਹਨੂੰ ਐਂ ਲੱਗਦਾ ਕਿ ਜਿਹੜੇ ਬਾਕੀ ਕਿਸਾਨ ਨੇ ਤਾਂ ਮੂਰਖ ਕਿਸਮ ਦੇ ਲੋਕ ਆ, ਜਿਨ੍ਹਾਂ ਨੂੰ ਅਜੇ ਸਮਝ ਨਹੀਂ ਆਈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਜਿਉਣਾ ਕਿਵੇਂ ਹੈ, ਖੇਤੀ ਕਿਵੇਂ ਕਰਨੀ ਹੈ, ਕਿਵੇਂ ਚੜ੍ਹਨਾ ਹੈਗਾ, ਇਹ ਸਾਰਾ ਕੁਝ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਤੇ ਮੈਨੂੰ ਪਤਾ ਹੈ। ਇਸ ਕਰਕੇ ਮੈਂ ਹੁਣ ਉਹਨਾਂ ਦੇ ਮੂਹਰੇ ਇੱਕ ਮਾਡਲ ਬਣਨ ਦਾ ਯਤਨ ਕਰੂੰਗਾ ਕਿ ਅਮੀਰ ਇਉਂ ਵੀ ਹੋਇਆ ਜਾ ਸਕਦਾ। ਇਸ ਤਰ੍ਹਾਂ ਉਹ ਕਿਸਾਨੀ ਤੋਂ ਤਿਲਕਦਾ ਦੂਜੇ ਪਾਸੇ ਸ਼ੇਅਰ ਮਾਰਕੀਟ ਦੇ ਵਿੱਚ ਕੋਸ਼ਿਸ਼ ਕਰਦਾ। ਪਰ ਜਿਵੇਂ ਅਸੀਂ ਇਤਿਹਾਸਕ ਤੱਥਾਂ ਵਜੋਂ ਵੀ ਜਾਣਦੇ ਹਾਂ ਕਿ ਇੱਕ ਸਮਾਂ ਆਇਆ ਸੀਗਾ ਕਿ ਜਦੋਂ ਸ਼ੇਅਰ ਮਾਰਕੀਟ ਡਿੱਗੀ ਸੀ ਜਾਂ ਡਿੱਗੀ ਗਈ ਸੀਗੀ। ਇਹ ਸਾਰਾ ਕੁਝ ਕਾਰਪੋਰੇਟ ਵਰਲਡ ਦੇ ਵਿੱਚ ਹੁੰਦਾ ਔਰ ਅਸੀਂ ਜਾਣਦੇ ਹਾਂ ਉਹਦੀ ਸਿਆਸਤ ਨੂੰ। ਤਾਂ ਉਹ ਜਦੋਂ ਡਿੱਗਦੀ ਹੈ ਤੇ ਜਿਹੜਾ ਇੱਕ ਆਮ ਕਿਸਾਨ ਸ਼ੇਅਰ ਮਾਰਕੀਟ ਦੇ ਵਿੱਚ ਸਥਾਪਿਤ ਹੋਣ ਦਾ ਯਤਨ ਕਰ ਰਿਹਾ ਸੀ, ਉਹ ਕਿੱਥੇ ਖੜ ਸਕਣਾ ਸੀ। ਤਾਂ ਉਹ ਜਿਹੜਾ ਹੈਗਾ ਉਹ ਉੱਥੇ ਖੜ ਨਹੀਂ ਸਕਦਾ ਔਰ ਉਹਦੇ ਜਿਹੜੀ ਗਿਰਾਵਟ ਸ਼ੁਰੂ ਹੋ ਜਾਂਦੀ ਹੈ ਤੇ ਉਹ ਜ਼ਮੀਨ ਹੀ ਨਹੀਂ ਇਕੱਲੀ ਵਿਕਦੀ ਬਲਕਿ ਘਰਵਾਲੀ ਦੇ ਗਹਿਣੇ ਵੀ ਵਿਕਦੇ ਆ ਔਰ ਉਹਦਾ ਜਿਹੜਾ ਘਰ-ਬਾਰ ਵੀ ਵਿਕਦਾ ਤੇ ਉਹ ਬਿਲਕੁਲ ਜਿਹੜਾ ਹੈਗਾ ਉਹ ਮੌਤ ਦੇ ਮੂੰਹ ਵੱਲ ਨੂੰ ਜਿਹੜਾ ਹੈ ਤੁਰਦਾ ਹੋਇਆ ਨਜ਼ਰ ਸਾਨੂੰ ਆਉਂਦਾ। ਤੇ ਕੇਸਰਾ ਰਾਮ ਦੀ ਕਹਾਣੀ ਦਾ ਨਾਂ ਵੀ ਸਾਨੂੰ ਇਹ ਕਹਿੰਦਾ ਲੱਗਦਾ ਸੀਗਾ ਕਿ ਵੀ ਜਿਹੜੀ ਇਹ ਬੁਲਬੁਲਿਆਂ ਦੀ ਕਾਸ਼ਤ ਹੈਗੀ ਆ, ਇਹਦਾ ਕਦੋਂ ਪਟਾਕਾ ਚੱਲ ਜੇ ਕੋਈ ਕਹਿ ਨਹੀਂ ਸਕਦਾ, ਇਹ ਕਦੋਂ ਟੁੱਟ ਜੇ। ਤਾਂ ਜਾਨੀ ਕਹਿਣ ਤੋਂ ਭਾਵ ਕਿ ਇੱਕ ਦੌਰ ਉਹ ਸੀਗਾ ਜਿਹੜਾ ਜਿਵੇਂ ਹਰੇ ਇਨਕਲਾਬ ਤੋਂ ਬਾਅਦ ਕਰਮਜੀਤ ਕੁੱਸਾ ਦਾ ਨਾਵਲ ਆਇਆ ਸੀ ਰੋਈ ਬੀਆਬਾਨ, ਉਸੇ ਤਰਜ਼ ਤੇ ਜਦੋਂ ਹਰੇ ਇਨਕਲਾਬ ਦੇ ਉਤਰਾਈ ਵਾਲਾ ਸਮਾਂ ਆਉਂਦਾ ਤਾਂ ਸਾਡੇ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਕਿਸਾਨੀ ਦੀ ਜੱਦੋ-ਜਹਿਦ ਨੂੰ, ਆਪਣੀ ਹੋਂਦ ਦੀ ਸਥਾਪਤੀ ਨੂੰ ਕਾਇਮ ਰੱਖਣ ਵਾਸਤੇ ਉਹ ਸਾਹਮਣੇ ਆਉਂਦੀਆਂ। ਤਾਂ ਉਹਨਾਂ ਤੋਂ ਬਾਅਦ ਹੁਣ ਕੋਈ ਸਾਨੂੰ ਮਤਲਬ ਇਸ ਕਿਸਮ ਦੀ ਤਾਂ ਅਜੇ ਮੈਂ ਪਹਿਲਾਂ ਹੀ ਕਿਹਾ ਕਿ ਵੀ ਕੋਈ ਕਹਾਣੀ ਜਿਹੜੀ ਅਜੇ ਨਜ਼ਰ ਨਹੀਂ ਆਉਂਦੀ ਕਿ ਵੀ ਜਿਹੜੀ ਕੋਈ ਵੱਡੇ ਕੈਨਵਸ ਵਾਲੀ ਕਹਾਣੀ ਹੋਵੇ। ਪਰ ਇਸ ਤਰ੍ਹਾਂ ਦੀਆਂ ਕਹਾਣੀਆਂ ਜ਼ਰੂਰ ਹੈਗੀਆਂ ਕਿ ਜਿਹਦੇ ਚ ਕਿਸਾਨੀ ਜਿਹੜੀ ਹੈਗੀ ਆ ਉਹ ਸੰਘਰਸ਼ ਦੇ ਨਾਲ ਜਿਹੜੇ ਦੂਜੇ ਰਾਹ ਅਪਣਾਉਂਦੀ ਹੈਗੀ ਆ ਆਪਣੇ ਆਪ ਨੂੰ ਅੱਧੀ ਸਲਾਮਤੀ ਵਾਸਤੇ। ਜੇ ਤੁਸੀਂ ਸੰਘਰਸ਼ ਦੇ ਵਿੱਚ ਵੀ ਵੇਖੋਗੇ ਤਾਂ ਪੂਰੀ ਕਿਸਾਨੀ ਦਾ ਇੱਕ ਹਿੱਸਾ ਤੁਹਾਨੂੰ ਸੰਘਰਸ਼ ਦੇ ਵਿੱਚ ਨਜ਼ਰ ਆਊਗਾ, ਭਾਵੇਂ ਕਿ ਇਹ ਗੱਲ ਸੁਣਨ ਚ ਹੋਰ ਤਰ੍ਹਾਂ ਲੱਗੂਗੀ। ਬਹੁਤ ਸਾਰੀ ਕਿਸਾਨੀ ਅਜੇ ਜਿਹੜੀ ਉਹ ਦੂਜੀ ਵੀ ਹੈਗੀ ਆ ਜਿਹੜੀ ਅਜੇ ਤੱਕ ਵੀ ਜਾਨੀ ਹੋਰ ਰਾਹ ਕੋਸ਼ਿਸ਼ ਕਰ ਰਹੀ ਹੈਗੀ ਹੈ ਕਿ ਵੀ ਸ਼ਾਇਦ ਬੱਚੇ ਨੂੰ ਬਾਹਰ ਭੇਜ ਦਈਏ ਤੇ ਉਹ ਜਿਹੜਾ ਹੈ ਉੱਥੇ ਪੜ੍ਹ ਕੇ ਉੱਥੇ ਜੌਬ ਤੇ ਲੱਗ ਜੇ ਤੇ ਸ਼ਾਇਦ ਸਾਡੀ ਜਿਹੜੀ ਹੈਗੀ ਆ ਉਹ ਹਾਲਤ ਸੁਧਰ ਜੇ। ਤਾਂ ਉਹ ਸੰਘਰਸ਼ ਦੇ ਨਾਲ ਦੀਆਂ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਉਹ ਐਕਸਪਲੋਰ ਕਰਦੀ ਹੈਗੀ ਹੈ, ਕਿਉਂਕਿ ਇਹ ਬੰਦੇ ਦਾ ਸੁਭਾਅ ਵੀ ਹੈ ਕਿ ਵੀ ਉਹ ਸਾਰੇ ਆਂਡੇ ਜਿਹੜੇ ਹੈਗੇ ਆ ਇੱਕੋ ਟੋਕਰੀ ਚ ਪਾ ਕੇ ਨਹੀਂ ਜਾਂ ਮਤਲਬ ਉਹਨੂੰ ਬਣਾਉਣ ਵਾਸਤੇ ਤੁਰ ਪੈਂਦਾ, ਬਲਕਿ ਨਾਲ ਉਹ ਆਪਦੇ ਵੱਖਰੇ ਕੰਮ ਵੀ ਕਰਦੇ ਰਹਿੰਦੇ। ਜਿਵੇਂ ਕੱਲ ਹੀ ਭਾਸ਼ਣ ਦੇ ਵਿੱਚ ਟਕੈਤ ਸਾਹਿਬ ਨੇ ਕਿਹਾ ਸੀਗਾ ਕਿ ਵੀ ਅਸੀਂ ਸਾਰੇ ਲੋਕਾਂ ਨੂੰ ਬਾਰਡਰ ਤੇ ਆਉਣ ਲਈ ਇਸ ਕਰਕੇ ਨਹੀਂ ਕਹਿੰਦੇ ਕਿ ਪਿੱਛੇ ਕੁਛ ਨੇ ਖੇਤੀ ਵੀ ਕਰਨੀ ਆ, ਇਹ ਨਾ ਹੋਵੇ ਕਿ ਵੀ ਅਸੀਂ ਜਿਹੜਾ ਸਾਡਾ ਉਹ ਪੱਖ ਹੈ ਬਿਲਕੁਲ ਉਹ ਪਿੱਛੇ ਰਹਿ ਜੇ। ਤਾਂ ਇਸ ਕਰਕੇ ਜਿਹੜੀਆਂ ਇਹ ਜਿਹੜਾ ਪੱਖ ਹੈਗਾ ਪਿੱਛੇ ਜੇ ਇੱਕ ਹਰਪ੍ਰੀਤ ਸੇਖਾ ਦੀ ਕਹਾਣੀ ਕਾਫੀ ਪ੍ਰਸਿੱਧ ਹੋਈ ਆ, ਉਹਦੇ ਚ ਵੀ ਉਹ ਜਿਹੜਾ ਬਿਲਕੁਲ ਇਹਦੇ ਤੇ ਕਿ ਜਿਹੜੇ ਹੁਣ ਬੱਚੇ ਬਾਹਰ ਜਾ ਰਹੇ ਹੈਗੇ ਆ ਉਹਨਾਂ ਨੂੰ ਬਾਹਰ ਜਾਣ ਵੇਲੇ
ਉਹਨਾਂ ਦੇ ਮੂਹਰੇ ਇੱਕ ਸੁਪਨਾ ਤਾਂ ਜ਼ਰੂਰ ਹੁੰਦਾ, ਪਰ ਉਹਦੇ ਚ ਗੁਆ ਕੀ ਕੁਛ ਲੈਂਦੇ ਆ ਉਹ ਰਿਸ਼ਤਿਆਂ ਦੇ ਰੂਪ ਦੇ ਵਿੱਚ, ਆਪਦੀ ਜਵਾਨੀ ਦੇ ਰੂਪ ਦੇ ਵਿੱਚ, ਜਿਹਦੇ ਚ ਕਿ ਕੋਈ ਵੀ ਜਾਣੀ ਰੋਮਾਂਸ ਦੀ, ਜਜ਼ਬਿਆਂ ਦੀ ਜਿਹੜੀ ਗੱਲ ਹੈਗੀ ਆ ਉਹ ਸਭ ਤੋਂ ਪਿੱਛੇ ਰਹਿ ਜਾਂਦੀ ਹੈ, ਪਰ ਆਪਣੇ ਜਿਹੜੀਆਂ ਮਜਬੂਰੀਆਂ ਦੇ ਨਾਲ ਲੜਨ ਦੀ ਜਿਹੜੀ ਪਹਿਲ ਜਿਹੜੀ ਹੈ ਉਹ ਮੂਹਰੇ ਆ ਜਾਂਦੀ ਹੈਗੀ ਆ। ਤਾਂ ਇਸ ਕਿਸਮ ਦੀਆਂ ਜਿਹੜੀਆਂ ਕਹਾਣੀਆਂ ਜਿਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਵੀ ਉਹ ਵੀ ਇੱਕ ਤਰ੍ਹਾਂ ਦਾ ਕਿਸਾਨੀ ਸੰਘਰਸ਼ ਦਾ ਰੂਪ ਪੇਸ਼ ਕਰਨ ਵਾਲੀਆਂ ਕਹਾਣੀਆਂ ਹੀ ਨੇ, ਜਿਹੜੀਆਂ ਕਿਸਾਨੀ ਦੀ ਜੱਦੋ-ਜਹਿਦ ਨੂੰ ਪੇਸ਼ ਕਰਦੀਆਂ। ਭਾਵੇਂ ਕਿ ਜਿਹੜੀ ਇਸ ਤਰ੍ਹਾਂ ਦੀ ਰਾਜਸੀ ਚੇਤਨਾ ਵਾਲੀ ਕਹਾਣੀ ਹੈ, ਜਿਹੜੀ ਜਿਸ ਤਰ੍ਹਾਂ ਦੇ ਕਿ ਗੀਤ ਨਿਕਲ ਰਹੇ ਹੁਣ, ਜਿਹਦੇ ਚ ਕਿ ਸਿੱਧੀ ਪਾਸ਼ ਦੀ ਕਵਿਤਾ ਵਾਂਗੂ ਇੱਕ ਧਿਰ ਤੂੰ ਹੈ ਜਿਹੜੀ ਸ਼ੋਸ਼ਕ ਦੇ ਰੂਪ ਦੇ ਵਿੱਚ ਹੈ, ਦੂਜੇ ਅਸੀਂ ਆ ਜਿਹੜੇ ਕਿਸਾਨੀ ਦੀ ਧਿਰ ਬਣਨਾ ਲੋਚਦੇ ਆ, ਤੇ ਉਹਦੇ ਚ ਇੱਕ ਸੰਵਾਦ ਹੈ ਜਿਹਨੂੰ ਜਿਵੇਂ ਡਾਕਟਰ ਜਿੰਦਰਪਾਲ ਹੋਰੇ ਸੰਵਾਦੀ ਕਵਿਤਾ ਦੀ ਗੱਲ ਕਰਦੇ ਸੀ। ਉਹ ਸੰਵਾਦ ਜਿਹੜਾ ਹੈਗਾ ਉਹ ਗੀਤਾਂ ਦੇ ਰੂਪ ਦੇ ਵਿੱਚ, ਕਵਿਤਾ ਦੇ ਰੂਪ ਦੇ ਵਿੱਚ ਤਾਂ ਸਾਨੂੰ ਮਿਲਦਾ, ਪਰ ਕਹਾਣੀ ਦੇ ਰੂਪ ਦੇ ਵਿੱਚ ਉਹ ਸੰਵਾਦ ਜਿਹੜਾ ਹੈਗਾ ਉਹ ਇਸ ਰੂਪ ਦੇ ਵਿੱਚ ਨਹੀਂ ਆਉਂਦਾ, ਕਿਉਂਕਿ ਕਹਾਣੀ ਇੱਕ ਇਸ ਤਰ੍ਹਾਂ ਦਾ ਜਾਨਰ ਹੈਗਾ ਜਾਂ ਇਸ ਤਰ੍ਹਾਂ ਦੀ ਵਿਧਾ ਹੈਗੀ ਹੈ ਕਿ ਇਹਦੇ ਚ ਤੁਸੀਂ ਨਾਟਕ ਵਾਂਗ ਇੰਨੇ ਰੈਟਰਿਕ ਹੋ ਕੇ ਜਾਂ ਉੱਚੀ ਸੁਰ ਵਾਲੀ ਗੱਲ ਜਿਹੜੀ ਹੈਗੀ ਹੈ ਤਟਫਟ ਨਹੀਂ ਕਰਦੇ, ਬਲਕਿ ਇਹਦੇ ਚ ਚੀਜ਼ਾਂ ਆਪਣੇ ਅੰਦਰ ਰਸਾ ਕੇ ਤੇ ਉਸ ਤੋਂ ਬਾਅਦ ਤੁਸੀਂ ਉਹ ਪਾਤਰ ਘੜਨੇ ਆ। ਦਿਲਚਸਪ ਗੱਲ ਇਹ ਹੈਗੀ ਹੈ ਕਿ ਉਹ ਪਾਤਰ ਜਿਹੜੇ ਜਿਸ ਤਰ੍ਹਾਂ ਕਿ ਅਸੀਂ ਹੁਣ ਉਹ ਪਾਤਰ ਜਿਹੜੇ ਜੂਝ ਰਹੇ ਵੇਖਦੇ ਹਾਂ, ਔਰ ਉਹਨਾਂ ਦੀਆਂ ਛੋਟੇ ਛੋਟੇ ਵੇਰਵੇ ਅਸੀਂ ਵੀਡੀਓ ਰਾਹੀਂ, ਖਬਰਾਂ ਰਾਹੀਂ, ਉਹਨਾਂ ਦੇ ਡਾਇਲਾਗਸ ਰਾਹੀਂ, ਉਹਨਾਂ ਦੇ ਬਿਆਨਾਂ ਰਾਹੀਂ, ਜਿਹੜਾ ਅਖਬਾਰਾਂ ਰਾਹੀਂ ਉਹ ਅਸੀਂ ਜਾਣਦੇ ਹਾਂ, ਜਿਹੜੇ ਪਾਤਰਾਂ ਨੇ ਕਿ ਆਉਣ ਵਾਲੇ ਇਹਨਾਂ ਸਮਿਆਂ ਦੇ ਵਿੱਚ ਕਹਾਣੀ ਦੇ ਪਾਤਰ ਬਣਨਾ ਆਪਣੀ ਤਰ੍ਹਾਂ ਦੇ, ਤਾਂ ਉਹ ਜਿਹੜੇ ਹੈਗੇ ਆ ਪਾਤਰ ਉਹਦੀ ਕਹਾਣੀ ਦੀ ਡਿਟੇਲ ਬਣਨਗੇ, ਤਾਂ ਰਾਜਸੀ ਚੇਤਨਾ ਵਾਲੀ ਕਹਾਣੀ ਫੇਰ ਜਿਹੜੀ ਹੈਗੀ ਆ ਉਹ ਲਿਖੀ ਜਾਊਗੀ। ਮੈਂ ਕੋਈ ਪੋਸਟ ਪਾਈ ਫੇਸਬੁੱਕ ਤੇ ਕਿਸੇ ਮੇਰੇ ਹਮਦਰਦ ਦੋਸਤ ਨੇ ਕਿਹਾ ਕਿ ਵੀ ਅਸੀਂ ਉਮੀਦ ਕਰਦੇ ਹਾਂ ਕਿ ਵੀ ਤੁਸੀਂ ਕੋਈ ਕਾਰਗਿਲ ਵਰਗੀ ਕਹਾਣੀ ਜਿਹੜੀ ਹੈ ਉਹ ਲਿਖੋਗੇ। ਤਾਂ ਮੈਂ ਇਸ ਬਾਰੇ ਸੋਚਣਾ, ਮੇਰੇ ਅੰਦਰ ਜਿਹੜਾ ਹੈ ਉਹ ਚਰਚਾ ਸ਼ੁਰੂ ਹੋ ਗਈ ਆਪਣੇ ਅੰਦਰ ਹੀ, ਕਿ ਵੀ ਉਹਦਾ ਮੰਥਨ ਸ਼ੁਰੂ ਹੋ ਗਿਆ ਉਸ ਆਈਡੀਏ ਦਾ। ਤਾਂ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਇਸ ਤਰ੍ਹਾਂ ਦੀ ਕਹਾਣੀ ਜਿਹੜੀ ਹੈਗੀ ਆ ਉਹਦੀ ਡਰਾਫਟਿੰਗ ਕੀਤੀ ਕਿ ਜਿਹੜੀ ਕਾਰਗਿਲ 2 ਦੇ ਰੂਪ ਦੇ ਵਿੱਚ ਮੈਂ ਸੋਚਦਾ ਹੈਗਾ ਕਿ ਜਿਹੜੀ ਕਿਸਾਨੀ ਸੰਘਰਸ਼ ਦੇ ਨਾਲ ਜੁੜ ਕੇ ਪੜ੍ਹੀ ਜਾਊਗੀ, ਜਿਹੜੀ ਉਹ ਅਜੇ ਤੱਕ ਮੈਂ ਉਹਦੇ ਤੇ ਕੰਮ ਕਰਨਾ, ਕਿਉਂਕਿ ਕਹਾਣੀ ਦਾ ਇਹੀ ਹੈ ਕਿ ਵੀ ਉਹ ਤੁਸੀਂ ਜਿਵੇਂ ਗੀਤ ਲਿਖਦੇ ਆ, ਉਹ ਤੁਸੀਂ ਇੱਕ ਬੈਠਕ ਦੇ ਵਿੱਚ ਉਹਦੀ ਡਰਾਫਟਿੰਗ ਤਾਂ ਕਰ ਲਓਗੇ, ਪਰ ਉਹ ਪਾਤਰਾਂ ਨੂੰ ਉਹਨਾਂ ਦਾ ਚਿਹਰਾ ਮੋਹਰਾ ਦੇਣ ਵਾਸਤੇ, ਉਹ ਸਾਰੇ ਵੇਰਵਿਆਂ ਦੇ ਰਾਹੀਂ ਬਣਾਉਣ ਵਾਸਤੇ ਜਿਹੜਾ ਸਾਰੇ ਕਹਾਣੀਕਾਰਾਂ ਨੂੰ ਹੀ ਉਹ ਸਮਾਂ ਲੱਗਦਾ ਹੈਗਾ, ਉਹ ਜਿਹੜਾ ਹੈਗਾ। ਤੇ ਦੂਜਾ ਇਹ ਹੈਗਾ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਕੋਲੇ ਉਸ ਤਰ੍ਹਾਂ ਦੀ ਜਿਵੇਂ ਲਹਿਰ ਦੀ ਅਣਹੋਂਦ ਦੇ ਵਿੱਚ ਸਾਡੇ ਕੋਲੇ ਰਾਜਸੀ ਚੇਤਨਾ ਵਾਲੀ ਕਹਾਣੀ ਲਗਭਗ ਨਾ ਦੇ ਬਰਾਬਰ ਜਿਹੜੀ ਉਹ ਆਈ ਹੈ, ਮਤਲਬ ਹੈ ਨਹੀਂ ਸੀਗੀ। ਤੇ ਜਿਹੜੇ ਪਾਤਰਾਂ ਨੂੰ ਇਸ ਤਰ੍ਹਾਂ ਚਿਤਰਿਆ ਜਾਂਦਾ ਸੀਗਾ ਕਿ ਵੀ ਜਿਸ ਤਰ੍ਹਾਂ ਪਹਿਲਾਂ ਖਾਸ ਤੌਰ ਤੇ ਜੇ ਤੁਸੀਂ ਬਰਿਆਮ ਸੰਧੂ ਹੋਰਾਂ ਦੇ ਵੇਲੇ ਦੀ ਕਹਾਣੀ ਨੂੰ ਵੇਖੋਗੇ ਤੇ ਜਿਹਦੇ ਚ ਸਿੱਖ ਜਾਂ ਕਮਿਊਨਿਸਟ ਪਾਤਰ ਨੇ, ਉਹਨਾਂ ਨੂੰ ਨਾਇਕ ਰੂਪ ਦੇ ਵਿੱਚ ਜਾਣੀ ਸੰਘਰਸ਼ ਦੇ ਕੇਂਦਰ ਦੇ ਵਿੱਚ ਰੱਖ ਕੇ ਜਿਵੇਂ ਚਿਤਰਿਆ ਜਾਂਦਾ ਸੀਗਾ, ਤਾਂ ਜਦੋਂ ਲਹਿਰ ਦੀ ਕੋਈ ਅਜੇ ਬਣੀ ਨਹੀਂ ਸੀ ਲਹਿਰ, ਤਾਂ ਸਾਨੂੰ ਇਹ ਲੱਗਦਾ ਸੀਗਾ ਵੀ ਸਾਡੇ ਕੋਲੇ ਉਸ ਤਰ੍ਹਾਂ ਦੇ ਨਾਇਕ ਹੀ ਹੈ ਨਹੀਂ ਗੇ ਜਿਵੇਂ। ਤਾਂ ਬਲਕਿ ਜਿਹੜੇ ਕਮਿਊਨਿਸਟ ਪਾਤਰਾਂ ਨੂੰ ਸੀਗਾ, ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਥੋੜਾ ਜਿਹਾ ਮਜ਼ਾਕ ਨਾਲ ਜਾਂ ਉਹਨਾਂ ਨੂੰ ਅਪਰਚੂਨਿਸਟਾਂ ਵਾਂਗ ਚਿਤਰਿਆ ਜਾਂਦਾ ਸੀ, ਜਿਵੇਂ ਜੇ ਸਿਗਰਟ ਜਿਹੀ ਜ਼ਿੰਦਗੀ, ਜੇ ਤੁਸੀਂ ਕੁਲਵੰਤ ਦੀ ਕਹਾਣੀ ਵੇਖੋਗੇ, ਕੁਲਵੰਤ ਗਿੱਲ ਦੀ, ਤਾਂ ਇਸ ਤਰ੍ਹਾਂ ਚਿਤਰਿਆ ਜਾਣ ਲੱਗ ਪਈ। ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਹੁਣ ਇਸ ਸੰਘਰਸ਼ ਨੇ ਤੁਸੀਂ ਵੇਖਿਆ ਹੋਣਾ ਹੈ ਕਿ ਖਾਸ ਤੌਰ ਤੇ ਖੱਬੇ ਪੱਖੀ ਲੋਕਾਂ ਨੂੰ ਵੀ ਇੱਕ ਨਵੀਂ ਜੁੰਬਸ਼ ਦਿੱਤੀ ਹੈਗੀ ਹੈ। ਇਸੇ ਤਰ੍ਹਾਂ ਹੀ ਸਿੱਖ
ਇਤਿਹਾਸ ਤੋਂ ਪ੍ਰੇਰਨਾ ਲੈਣ ਵਾਲੇ ਜਿਹੜੇ ਸਾਡੇ ਲੋਕ ਨੇ, ਉਹਨਾਂ ਨੂੰ ਵੀ ਇੱਕ ਨਵੀਂ ਜੁੰਬਸ਼ ਦਿੱਤੀ ਹੈ। ਪਰ ਜਿਵੇਂ ਡਾਕਟਰ ਰਜਿੰਦਰਪਾਲ ਹੋਰੀ ਕਹਿ ਰਹੇ ਸੀਗੇ ਕਿ ਜਿਹੜੀਆਂ ਸਾਡੇ ਪੁਰਾਣੇ ਪੰਜਾਬ ਦੀਆਂ ਜਾਂ ਸਾਡੇ ਸਮਕਾਲੀ ਪੰਜਾਬ ਦੀਆਂ ਜਿਹੜੀਆਂ ਸਿਹਤਮੰਦ ਕਦਰਾਂ, ਜਿਹੜੀਆਂ ਹਾਸ਼ੀਏ ਤੇ ਚਲੀਆਂ ਗਈਆਂ ਸੀਗੀਆਂ, ਉਹਨਾਂ ਕਦਰਾਂ ਨੂੰ ਕਿਉਂਕਿ ਹੁਣ ਇਸ ਸੰਘਰਸ਼ ਨੇ ਮੂਹਰੇ ਮਾਣਯੋਗ ਕਦਰਾਂ ਬਣਾਤਾ ਔਰ ਸਾਰਾ ਸੰਸਾਰ ਉਹਨਾਂ ਦੀ ਪ੍ਰਸ਼ੰਸਾ ਵੀ ਕਰ ਰਿਹਾ, ਤਾਂ ਕੁਦਰਤੀ ਹੀ ਹੈ ਕਿ ਉਹਨਾਂ ਕਦਰਾਂ ਨੂੰ ਉਹਨਾਂ ਦੇ ਵਾਹਕ ਬਣਨ ਵਾਲੇ ਜਿਹੜੇ ਪਾਤਰ ਨੇ, ਚਾਹੇ ਉਹ ਸਿੱਖੀ ਵਿਰਸੇ ਨਾਲ ਸੰਬੰਧਿਤ ਹੋਣ, ਚਾਹੇ ਉਹ ਮਾਰਕਸਵਾਦੀ ਵਿਰਸੇ ਦੇ ਨਾਲ, ਖੱਬੇ ਪੱਖੀ ਵਿਰਸੇ ਦੇ ਨਾਲ ਸੰਬੰਧਿਤ ਹੋਣ, ਚਾਹੇ ਇਹਨਾਂ ਦਾ ਮਿਕਸ ਜਿਹੜਾ ਰੂਪ ਹੋਵੇ, ਇਹਨਾਂ ਦਾ ਦੋਨਾਂ ਤੋਂ ਰਲਾ ਕੇ ਬਣਿਆ ਜਿਹੜਾ ਰੂਪ ਹੋਵੇ। ਜਿਵੇਂ ਜੇ ਮੈਂ ਉਦਾਹਰਨ ਦੇਵਾਂ ਤਾਂ ਜਦੋਂ ਪੰਜਾਬ ਦੇ ਵਿੱਚ ਨਕਸਲਵਾੜੀ ਲਹਿਰ ਔਰ ਪੰਜਾਬ ਸੰਕਟ ਦੀ ਲਹਿਰ ਤੋਂ ਬਾਅਦ ਕਰਮਜੀਤ ਕੁੱਸਾ ਨੇ ਜਦੋਂ ਨਾਵਲ ਅਕਾਲ ਪੁਰਖੀ ਲਿਖਿਆ ਸੀ, ਤਾਂ ਉਹਦਾ ਜਿਹੜਾ ਪਾਤਰ ਸੀ ਉਹ ਆਪਣੇ ਬਾਹਰੀ ਰੂਪ ਦੇ ਤੌਰ ਤੇ ਤਾਂ ਉਹ ਸਿੱਖ ਪਾਤਰ ਹੈ, ਜਾਨੀ ਨਿਹੰਗ ਸਿੰਘਾਂ ਦੇ ਜਿਹੜਾ ਵਸਤਰਾਂ ਵਾਲਾ ਜਾਂ ਉਸ ਤਰ੍ਹਾਂ ਦਾ ਤੁਹਾਨੂੰ ਲੱਗਦਾ, ਪਰ ਉਹਦੇ ਅੰਦਰ ਖੱਬੇ ਪੱਖੀ ਵਿਚਾਰਧਾਰਾ ਜਾਂ ਕਮਿਊਨਿਸਟ ਮੂਵਮੈਂਟਾਂ ਦਾ ਜਿਹੜਾ ਹੈਗਾ ਉਹ ਪ੍ਰਭਾਵ ਵੀ ਪਏ ਆ। ਜਿਹੜੀ ਗੱਲ ਮੈਨੂੰ ਹੁਣ ਜਿਹੜੀ ਵਧੀਆ ਵੀ ਲੱਗ ਰਹੀ ਹੈਗੀ ਆ ਕਿ ਹੁਣ ਜਿਹੜਾ ਇੱਕ ਪੰਜਾਬੀ ਬੰਦਾ ਜਿਹੜਾ ਉੱਭਰ ਰਿਹਾ ਇਸ ਸੰਘਰਸ਼ ਦੇ ਦਰਮਿਆਨ, ਉਹ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਧਾਰਕ ਜਿਹੜੀਆਂ ਆਤਾਵਾਂ ਸੀ ਉਹਨਾਂ ਤੋਂ ਬਹੁਤ ਹੱਦ ਤੱਕ ਮੁਕਤ ਹੈ। ਤੁਸੀਂ ਇੱਕ ਅੱਧਾ ਨਾਂ 2-4 ਤਾਂ ਇਸ ਤਰ੍ਹਾਂ ਦੇ ਜ਼ਰੂਰ ਲੈ ਦਿਓਗੇ ਕਿ ਵੀ ਇਹ ਬੰਦਾ ਫਲਾਣੀ ਵਿਚਾਰਧਾਰਾ ਦਾ ਹੈ, ਫਲਾਣੀ ਵਿਚਾਰਧਾਰਾ ਦਾ ਹੈ, ਪਰ ਜਿਹੜਾ ਇੱਕ ਆਮ ਜਿਹੜਾ ਫਿਕਸ਼ਨ ਦਾ ਨਾਇਕ ਜਿਹਨੇ ਗਲਪ ਦਾ, ਕਹਾਣੀ ਦਾ ਜਿਹਨੇ ਪਾਤਰ ਬਣਨਾ, ਉਹ ਜਿਹੜਾ ਇਸ ਵੇਲੇ ਮੈਂ ਇੱਕ ਕਹਾਣੀਕਾਰ ਵਾਂਗ ਵੀ ਸੋਚਾਂ ਤਾਂ ਜਿਹੜਾ ਮੇਰੇ ਅੰਦਰ ਜਾਨੀ ਉਹਦਾ ਅਸਰ ਮੈਨੂੰ ਮਹਿਸੂਸ ਹੁੰਦਾ ਹੈ, ਉਹ ਜਿਹੜਾ ਅਹਿਸਾਸ ਹੈਗਾ ਉਹ ਉਸ ਪਾਤਰ ਦੇ ਨਾਲ ਸੰਬੰਧਿਤ ਹੈ ਜਿਹੜਾ ਇਹਨਾਂ ਵਿਚਾਰਧਾਰਾਵਾਂ ਦੀਆਂ ਆਤਾਵਾਂ ਤੋਂ ਪਰੇ ਔਰ ਪੰਜਾਬੀ ਦੇ ਜਿਹੜਾ ਇੱਕ ਮਿਸ਼ਰਣ, ਪੰਜਾਬੀ ਦੇ ਜਿਹੜਾ ਕਿਤੋਂ ਵੀ ਉਹਨੂੰ ਕੁਝ ਮਿਲ ਜੇ, ਸਿੱਖੀ ਵਿਰਸੇ ਚ ਉਹਨੂੰ ਕੋਈ ਗੁਣ ਮਿਲਦੇ ਆ, ਪੁਰਾਣੇ ਪੰਜਾਬੀ ਸਾਂਝੇ ਵਿਰਸੇ ਚੋਂ ਮਿਲਦੇ ਆ, ਮੁਸਲਿਮ ਸੱਭਿਆਚਾਰ ਚੋਂ ਮਿਲਦੇ ਆ, ਹਿੰਦੂ ਸੱਭਿਆਚਾਰ ਚੋਂ ਮਿਲਦੇ ਆ, ਉਹਨੂੰ ਕਿਤੋਂ ਵੀ ਮਿਲਦੇ ਆ, ਖੱਬੇ ਪੱਖੀ ਵਿਚਾਰਧਾਰਾ ਦੇ ਵਿੱਚੋਂ ਮਿਲਦੇ ਆ, ਉਹਨੂੰ ਉਹ ਕਿਤੋਂ ਵੀ ਮਿਲਣ, ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਉਹਨਾਂ ਦੇ ਵਿੱਚੋਂ ਪਾਤਰ ਉਹ ਘੜੇ ਜਾਣੇ ਆ। ਤੇ ਮੈਂ ਉਮੀਦ ਕਰਦਾ ਕਿ ਉਹ ਪਾਤਰ ਕੋਈ ਬਹੁਤੀ ਦੇਰ ਨਹੀਂ ਲੱਗਣੀ, ਕਿਉਂਕਿ ਜਿਹੜੇ ਸਾਡੇ ਨਵੇਂ ਕਹਾਣੀ ਸਮਕਾਲੀ ਕਹਾਣੀਕਾਰ ਨੇ ਜਿਹੜੇ ਬਹੁਤ ਚੰਗੀ ਕਹਾਣੀ ਲਿਖਦੇ ਆ, ਖਾਸ ਤੌਰ ਤੇ ਨਾਲੋਂ ਨਾਲ ਜਿਹੜੇ ਇਹਨਾਂ ਇਸ ਤਰ੍ਹਾਂ ਦੀਆਂ ਮੂਵਮੈਂਟਾਂ ਤੇ ਕਹਾਣੀ, ਜਿਵੇਂ ਗੁਰਮੀਤ ਕੜਿਆਲਵੀ ਨੇ ਪਿੱਛੇ ਕੁਝ ਕਹਾਣੀਆਂ ਲਿਖੀਆਂ, ਤਾਂ ਜਿਹੜੇ ਇਸ ਤਰ੍ਹਾਂ ਦੀ ਕਹਾਣੀ ਜਿਹੜੇ ਨਾਲੋਂ ਨਾਲ ਬਲਵਿੰਦਰ ਗਰੇਵਾਲ ਹੈ, ਇਹਨੂੰ ਲਹਿਰਾਂ ਤੇ ਜਾਂ ਇਸ ਕਿਸਮ ਦੇ ਪਾਤਰਾਂ ਤੇ ਕਹਾਣੀ ਜਿਹੜੀ ਲਿਖਣ ਦਾ ਉਹ ਬਹੁਤ ਜਿਹੜਾ ਅਭਿਆਸ ਹੈਗਾ, ਤੇ ਮੈਨੂੰ ਇਹ ਲੱਗਦਾ ਕਿ ਉਹ ਜ਼ਰੂਰ ਉਹਨਾਂ ਦੇ ਅੰਦਰ ਵੀ ਇਸ ਤਰ੍ਹਾਂ ਦਾ ਚਿੰਤਨ ਮੰਥਨ ਹੋ ਰਿਹਾ ਹੋਣਾ, ਕਿਉਂਕਿ ਕਹਾਣੀ ਲਿਖਣ ਵਾਸਤੇ ਤੁਹਾਨੂੰ ਬਹੁਤ ਸਾਰੀ ਜਿਹੜੀ ਸਮੱਗਰੀ, ਬਹੁਤ ਸਾਰੀ ਪ੍ਰੋਪਰਟੀ ਪਾਤਰਾਂ ਦੇ ਨਾਲ ਜਿਹੜੀ ਜੁੜਨੀ ਹੈ, ਉਹ ਸਾਰਾ ਕੁਝ ਚਾਹੀਦਾ ਹੁੰਦਾ ਹੈ। ਇਸ ਕਰਕੇ ਅਜੇ ਉਹ ਕਹਾਣੀਆਂ, ਉਹ ਨਾਵਲ ਤਾਂ ਅਜੇ ਸਾਡੇ ਸਾਹਮਣੇ ਆਉਣੇ ਆ, ਪਰ ਜਿਵੇਂ ਤੁਸੀਂ ਉਹਨਾਂ ਲੋਕਾਂ ਦੀ ਸਰਗਰਮੀ ਪੜ੍ਹਦੇ ਆ, ਉਹਨਾਂ ਦੇ ਸੋਸ਼ਲ ਮੀਡੀਆ ਤੇ ਜਾਂ ਉਹਨਾਂ ਦੇ ਛੋਟੇ-ਛੋਟੇ ਆਰਟੀਕਲ ਪੜ੍ਹਦੇ ਆ, ਉਹਦੇ ਚ ਤੁਹਾਨੂੰ ਅੰਦਾਜ਼ਾ ਜ਼ਰੂਰ ਹੋ ਜਾਂਦਾ ਹੈ ਕਿ ਇਹ ਜਿਹੜੇ ਕਹਾਣੀਕਾਰ ਨੇ ਇਹ ਇਸ ਮੂਵਮੈਂਟ ਨੂੰ ਇੱਕ ਲਹਿਰ ਵਜੋਂ ਜਿਹੜਾ ਹੈ ਆਪਣੇ ਅੰਦਰ ਵਸਾ ਕੇ ਜਿਹੜਾ ਹੈ ਇਸ ਕਿਸਮ ਦੀ ਕਹਾਣੀ ਦੀ ਰਚਨਾ ਕਰਨਗੇ। ਤਾਂ ਪੰਜਾਬੀ ਦੇ ਵਿੱਚ ਵੈਸੇ ਵੀ ਹੈ ਕਿ ਜਿੰਨਾ ਪੰਜਾਬੀ ਦਾ ਜਿਹੜਾ ਲੇਖਕ ਹੈ, ਜਿੰਨਾ ਉਹ ਲਹਿਰਾਂ ਤੋਂ ਪ੍ਰਭਾਵਿਤ ਹੋ ਕੇ ਉਹ ਜਿਹੜਾ ਹੈਗਾ ਉਹਦੇ ਅੰਦਰ ਜੋਸ਼ ਜਾਗਦਾ ਜਾਂ ਪ੍ਰੇਰਕ ਬਣਦੀਆਂ ਲਹਿਰਾਂ ਉਹਦੀਆਂ, ਉਹਨਾਂ ਉਹ ਲਹਿਰਾਂ ਦੀ ਅਣਹੋਂਦ ਦੇ ਵਿੱਚ ਉਹ ਨਿਰੋਲ ਨਿੱਜ ਵੱਲ, ਨਿੱਜੀ ਭਾਵਾਂ ਵੱਲ ਜਿਹੜਾ ਹੈਗਾ ਚਲਾ ਜਾਂਦਾ ਹੈ। ਇਸ ਕਰਕੇ ਜਿਵੇਂ ਰਜਿੰਦਰਪਾਲ ਹੋਰਾਂ ਨੇ ਵੀ ਇਹ ਇਸ਼ਾਰਾ ਕੀਤਾ ਸੀ, ਮੈਂ ਵੀ ਇਸ ਗੱਲ ਤੇ ਬਲ ਦੇਣਾ ਚਾਹੁੰਦਾ ਕਿ ਜਿਹੜੀ ਇਹ ਲਹਿਰ ਹੈਗੀ ਹੈ, ਇਹਨੇ ਸਾਨੂੰ ਨਿੱਜੀ
ਨਰੋਲ ਬਹੁਤ ਅਤ ਨਿੱਜੀ ਸਰੋਕਾਰਾਂ ਤੋਂ ਜਿਹੜਾ ਤੋੜ ਕੇ ਸਾਨੂੰ ਸਰਬ ਸਾਂਝੇ ਸਰੋਕਾਰਾਂ ਨਾਲ ਜਾਂ ਰਾਜਸੀ ਸਰੋਕਾਰਾਂ ਨਾਲ ਜੋੜਿਆ, ਜਿਹਦੇ ਚੋਂ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਕਹਾਣੀ ਨਿਕਲੂਗੀ। ਅਜੇ ਸਾਡੇ ਸਾਹਮਣੇ ਕੋਈ ਉਸ ਤਰ੍ਹਾਂ ਦੀ ਕਹਾਣੀ ਨਹੀਂ ਆਈ, ਤੇ ਕਹਾਣੀਕਾਰ ਕੋਈ ਬਰਿਆਮ ਸੰਧੂ ਵਰਗਾ ਕਹਾਣੀਕਾਰ, ਮੈਂ ਪਿਛਲੇ ਦਿਨੀ ਉਹਨਾਂ ਨੂੰ ਵੀ ਕਿਤੇ ਮੇਰਾ ਜੀ ਕਰਦਾ ਸੀ ਕਿ ਉਹਨਾਂ ਨੂੰ ਮੈਂ ਕੋਈ ਪੋਸਟ ਲਿਖਾਂ, ਸੁਨੇਹਾ ਲਿਖਾਂ ਇਸ ਤਰ੍ਹਾਂ ਦੀ, ਜਿਵੇਂ ਅਮਰਤਾ ਪ੍ਰੀਤਮ ਨੇ ਕਿਹਾ ਸੀ ਵੀ ਕੋਈ ਸਾਡੇ ਕੋਲ ਵਾਰਿਸ ਹੋਵੇ, ਵਾਰਿਸ ਸ਼ਾਹ ਆਵੇ। ਇਸ ਤਰ੍ਹਾਂ ਮੈਨੂੰ ਲੱਗਦਾ ਕਿ ਵੀ ਹੁਣ ਕੋਈ ਇਸ ਤਰ੍ਹਾਂ ਦਾ ਜਿਹੜਾ ਧਨੰਤਰ ਕਿਸਮ ਦਾ, ਸਾਡਾ ਮਹਾਰਥੀ ਕਿਸਮ ਦਾ ਜਿਹੜਾ ਰਾਈਟਰ ਹੈਗਾ, ਉਹ ਜਿਹੜਾ ਹੈਗਾ ਇਸ ਸੰਘਰਸ਼ ਨੂੰ ਜਿਹੜਾ ਬਹੁਤ ਪਸਾਰਾਂ ਦੇ ਵਿੱਚ ਜਾ ਕੇ ਫੜੇ, ਤਾਂ ਜਿਹੜੀ ਹੈਗੀ ਆ ਉਹ ਕਹਾਣੀ ਸਾਡੇ ਸਾਹਮਣੇ ਆਊਗੀ। ਅਜੇ ਮਿੰਨੀ ਕਹਾਣੀਆਂ ਜਾਂ ਅਜੇ ਟੋਟਕਿਆਂ ਦੇ ਰੂਪ ਦੇ ਵਿੱਚ, ਗਲਪੀ ਟੋਟਕਿਆਂ ਦੇ ਰੂਪ ਦੇ ਵਿੱਚ, ਜਾਂ ਸਿਰਫ ਚੁਟਕਲਿਆਂ ਦੇ ਰੂਪ ਵਾਂਗ ਜਿਹੜੀਆਂ ਹੈਗੀਆਂ ਉਹ ਛੋਟੀਆਂ ਗਲਪੀ ਟੋਟਕੇ ਤਾਂ ਸਾਡੇ ਮੂਹਰੇ ਆ ਰਹੇ ਜਿਹੜੇ ਸੋਸ਼ਲ ਮੀਡੀਆ ਤੇ, ਪਰ ਅਜੇ ਵੱਡੇ ਕੈਨਵਸ ਵਾਲੀ ਕਹਾਣੀ ਦੀ ਅਸੀਂ ਉਡੀਕ ਕਰ ਰਹੇ ਹਾਂ ਕਿ ਉਹ ਅਜੇ ਲਿਖੀ ਜਾਊਗੀ। ਤਾਂ ਮੈਂ ਅੰਤ ਤੇ ਜਿਹੜਾ ਹੈਗਾ ਤੁਹਾਡਾ ਫੇਰ ਇੱਕ ਵਾਰੀ ਧੰਨਵਾਦ ਕਰਦਾ ਕਿ ਤੁਸੀਂ ਇੱਕ ਉਸ ਵਿਸ਼ੇ ਤੇ ਡਾਕਟਰ ਰੰਧਾਵਾ ਦੇ ਸਬੱਬ ਦੇ ਨਾਲ ਤੁਸੀਂ ਉਸ ਵਿਸ਼ੇ ਤੇ ਚਰਚਾ ਜਿਹੜੀ ਹੈਗੀ ਆ ਛੇੜੀ ਹੈ, ਜਿਹੜੀ ਸਾਨੂੰ ਜਿਹੜੀ ਇਸ ਪਾਸੇ ਹੋਰ ਸੋਚਣ ਵਾਸਤੇ ਮਜਬੂਰ ਕਰੂਗੀ, ਔਰ ਅਸੀਂ ਸਾਰੇ ਜਾਣੇ ਜਿਹੜਾ ਹੈ ਜਦੋਂ ਇਸ ਪਾਸੇ ਸੋਚਾਂਗੇ ਤਾਂ ਉਹਦੇ ਚੋਂ ਬਹੁਤ ਸਿਹਤਮੰਦ ਸਾਹਿਤ ਵੀ ਸਾਡਾ ਪੈਦਾ ਹੋਊਗਾ, ਔਰ ਸਾਡੇ ਜਿਹੜਾ ਦਰਸ਼ਕਾਂ ਤੱਕ, ਪਾਠਕਾਂ ਤੱਕ, ਸਰੋਤਿਆਂ ਤੱਕ ਉਹ ਗੱਲਾਂ ਸਾਹਿਤ ਦੇ ਰੂਪ ਚ ਵੀ ਪਹੁੰਚਣ ਲੱਗਣਗੀਆਂ, ਜਿਹੜੀਆਂ ਕਿ ਹੁਣ ਅਖਬਾਰਾਂ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਪਹੁੰਚ ਰਹੀਆਂ। ਸ਼ੁਕਰੀਆ ਡਾਕਟਰ ਬਲਦੇਵ ਸਿੰਘ ਧਾਲੀਵਾਲ, ਤੁਸੀਂ ਤਾਂ ਬਹੁਤ ਬਰੀਕੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਔਰ ਮੈਂ ਹੈਰਾਨ ਹੁੰਨਾ ਕਿ ਅੱਜ ਦੇ ਯੁੱਗ 'ਚ ਇੰਨਾ ਪੜ੍ਹਨਾ, ਤੁਸੀਂ ਇਸ ਅੰਦੋਲਨ ਨਾਲ ਜੁੜੀਆਂ ਖਬਰਾਂ ਤੇ ਖਬਰਾਂ ਤੋਂ ਇਲਾਵਾ ਰਚਨਾਵਾਂ ਦੇ ਉੱਤੇ ਵੀ ਡਾਕਟਰ ਬਰਾੜ ਵਾਂਗ ਬੜੀ ਤਿੱਖੀ ਨਜ਼ਰ ਰੱਖੀ ਹੈ। ਇਹੀ ਇੱਕ ਵੱਡੇ ਕਲਾਕਾਰ, ਫਨਕਾਰ, ਸਾਹਿਤਕਾਰ ਦਾ ਇੱਕ ਫਰਜ਼ ਹੈ ਜਿਹੜਾ ਤੁਸੀਂ ਅਦਾ ਕੀਤਾ, ਤੇ ਜਿਹੜਾ ਤੁਸੀਂ ਅੱਜ ਬੋਲਿਆ ਹੈਗਾ ਪੁਰਾਣੀਆਂ ਪਹਿਲੀਆਂ ਕਹਾਣੀਆਂ ਜਿਹੜੀਆਂ ਕਿਸਾਨੀ ਅੰਦੋਲਨ ਬਾਰੇ ਲਿਖੀਆਂ ਜਾਣ, ਕਿਸਾਨਾਂ ਦੇ ਸੰਬੰਧ ਚ ਲਿਖੀਆਂ ਗਈਆਂ, ਜਿਵੇਂ ਡੁੰਮ ਕਹਾਣੀ ਹੈ ਬਰਿਆਮ ਸਿੰਘ ਸੰਧੂ ਹੋਰਾਂ ਦੀ, ਜਾਂ ਹੋਰ ਵੀ ਕਹਾਣੀਆਂ ਹੈਗੀਆਂ, ਉਹ ਪੰਜਾਬੀ ਸਾਹਿਤਕਾਰ ਦੇ ਹੀ ਹਿੱਸੇ ਆਈਆਂ ਕਿ ਉਹ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕਰਦਾ ਨਜ਼ਰ ਆਉਂਦਾ ਹੈ। ਤੇ ਤੁਸੀਂ ਬਹੁਤ ਖੂਬਸੂਰਤ ਢੰਗ ਨਾਲ ਔਰ ਵਾਹਵਾ ਸਮਾਂ ਲੈ ਕੇ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਨਿਹਾਲ ਕੀਤਾ, ਤੇ ਮੈਨੂੰ ਚੰਗਾ ਲੱਗਿਆ ਕਿ ਤੁਸੀਂ ਪੂਰੀ ਤਿਆਰੀ ਕਰਕੇ ਸਵੇਰ ਤੋਂ ਇਹ ਜਿਹੜਾ ਹੈ ਰੂਪਰੇਖਾ ਉਲੀਕੀ ਹੋਈ ਸੀਗੀ, ਤੇ ਬਹੁਤ ਹੀ ਪਿਆਰੀਆਂ ਗੱਲਾਂ, ਬੜੀ ਪਿਆਰੀ ਸ਼ਬਦਾਵਲੀ ਦੇ ਵਿੱਚ। ਸਾਡੀ ਇੱਕ ਸਮੱਸਿਆ ਇਹ ਹੈ ਕਿ ਸਾਡੇ ਜਦੋਂ ਵਿਦਵਾਨ ਰੂਬਰੂ ਹੁੰਦੇ ਆ ਦਰਸ਼ਕਾਂ ਦੇ, ਤਾਂ ਦਰਸ਼ਕ ਸਾਨੂੰ ਲਾਂਭਾ ਦਿੰਦੇ ਆ, ਖਾਸ ਕਰਕੇ ਕਲਾ ਪਰਿਸ਼ਦ ਚ ਆ ਕੇ, ਕਿ ਇਹਨਾਂ ਦੀ ਭਾਸ਼ਾ ਬੜੀ ਹੋਰ ਤਰ੍ਹਾਂ ਦੀ ਸੀ, ਸਾਨੂੰ ਸਮਝ ਨਹੀਂ ਆਈ। ਤੇ ਤੁਹਾਡੀ ਦੋਵਾਂ ਦੀ ਭਾਸ਼ਾ, ਡਾਕਟਰ ਬਰਾੜ ਦੀ ਤੇ ਡਾਕਟਰ ਧਾਲੀਵਾਲ ਦੀ, ਸਾਨੂੰ ਇੱਕ ਇੱਕ ਲਫ਼ਜ਼, ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਜਿਹੜਾ ਹੈ ਉਹ ਸਾਡੇ ਮਨਾਂ ਦੇ ਅੰਦਰ ਲੈਂਦਾ ਹੈ, ਤੇ ਧੂ ਵੀ ਪਾਉਂਦਾ ਹੈ, ਜਗਾਉਂਦਾ ਵੀ ਹੈ, ਤੇ ਕਈ ਕੁਛ ਸਾਡੇ ਅੰਦਰ ਪੈਦਾ ਕਰਦਾ ਹੈ। ਤੁਹਾਡਾ ਬਹੁਤ ਸ਼ੁਕਰੀਆ। ਤੋ ਇਹ ਦੋਨਾਂ ਵਿਦਵਾਨਾਂ ਦਾ ਮੈਂ ਪੰਜਾਬ ਕਲਾ ਪਰਿਸ਼ਦ ਦੇ ਵੱਲੋਂ ਬਹੁਤ ਹੀ ਰਿਣੀ ਹਾਂ ਕਿ ਇਹਨਾਂ ਨੇ ਕੀਮਤੀ ਵਕਤ ਕੱਢਿਆ ਹੈ। ਤੇ ਅੰਤ ਉੱਤੇ ਡਾਕਟਰ ਸੁਰਜੀਤ ਪਾਤਰ ਜੀ ਨੂੰ ਮੈਂ ਦਰਖਾਸਤ ਕਰੂੰਗਾ ਕਿ ਉਹ ਤੁਹਾਡਾ ਦੋਵਾਂ ਦਾ ਵਿਧੀਵਤ ਢੰਗ ਨਾਲ ਆਪਣੀ ਤਰਫੋਂ ਧੰਨਵਾਦ ਕਰਨ। ਡਾਕਟਰ ਸੁਰਜੀਤ ਪਾਤਰ ਜੀ। ਹਾਂਜੀ ਪਿਆਰੇ ਦੋਸਤੋ, ਬਹੁਤ ਚੰਗਾ ਲੱਗਾ। ਹਮੇਸ਼ਾ ਹੀ ਮੈਂ ਜਾਣੀ ਜਦੋਂ ਵੀ ਇਹਨਾਂ ਨੂੰ ਸੁਣਦਾ, ਰਜਿੰਦਰਪਾਲ ਬਰਾੜ ਹੋਵੇ, ਬਲਦੇਵ ਧਾਲੀਵਾਲ ਹੋਣ, ਜਾਂ ਸਾਡੇ ਇਹਨਾਂ ਦੀ ਹਮ ਉਮਰ ਹੋਰ ਜੋ ਸਾਡੇ ਨਵੇਂ ਆਲੋਚਕ ਤੇ ਚਿੰਤਕ ਹੈ, ਡਾਕਟਰ ਸੁਰਜੀਤ ਹੈ, ਅਮਰਜੀਤ ਗਰੇਵਾਲ ਹੈ, ਜਾਂ ਹੋਰ ਨੇ, ਸੋ ਮੈਂ ਹਮੇਸ਼ਾ ਇਹਨਾਂ ਨੂੰ ਸੁਣ ਕੇ ਆਪਣੇ ਆਪ ਨੂੰ, ਮੈਂ ਕਹਿੰਦਾ ਹਾਂ ਕਿ ਆਪਣੀ ਮੈਂ ਚੇਤਨਾ ਦੀ ਘੜੀ ਦਾ ਟਾਈਮ ਠੀਕ ਕਰ ਲੈਣਾ ਕਿ ਹੁਣ ਦਾਨਸ਼ਵਰ ਇਹ ਸੋਚ ਰਹੇ ਆ, ਇਸ ਤਰ੍ਹਾਂ ਸੋਚ ਰਹੇ ਆ। ਸੋ ਇਹਨਾਂ ਨੂੰ ਸੁਣਨਾ ਹਮੇਸ਼ਾ ਹੀ ਬਹੁਤ ਚੰਗਾ ਲੱਗਦਾ। ਤੋ ਇਸ ਅੰਦੋਲਨ ਵੇਲੇ ਜੋ ਰਚਿਆ ਗਿਆ ਜਾਂ ਇਸ ਅੰਦੋਲਨ ਨਾਲ ਜੁੜਿਆ ਗਿਆ
ਜੁੜਿਆ ਹੋਇਆ ਸਾਹਿਤ ਜੋ ਪੈਦਾ ਹੋਇਆ। ਸੋ ਇਹਨਾਂ ਦੋਹਾਂ ਨੇ ਬਹੁਤ ਹੀ ਸਮਝ ਲਓ ਕਿ ਉਹਨੂੰ ਨੇੜਤਾ ਨਾਲ ਤੇ ਬਹੁਤ ਬਰੀਕ ਬੀਨੀ ਨਾਲ ਪੜ੍ਹਿਆ ਹੋਇਆ। ਔਰ ਇਹ ਵੀ ਠੀਕ ਹੈ ਕਿ ਜਿਸ ਤਰ੍ਹਾਂ ਜਦੋਂ ਹੁਣ ਜਿਹੜੇ ਜਿੰਨੇ ਸਾਹਿਤ ਦੀਆਂ ਵਿਧਾਵਾਂ ਨੇ, ਜਾਨਰਸ ਨੇ, ਉਹ ਹਰ ਜਾਨਰ ਇੱਕ ਵੱਖਰੀ ਤਰ੍ਹਾਂ ਦਾ ਰਿਸਪੌਂਸ ਹੁੰਦਾ ਉਹਦਾ। ਜਿਵੇਂ ਅਸੀਂ ਗੀਤਕਾਰ ਕੋਲ ਤਾਂ ਇਹ ਮੰਗਦੇ ਕਿ ਉਹ ਹੁਣ ਸਾਨੂੰ ਉਤਸ਼ਾਹ ਦੇਵੇ, ਕਿ ਉਸ ਵੇਲੇ ਉਤਸ਼ਾਹ ਦੀ ਲੋੜ ਹੁੰਦੀ ਹੈ ਕਿ ਤੁਸੀਂ ਉਹਨਾਂ ਨੂੰ ਜਿਹੜੇ ਉਸ ਅੰਦੋਲਨ 'ਚ ਜੂਝ ਰਹੇ ਆ ਉਹਨਾਂ ਨੂੰ ਕੋਈ ਉਤਸ਼ਾਹ ਦੇਣ ਵਾਲੀ, ਉਹਨਾਂ ਨੂੰ ਪ੍ਰੇਰਨਾ ਦੇਣ ਵਾਲੀ ਰਚਨਾ ਹੋਵੇ। ਪਰ ਜੋ ਕਹਾਣੀਕਾਰ, ਨਾਟਕਕਾਰ, ਨਾਵਲਕਾਰ ਆ, ਉਹ ਇੱਕ ਤਰ੍ਹਾਂ ਸਮੁੱਚੀ ਲਹਿਰ, ਅਜੇ ਸਾਡੀ ਇਹ ਲਹਿਰ ਚੱਲ ਰਹੀ ਆ, ਹੈ ਨਾ। ਇਹਦਾ ਇੱਕ ਆਗਾਜ਼ ਹੈ, ਇਹਦੀ ਇੱਕ ਸਿਖਰ ਹੈ, ਫਿਰ ਇਹਨੇ ਆਪਣੀ ਫਤਿਹ ਪ੍ਰਾਪਤ ਕਰਕੇ ਇਹਨੇ ਸੰਪੰਨ ਹੋਣਾ। ਔਰ ਉਹ ਸਾਰੇ ਦਾ ਇੱਕ ਵਿਸ਼ਲੇਸ਼ਣ, ਉਹ ਜਿਹੜੀਆਂ ਇਹ ਵੱਡੀਆਂ ਲਿਖਤਾਂ, ਕਹਾਣੀ, ਨਾਵਲ ਜਾਂ ਨਾਟਕ ਤਾਂ ਇੱਕ ਸਕਿੱਟ ਵਾਂਗ ਵੀ ਹੋ ਜਾਂਦੇ ਆ। ਤੋ ਬਾਕੀ ਰਿਸਪੌਂਸ ਜਿਹੜੇ ਲੇਖਕ ਹੈ, ਕਿ ਜਿਵੇਂ ਮੰਟੋ ਸੀਗਾ, ਮੰਟੋ ਨੇ ਜਿਹੜੀ ਪਾਰਟੀਸ਼ਨ ਬਾਰੇ ਸਟੋਰੀਆਂ ਵੀ ਲਿਖੀਆਂ, ਨਿੱਕੇ ਨਿੱਕੇ ਟੋਟਕੇ ਵੀ ਲਿਖੇ, ਛੋਟੀਆਂ ਕਹਾਣੀਆਂ ਵੀ ਲਿਖੀਆਂ। ਜਿਸ ਤਰ੍ਹਾਂ ਬਲਦੇਵ ਨੇ ਕਿਹਾ ਸੀ ਕਿ ਉਹ ਗਲਪੀ ਟੋਟਕੇ ਉਹਨੂੰ ਕਹਿ ਸਕਦੇ ਹਾਂ। ਸੋ ਇਸ ਤਰ੍ਹਾਂ ਰਿਸਪੌਂਸਿਸ ਹੁੰਦੇ। ਕਈ ਵਾਰੀ ਕੁਛ ਲੋਕ ਇਹ ਕਹਿੰਦੇ ਕਿ ਇਹਨਾਂ ਜਿਹੜੀਆਂ ਇਹ ਲਿਖੀਆਂ ਕਵਿਤਾਵਾਂ, ਇਹਨਾਂ ਦੀ ਕਿੱਥੋਂ ਤੱਕ ਜਾਣਾ, ਕਿ ਇਹਨਾਂ ਦੀ ਕੋਈ ਉਮਰ ਲੰਬੀ ਨਹੀਂ ਹੋਣੀ, ਇਹ ਅੰਦੋਲਨ ਬਾਰੇ ਲਿਖਿਆ, ਅੰਦੋਲਨ ਬਾਰੇ ਰਹਿ ਜਾਣੀਆਂ। ਪਰ ਹੁੰਦਾ ਇਹ ਹੈ ਕਿ ਜਿਸ ਤਰ੍ਹਾਂ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਉਸ ਤੋਂ ਬਾਅਦ ਵੀ ਰਹਿ ਜਾਂਦੀਆਂ ਆਪਣੀ ਕਲਾ ਰੂਪ ਦੇ ਕਰਕੇ। ਸੋ ਇਹ ਜਾਨੀ ਲੇਖਕਾਂ ਦਾ ਜਿਹੜੀ ਹੁੰਦਾ ਕਿ ਇਹ ਵੀ ਇੱਕ ਰਚਨਾ ਦਾ ਰਹੱਸ ਹੈ ਕਿ ਲੇਖਕ, ਕਵੀ, ਖਾਸ ਕਰ ਕਵੀ ਤੇ ਗੀਤਕਾਰ ਨੇ, ਉਹ ਤਾਂ ਇੱਕ ਉਹਨਾਂ ਦੀ ਸਪੌਂਟੇਨੀਅਸ ਰਚਨਾ ਹੁੰਦੀ ਹੈ, ਜਿਹਨੂੰ ਉਸ ਯਾਨੀ ਕਿ ਉਹਨਾਂ ਦੇ ਸਬਕੌਂਸ਼ੀਅਸ ਚੋਂ, ਉਹਨਾਂ ਦੇ ਪੂਰੇ ਜਜ਼ਬਿਆਂ ਚੋਂ ਨਿਕਲਦੀ ਹੈ। ਔਰ ਕੁਛ ਰਚਨਾਵਾਂ ਇਹ ਹੈ ਕਿ ਜਿਹੜੀਆਂ ਜਿੱਦਾਂ ਹੁਣ ਨਕਸਲਾਈਟ ਲਹਿਰ ਵੇਲੇ ਬਹੁਤ ਕਵੀ ਉੱਭਰੇ ਸੀਗੇ, ਬਹੁਤ ਕੁਛ ਲਿਖਿਆ ਗਿਆ, ਪਰ ਜਿਹੜੇ ਜਿੰਨੇ ਸਾਰੇ ਉੱਭਰੇ ਸੀ ਉਹਨਾਂ ਚੋਂ ਬਹੁਤ ਅੱਛੇ ਕਵੀ ਵੀ ਨਿਕਲੇ ਤੇ ਕੁਛ ਬਿਲਕੁਲ ਅਲੋਪ ਵੀ ਹੋ ਗਏ। ਕੁਛ ਰਚਨਾਵਾਂ ਬਹੁਤ ਅੱਛੀਆਂ ਵੀ ਹੋਈਆਂ ਤੇ ਕੁਛ ਅਲੋਪ ਵੀ ਹੋ ਗਈਆਂ। ਸੋ ਮੈਨੂੰ ਬੜਾ ਅੱਛਾ ਲੱਗਾ ਇਹਨਾਂ ਨੂੰ ਸੁਣਨਾ। ਔਰ ਜਿੱਦਾਂ ਆਪਣੇ ਬਲਦੇਵ ਢਾਲੀਵਾਲ ਦਾ ਕਹਾਣੀ ਦੇ ਫੀਲਡ 'ਚ ਜਿਸ ਤਰ੍ਹਾਂ ਦਾ ਬਰੀਕ ਅਧਿਐਨ ਹੈ ਕਿ ਕਦੋਂ ਕੀ ਲਿਖਿਆ ਗਿਆ, ਕਿਸਨੇ ਕੀ ਲਿਖਿਆ, ਆਪਣੇ ਆਪ ਬੜੀ ਵੱਡੀ ਗੱਲ ਹੈ ਕਿ ਉਹ ਸਾਰੀ ਸਮੁੱਚੀ ਕਹਾਣੀ ਜੋ ਪੰਜਾਬੀ ਕਹਾਣੀ ਦਾ ਸੰਸਾਰ ਹੈ, ਉਹਦੀ ਨਿੱਕੀ ਨਿੱਕੀ ਡਿਟੇਲ ਦਾ ਪਤਾ ਹੋਣਾ, ਇਹ ਆਪਣੇ ਆਪ 'ਚ ਬੜੀ ਅਨੂਠੀ ਔਰ ਬੜੀ ਸਮਝ ਲਓ ਕਿ ਸਮਰੱਥਾ ਵਾਲੀ ਗੱਲ ਹੈ। ਇਸ ਤਰ੍ਹਾਂ ਹੀ ਜੋ ਰਜਿੰਦਰਾ ਬਰਾੜ ਦੀਆਂ ਆਬਜ਼ਰਵੇਸ਼ਨ ਹੁੰਦੀਆਂ, ਖਾਸ ਕਰਕੇ ਸੱਭਿਆਚਾਰ ਦੇ ਬਾਰੇ ਉਹਦੀ ਆਬਜ਼ਰਵੇਸ਼ਨ ਹੈ ਕਿ ਇਹ ਜਿਹੜਾ ਅੰਦੋਲਨ ਹੈ ਸਾਡੀ ਚੇਤਨਾ ਨੂੰ ਬਦਲ ਕੇ ਜਾਊਗਾ। ਹੁਣ ਇਹਦਾ ਪ੍ਰਭਾਵ ਕਿੰਨਾ ਭਵਿੱਖਮੁਖੀ ਭਵਿੱਖ 'ਚ ਕਿੰਨਾ ਪ੍ਰਭਾਵ ਪਊਗਾ ਕਿ ਜਿਵੇਂ 3 ਕਾਨੂੰਨਾਂ ਦੇ ਵਾਪਸ ਹੋਣ ਤੋਂ ਬਾਅਦ ਵੀ ਪੰਜਾਬ ਨੂੰ ਜਿਹੜੇ ਮਸਲੇ ਹੁਣ ਉਹਨਾਂ ਨਾਲ ਪੰਜਾਬ ਕਿੱਦਾਂ ਜੂਝੂਗਾ, ਉਸ ਚੀਜ਼ ਦਾ ਕੀ ਪੰਜਾਬ ਦੀ ਚੇਤਨਾ, ਸੰਵੇਦਨਾ ਤੇ ਕੀ ਅਸਰ ਹੋਊਗਾ, ਇਸ ਬਾਰੇ ਵੀ ਜੋ ਆਬਜ਼ਰਵੇਸ਼ਨ ਹੈ ਇਹ ਵੀ ਬਹੁਤ ਕਮਾਲ ਦੀ ਹੈ ਕਿ ਸਮੁੱਚੇ ਸਾਹਿਤ ਵਿੱਚ ਇੱਕ ਨਵੀਂ ਚੇਤਨਾ ਪੈਦਾ ਹੋਈ। ਔਰ ਪਿੱਛੇ ਜੇ ਇੱਕ ਡਿਸਕਸ਼ਨ ਇੱਦਾਂ ਵੀ ਹੋਈ ਪਈ ਜਿੱਥੇ ਆਪਣੇ ਸੁਮੇਲ ਸਿੰਘ ਤੇ ਹੋਰ ਕਾਫੀ ਲੋਕ ਸ਼ਾਮਲ ਹੋਏ ਸੀਗੇ ਇੰਗਲੈਂਡ ਤੋਂ ਵੀ, ਕਿ ਜਿਹੜਾ ਇਸ ਅੰਦੋਲਨ ਵਿੱਚ ਸਿੱਖਿਜ਼ਮ ਤੇ ਮਾਰਕਸਿਜ਼ਮ ਥਾਟ ਦਾ ਕਿਸ ਤਰ੍ਹਾਂ ਦਾ ਰਿਸ਼ਤਾ ਬਣਨ ਦੀਆਂ ਸੰਭਾਵਨਾਵਾਂ ਹੈ। ਤੇ ਉਹ 'ਚ ਫਿਰ ਕਿਸ਼ਨ ਸਿੰਘ ਦੀ ਆਲੋਚਨਾ ਬਾਰੇ ਵੀ ਗੱਲ ਹੋਈ। ਸੋ ਅੰਦੋਲਨਾਂ ਦੇ ਇਹਦੇ ਬਹਾਨੇ, ਇਹਦੀ ਜਾਨੀ ਇਹਦੇ ਪ੍ਰੀਟੈਕਸਟ ਵਿੱਚ ਬਹੁਤ ਗੱਲਾਂ ਅਸੀਂ ਜਾਨੀ ਨਵੀਆਂ ਗੱਲਾਂ ਕੀਤੀਆਂ, ਔਰ ਜਿਹੜੀਆਂ ਕਿ ਸਾਡੇ ਸਾਰਿਆਂ ਦੀ ਚੇਤਨਾ ਤੇ ਸੰਵੇਦਨਾ ਨੂੰ, ਪੰਜਾਬ ਦੀ ਸਮੁੱਚੀ ਮਾਨਸਿਕਤਾ ਨੂੰ ਇਨਰਿਚ ਕਰਨ 'ਚ ਇਹ ਹਿੱਸਾ ਪਾਊਗਾ। ਬੜੀ ਵੱਡੀ ਗੱਲ ਹੈ ਕਿ ਇਹਨੇ ਪੰਜਾਬ ਨੂੰ ਇੱਕ ਵਿਸ਼ਵਾਸ ਦਿੱਤਾ ਕਿ ਪਹਿਲਾਂ ਇਹ ਸੀਗਾ ਕਿ ਜਿਵੇਂ ਸਾਰੇ ਬੰਦੇ ਇੱਕ ਭਾਂਜ ਦਾ ਮਾਹੌਲ ਸੀ ਕਿ ਜਿਵੇਂ ਮੈਂ ਵੀ ਕਿਹਾ ਸੀ ਵੀ ਚਲੋ ਇੱਥੋਂ ਚੱਲੀਏ, ਵੀ ਇੱਕ ਚਲੋ ਜਾਣਦਾ ਸੀ, ਲੇਕਿਨ ਹੁਣ ਅਸੀਂ ਇੱਕ ਉਸ ਭਾਂਜ ਵਾਲੀ
ਵਾਲੇ ਆਪਣੇ ਤੇਵਰ ਸਾਡੇ ਖਤਮ ਹੋਇਆ ਔਰ ਸਾਡੇ 'ਚ ਇੱਕ ਆਤਮ ਵਿਸ਼ਵਾਸ ਦਾ ਔਰ ਇਸ ਤਰ੍ਹਾਂ ਦਾ ਹੋਇਆ ਕਿ ਅਸੀਂ ਜੂਝ ਸਕਦੇ ਹਾਂ। ਦੂਜੀ ਗੱਲ ਕਿ ਇਸ ਅੰਦੋਲਨ ਨੂੰ ਇੱਕ ਇੱਦਾਂ ਵੀ ਕਿਹਾ ਜਾ ਰਿਹਾ ਕਿ ਇਹ ਜਿਵੇਂ ਜੇ ਅੰਦੋਲਨ ਸਫਲ ਨਾ ਹੋਇਆ ਤਾਂ ਇਹ ਆਖਰੀ ਅੰਦੋਲਨ ਹੋਊਗਾ, ਕਿ ਜਿਸ ਤਰ੍ਹਾਂ ਦਾ ਜਾਣੀ ਮੌਜੂਦਾ ਸਰਕਾਰ ਵੱਲੋਂ ਇਹਦੇ ਪ੍ਰਤੀ ਜੋ ਸ਼ੁਰੂ ਤੋਂ ਜੋ ਵਰਤਾਰਾ ਔਰ ਜਿਸ ਤਰ੍ਹਾਂ ਇਸ ਅੰਦੋਲਨ ਪ੍ਰਤੀ ਵਰਤਾਰਾ, ਸੋ ਇਸ ਅੰਦੋਲਨ ਦੀ ਇੱਕ ਦੀਆਂ ਬਹੁਤ ਅਹਿਮੀਅਤਾਂ ਨੇ ਔਰ ਸਾਡੇ ਮਨਾਂ ਦਾ ਵੀ ਮੰਥਨ ਹੋਇਆ। ਸਾਡੀ ਸਮੁੱਚੀ ਜਿਹੜੀ ਸ਼ਖਸੀਅਤ ਆ ਉਹਦੀ ਪਛਾਣ, ਕਹਿੰਦੇ ਵੀ ਆਪਾਂ ਜਦੋਂ ਬੰਦੇ ਤੇ ਅੱਤ ਦੀ ਪਲ ਆਉਂਦੇ ਆ ਉਦੋਂ ਉਹਦੇ ਕੈਰੈਕਟਰ ਦੀ ਪਛਾਣ ਹੁੰਦੀ ਹੈ। ਇੱਕ ਤਖਤ ਸਿੰਘ ਦਾ ਸ਼ੇਰ ਹੁੰਦਾ ਸੀਗਾ ਕਿ ਝੱਖੜ ਵਗੇ ਤਾਂ ਪਾ ਗਏ ਹਰ ਆਦਮੀ ਦਾ ਮੁੱਲ, ਕੋਈ ਸੀ ਢੇਰ ਰੇਤ ਦਾ ਕੋਈ ਚਟਾਨ ਬਾਨ, ਕਿ ਝੱਖੜਾਂ ਵਿੱਚ ਹੀ ਪਤਾ ਲੱਗਦਾ ਕਿ ਕਿਸੇ ਦੀ ਸ਼ਖਸੀਅਤ ਕੀ ਆ, ਕਿਸੇ ਦਾ ਕੈਰੈਕਟਰ ਕੀ ਆ, ਕਿਸੇ ਦੀ ਔਕਾਤ ਕੀ ਆ। ਸੋ ਇਹੋ ਇੱਕ ਸਾਡੇ ਕਰੈਕਟਰ ਨੂੰ ਪਰਖਣ ਵਾਲੀਆਂ ਵੀ ਪਲ ਨੇ। ਸੋ ਇਹ ਅੰਦੋਲਨ ਪੰਜਾਬੀ ਸਾਹਿਤ ਲਈ, ਪੰਜਾਬੀ ਸੱਭਿਆਚਾਰ ਲਈ, ਸਮੁੱਚੇ ਪੰਜਾਬੀ ਚੇਤਨਾ ਲਈ ਇੱਕ ਬਹੁਤ ਅਹਿਮ ਅੰਦੋਲਨ ਹੈ। ਔਰ ਇਸ ਅੰਦੋਲਨ ਬਾਰੇ ਅੱਜ ਜੋ ਗੱਲਾਂ ਹੋਈਆਂ ਸਾਹਿਤ ਦੇ ਪ੍ਰਸੰਗ 'ਚ, ਮੈਂ ਸਮਝਦਾ ਕਿ ਉਹ ਵੀ ਉਨੀਆਂ ਹੀ ਅਹਿਮ ਸੀ ਔਰ ਗਹਿਰ ਗੰਭੀਰ ਔਰ ਪੂਰੇ ਸਮੁੱਚੇ ਸੱਭਿਆਚਾਰ ਦਾ ਵਿਸ਼ਲੇਸ਼ਣ ਕਰਨ ਵਾਲੀਆਂ। ਸੋ ਇਹਨਾਂ ਸ਼ਬਦਾਂ ਨਾਲ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਵਿਦਵਾਨਾਂ ਦਾ ਔਰ ਨਿੰਦਰ ਦਾ ਵੀ, ਇਹ ਸਾਰੇ ਕੁਛ ਦਾ ਆਯੋਜਨ ਕਰਨ ਲਈ, ਔਰ ਸਾਰੇ ਜੋ ਦਰਸ਼ਕ ਤੇ ਸਰੋਤੇ ਸਾਡੇ ਨਾਲ ਜੁੜੇ ਹੋਏ ਉਹਨਾਂ ਸਭਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਬਹੁਤ ਸ਼ੁਕਰੀਆ। ਸ਼ੁਕਰੀਆ ਜੀ ਡਾਕਟਰ ਸੁਰਜੀਤ ਪਾਤਰ ਸਾਹਿਬ ਹੋਰਾਂ ਦਾ ਸਗੋਂ ਸ਼ੁਕਰੀਆ ਕਰਨਾ ਬਣਦਾ ਹੈ ਕਿ ਜਿਹੜੇ ਆਪਣਾ ਕੀਮਤੀ ਵਕਤ ਚੋਂ ਵਕਤ ਕੱਢ ਕੇ ਸਾਨੂੰ ਵਕਤ ਦਿੰਦੇ ਨੇ, ਕਿਉਂਕਿ ਅੱਜ ਡਾਕਟਰ MS ਰੰਧਾਵਾ ਕਲਾ ਉਤਸਵ ਦਾ ਆਖਰੀ ਦਿਨ ਸੀ ਤੇ ਇਸ ਆਖਰੀ ਦਿਨ ਦੇ ਉੱਤੇ ਡਾਕਟਰ ਪਾਤਰ ਹੋਰਾਂ ਦੀ ਇੱਛਾ ਸੀ ਕਿ ਕਿਉਂ ਨਾ ਆਪਾਂ ਕਿਸਾਨੀ ਅੰਦੋਲਨ ਬਾਰੇ, ਕਿਸਾਨਾਂ ਬਾਰੇ ਗੱਲਾਂ ਕਰੀਏ, ਕਿਉਂਕਿ ਡਾਕਟਰ MS ਰੰਧਾਵਾ ਖੁਦ ਕਿਸਾਨਾਂ ਦੇ ਮਸੀਹਾ ਅਖਵਾਏ। ਉਹਨਾਂ ਨੇ PAU ਦੇ ਵਿੱਚ ਰਹਿੰਦਿਆਂ ਹੋਇਆਂ ਕਿਸਾਨਾਂ ਵਾਸਤੇ ਕਿੰਨਾ ਕੰਮ ਕੀਤਾ, ਕਿਸਾਨ ਦਾ ਜਿਹੜਾ ਮੇਲਾ ਹੈਗਾ ਕਿਸਾਨਾਂ ਦਾ ਉਹ ਸ਼ੁਰੂ ਕਰਵਾਇਆ। ਤੋ ਇਸ ਤੋਂ ਇਲਾਵਾ ਡਾਕਟਰ ਪਾਤਰ ਹੋਰਾਂ ਨੇ ਜਿਹੜੀ ਗੱਲ ਕਹੀ ਸੀ ਨਾ ਡਾਕਟਰ MS ਰੰਧਾਵਾ ਦੇ ਹਵਾਲੇ ਨਾਲ, ਉਹ ਬੜੀ ਪਿਆਰੀ ਹੈ ਤੇ ਹਰ ਇੱਕ ਤੇ ਟੁਕਦੀ ਹੈ ਕਿ ਬੰਦੇ ਨੂੰ, ਮੈਂ ਨੋਟ ਵੀ ਕਰਕੇ ਡਾਇਰੀ ਤੇ ਰੱਖੀ ਹੈ ਤੇ ਮੈਂ ਇਹਨੂੰ ਇੱਕ ਚੇਪੀ ਜੀ ਬਣਾ ਕੇ ਰੱਖਿਆ ਹੋਇਆ, ਬੰਦੇ ਨੂੰ ਉਹਦਾ ਕੰਮ ਨਹੀਂ ਸਤਾਉਂਦਾ, ਉਹਨੂੰ ਉਹਦੇ ਕੀਤੇ ਗਏ ਕੰਮ ਦੀ ਬੇਕਦਰੀ ਸਤਾਉਂਦੀ ਹੈ। ਕਿੱਡਾ ਕਮਾਲ ਦਾ ਸ਼ਬਦ ਉਹਨਾਂ ਨੇ ਕਿਹਾ। ਔਰ ਅੱਜ ਕਿਸਾਨ ਜੇ ਹਾਲੋਂ ਬੇਹਾਲ ਹੈ ਤਾਂ ਉਹ ਇਸ ਕਰਕੇ ਹਾਲੋਂ ਬੇਹਾਲ ਹੈ ਕਿ ਉਹਦੀ ਬੇਕਦਰੀ ਹੋਈ ਹੈ ਤੇ ਬੇਕਦਰੀ ਹੋਣ ਕਰਕੇ ਉਹ ਅੱਜ ਦਿੱਲੀ ਦੀਆਂ ਸੜਕਾਂ ਤੇ ਰੁਲੀ ਜਾਂਦਾ। ਤੇ ਜਦੋਂ ਅਸੀਂ ਇਹਦੀ ਕਰ ਰਹੇ ਸੀਗੇ ਰੂਪਰੇਖਾ ਤਾਂ ਡਾਕਟਰ ਪਾਤਰ ਹੋਰਾਂ ਨੇ ਬਹੁਤ ਖੂਬਸੂਰਤ ਸ਼ਬਦ ਵਰਤਿਆ ਕਿ ਡਾਕਟਰ MS ਰੰਧਾਵਾ ਨੂੰ ਸਮਰਪਿਤ, ਕਿਸਾਨੀ ਅੰਦੋਲਨ ਨੂੰ ਸਮਰਪਿਤ ਡਾਕਟਰ MS ਰੰਧਾਵਾ ਫੈਸਟੀਵਲ ਉਤਸਵ। ਤੋ ਇਹ ਸਾਰਾ ਕੁਛ ਇਹਨਾਂ ਦੀ ਆਸ਼ੀਰਵਾਦ ਨਾਲ ਸਿਰੇ ਚੜਿਆ ਹੈ। ਤੋ ਅੱਜ ਬੜੀ ਸੋਹਣੀ ਵਿਚਾਰ ਚਰਚਾ, ਬੜੀ ਸਾਰਥਕ ਗੱਲਬਾਤ ਹੋਈ ਹੈ। ਦੋਵੇਂ ਵਿਦਵਾਨ ਸਾਡੇ ਬਰਾੜ ਸਾਹਿਬ ਤੇ ਧਾਲੀਵਾਲ ਸਾਹਿਬ ਮਾਣਯੋਗ ਹਨ। ਦੋਵਾਂ ਨੇ ਬੜੀਆਂ ਖੂਬਸੂਰਤ ਗੱਲਾਂ ਕੀਤੀਆਂ। ਪਾਤਰ ਸਾਹਿਬ ਨੇ ਜੀ ਆਇਆਂ ਕਿਹਾ ਤੇ ਧੰਨਵਾਦੀ ਸ਼ਬਦ ਵੀ ਕਹੇ। ਹਮੇਸ਼ਾ ਸਾਡੇ ਵਾਸਤੇ ਇਹਨਾਂ ਦਾ ਇੱਕ ਅਸੀਸ, ਇਹਨਾਂ ਦੀ ਇੱਕ ਓਟ ਤੇ ਆਸਰਾ ਸਾਡੇ ਨਾਲ ਲੈ ਕੇ ਇਹ ਹਾਜ਼ਰ ਹੁੰਦੇ ਨੇ। ਸਾਨੂੰ ਕਦੀ ਵੀ ਜਵਾਬ ਨਹੀਂ ਦਿੰਦੇ, ਜਦੋਂ ਵੀ ਕਦੇ ਹਾਕ ਮਾਰੀ ਦੀ ਹੈ ਤੇ ਸਾਡੇ ਨਾਲ ਚੱਲਦੇ ਰਹਿੰਦੇ ਨੇ। ਸਾਨੂੰ ਆਸ ਹੈ ਕਿ ਆਪਾਂ ਇਕੱਠੇ ਹੋ ਕੇ ਕਾਫਲੇ ਦੇ ਰੂਪ ਵਿੱਚ ਚੱਲਦੇ ਰਹਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਲੋ ਜੀ, ਫਿਰ ਹੁਣ ਵਿਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਓਕੇ, ਸਤਿ ਸ਼੍ਰੀ ਅਕਾਲ। ਤੇ ਠੀਕ ਹੈ ਸਰ। ਓਕੇ, ਸਾਰਿਆਂ ਨੂੰ ਬਹੁਤ ਠੀਕ ਸਰ, ਸਤਿ ਸ਼੍ਰੀ ਅਕਾਲ।